ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:12 ਹੋਏ ਨੇ। 6 ਜੂਨ ਦਾ ਦਿਨ ਹੈ, ਵਰ੍ਹਾ 2022 ਦਾ, ਸੋਮਵਾਰ ਹੈ, 24 ਜੇਠ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਸਭ ਤੋਂ ਪਹਿਲਾਂ ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕੀਰਤ ਸਿੰਘ ਪੱਤੀ ਸ਼ਾਮਲ ਹੋਣਗੇ। ਉਸ ਤੋਂ ਬਾਅਦ 11:10 ਤੇ ਤੀਸਰੇ ਘੱਲੂਘਾਰੇ ਦੀ ਆਖਰੀ ਕੜੀ ਤੁਹਾਡੇ ਸਨਮੁਖ ਹੋਏਗੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਤੇ ਉਹਨਾਂ ਦੇ ਸਾਥੀਆਂ ਦੀ ਅੱਜ ਦੇ ਦਿਨ ਦੀ ਸ਼ਹੀਦੀ ਤੇ ਕਾਰਨ। ਇਸ ਦੇ ਨਾਲ ਇਸ ਨੂੰ ਸੰਪੂਰਨ ਕਰਾਂਗਾ ਵੀ ਇਸ ਤੋਂ ਬਾਅਦ ਦਾ ਕੀ ਫਰਕ ਪਿਆ, ਕੀ ਹੋਇਆ 84 ਤੋਂ ਲੈ ਕੇ 94-95 ਤੱਕ। ਸਦਮੇ ਦਾ ਸਿਧਾਂਤ ਕੀ ਹੈ, ਪੈਸੇ ਧੇਲੇ ਨਾਲ ਤਰੱਕੀਆਂ ਦੇ ਕਾਰਨ ਕੀ ਨੇ, ਉਹ ਤਰੱਕੀਆਂ ਕਿੱਧਰ ਨੂੰ ਲੈ ਕੇ ਜਾਂਦੀਆਂ ਨੇ, ਇਸ ਦੇ ਬਾਰੇ ਅੱਜ ਇਹਨੂੰ ਆਪਾਂ ਸੰਪੂਰਨ ਕਰਾਂਗੇ। ਤੁਸੀਂ ਵੀ ਸ਼ਾਮਲ ਹੋਣਾ। 604-204-0600 604-204 0600 ਤੇ 604-729-1224 WhatsApp ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ, ਫੌਜੀਆਂ ਨੇ ਕੀ ਘੇਰਨੇ ਜੋ ਧਰਤੀ ਕੇ ਦਰਵੇਸ਼। ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ 'ਚ ਪਾਊ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਪੱਤਰੇ ਜਦੋਂ ਇਮਾਨ ਦੇ ਉਹਨੇ ਬਹਿ ਕੇ ਫੋਲੇ, ਤੇਗਾਂ ਲਿਸ਼ਕਣ ਲੱਗੀਆਂ ਉਹਦੇ ਕੇਸਾਂ ਓਲੇ। ਭੋਰਿਆਂ ਦੇ ਵਿੱਚ ਆਦ ਹੈ ਜੋ ਰਣ ਦੇ ਵਿੱਚ ਅਖੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਧੁੱਪ 'ਚ ਤਪਦੇ ਸ਼ਸਤਰਾਂ ਨੂੰ ਹਿੱਕ 'ਚ ਧਰ ਕੇ, ਸ਼ਬਦਾਂ ਦੇ ਪ੍ਰਤਾਪ ਨੂੰ ਜਿਹਨੇ ਸਿੱਖਿਆ ਮਰ ਕੇ। ਸਾਰਾ ਬ੍ਰਹਿਮੰਡ ਝੰਗ ਹੈ, ਧਰਤੀ ਹੈ ਜਿਹਦੀ ਹੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਸੰਗ ਜਿਹਦੇ ਨੇ ਚਾੜਤੀ ਇੱਕ ਨਵੀਂ ਨੁਹਾਰ, ਅੰਬਰਸਰ ਵਿੱਚ ਗੂੰਜਦੀ ਗੋਬਿੰਦ ਕੀ ਸਰਕਾਰ। ਮੁੱਠ ਕਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਨਿਤਰੇਪਣ ਦੀ ਡਲਕ ਸੀ ਨੰਗੀਆਂ ਅੱਖਾਂ ਕੋਲ, ਅੰਤਾਂ ਸੋਹਣੀ ਮੌਤ ਸੀ ਧਰਮ ਦੀ ਵੱਡੀ ਝੋਲ। ਧਰਮ ਸਿਖਾਵੇ ਟੇਕ ਨੂੰ ਤੇ ਟੇਕ ਧਰਾਵੇ ਧੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਕੀ ਡਰਪੋਕਾਂ ਡੱਕਣਾ ਚੜ੍ਹਦੀ ਕਲਾ ਦਾ ਬਾਜ, ਹਿੱਕ ਤੇ ਗੋਲੀਆਂ ਪਹਿਨ ਕੇ ਉਮਰਾਂ ਜੋੜਨ ਦਾਜ। ਕਿਸ ਮਿੱਟੀ ਦਾ ਖਾਲਸਾ ਕਿਤ ਪੱਤਣ ਦਾ ਨੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਮਿੱਟੀ ਨੇ ਪਹਿਚਾਣ ਲਏ ਉਹਦੇ ਮਾਸ ਦੇ ਟੁਕੜੇ, ਧੂੜਾਂ ਉੱਤੇ ਜੜ ਗਿਆ ਇਤਿਹਾਸ ਦੇ ਟੁਕੜੇ। ਨਿਊਆਂ ਵਿੱਚੋਂ ਬੋਲਿਆ ਕੋਈ ਸਾਈਂ ਮੀਆਂ ਮੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਹਰਮਨਜੀਤ ਲਿਖਦਾ ਰਾਣੀ ਤੱਤ ਵਾਲਾ। ਸਰਦਾਰ ਨਵਕੀਰਤ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਤੀਸਰੇ ਘੱਲੂਘਾਰੇ ਦੀ ਯਾਦ ਦੇ ਵਿੱਚ, ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਹੋਇਆ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੌਮ ਦੇ ਨਾਂ ਕੀ ਸੰਦੇਸ਼ ਦਿੱਤਾ ਜੀ, ਤੇ ਕਿਹੋ ਜਿਹਾ ਇਹ ਜਿਹੜਾ ਇੱਕ ਜੋੜ ਮੇਲਾ ਸ਼ਹੀਦਾਂ ਦੀ ਯਾਦ ਦੇ ਵਿੱਚ ਹੋਇਆ? ਜੀ ਗਿੱਲ ਸਾਹਿਬ, ਜੂਨ 1984 ਦੌਰਾਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਜੋ ਤੀਜਾ ਘੱਲੂਘਾਰਾ ਕੀਤਾ ਗਿਆ, ਔਰ 6 ਜੂਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਉਦੋਂ ਤੋਂ ਲੈ ਕੇ ਹਰ ਸਾਲ ਸਮਾਗਮ ਹੁੰਦੇ ਨੇ। ਵੱਡੀ ਗਿਣਤੀ ਦੇ ਵਿੱਚ ਸਿੱਖ ਸ਼ਰਧਾਲੂ ਇਸ ਮੌਕੇ ਹਾਜ਼ਰੀ ਲਵਾਉਂਦੇ ਨੇ। ਇਸ ਵਾਰ ਵੀ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੰਗਤਾਂ ਦਰਬਾਰ ਸਾਹਿਬ ਕੰਪਲੈਕਸ ਪਹੁੰਚੀਆਂ। ਘੱਲੂਘਾਰੇ ਦੌਰਾਨ ਮਾਰੇ ਗਏ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਾਜ਼ਰ ਲੋਕਾਂ ਨੇ ਸਾਕੇ ਨੂੰ ਯਾਦ ਕਰਾਉਂਦੀਆਂ ਕਈ ਤਰ੍ਹਾਂ ਦੀਆਂ ਤਾਕਤੀਆਂ ਫੜੀਆਂ ਹੋਈਆਂ ਸੀ। ਪਰ ਗਿੱਲ ਸਾਹਿਬ, ਚੰਗੀ ਗੱਲ ਇਹ ਹੈ ਕਿ ਸਮਾਗਮ ਪੂਰੀ ਤਰ੍ਹਾਂ ਸ਼ਾਂਤਮਈ ਰਹੇ। ਕੁਛ ਨੌਜਵਾਨਾਂ ਦੇ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਸਿਮਰਜੀਤ ਸਿੰਘ ਮਾਨ ਵੀ ਉੱਥੇ ਪਹੁੰਚੇ ਸੀ। ਉਹਨਾਂ ਨੇ ਵੀ ਉਸ ਮੌਕੇ ਮੰਗ ਕੀਤੀ ਕਿ ਸੁਖਬੀਰ ਬਾਦਲ ਹੋਰੀ ਵੱਡਾ ਦਿਲ ਦਿਖਾਉਣ ਔਰ ਬੰਦੀ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੂੰ SGPC ਦਾ ਪ੍ਰਧਾਨ ਲਾਉਣ, ਦਮਦਮੀ ਟਕਸਾਲ ਦਾ ਮੁਖੀ ਲਾਉਣ ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ। ਇਸ ਮੌਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਸੰਬੋਧਨ ਕੀਤਾ, ਸਿੱਖ ਕੌਮ ਦੇ ਨਾਲ ਸੰਦੇਸ਼ ਦਿੱਤਾ। ਉਹਨਾਂ ਨੇ ਇਸ ਮੌਕੇ ਆਪਣੇ ਸੰਦੇਸ਼ ਦੇ ਵਿੱਚ ਆਖਿਆ ਕਿ ਇਸ ਆਪਰੇਸ਼ਨ ਦੇ ਦੌਰਾਨ ਬੱਚਿਆਂ ਤੇ ਬਜ਼ੁਰਗਾਂ ਸਮੇਤ ਸ਼ਹੀਦੀਆਂ ਹੋਈਆਂ ਸੀ।
ਔਰ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਅੱਜ ਦੇ ਜਿਹੜਾ ਕੌਮ ਅੱਗੇ ਕਈ ਚੁਣੌਤੀਆਂ ਖੜੀਆਂ ਨੇ। ਇਸ ਮੌਕੇ ਗਿੱਲ ਸਾਹਿਬ ਉਹਨਾਂ ਨੇ ਜਿਹੜਾ ਈਸਾਈ ਭਾਈਚਾਰਾ, ਈਸਾਈ ਧਰਮ ਦਾ ਪ੍ਰਚਾਰ ਹੋ ਰਿਹਾ ਆਪਣੇ ਪਿੰਡਾਂ 'ਚ, ਗਰਾਊਂਡ ਲੈਵਲ ਤੇ, ਵਿਹੜਿਆਂ ਦੀਆਂ ਬਸਤੀਆਂ, ਮਜ਼ਦੂਰਾਂ ਦੇ ਵਿੱਚ, ਔਰ ਉਹਦੇ ਤੇ ਆਪਣੀ ਗੱਲ ਆ ਜਿਹੜੀ ਕੀਤੀ ਕਿ ਪਿੰਡ ਪਿੰਡ ਚਰਚਾਂ ਬਣ ਰਹੀਆਂ ਨੇ, ਔਰ ਉਹਨਾਂ ਨੇ ਉਹਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਧੁਨਿਕ ਸ਼ਸਤਰ ਅਭਿਆਸ ਉਹਦੀ ਗੱਲ ਕੀਤੀ, ਜਿਹਦੇ 'ਚ ਗੱਤਕਾ, ਹੋਰ ਜਿਹੜੀਆਂ ਚੀਜ਼ਾਂ ਆਉਂਦੀਆਂ। ਇਸ ਤੋਂ ਇਲਾਵਾ ਉਹਨਾਂ ਨੇ ਸ਼ੂਟਿੰਗ ਰੇਂਜ ਦੀ ਗੱਲ ਕੀਤੀ। ਉਹ ਕਹਿੰਦੇ ਅਸੀਂ ਲੁੱਕ ਛਿਪ ਕੇ ਹਥਿਆਰਾਂ ਦੀ ਟ੍ਰੇਨਿੰਗ ਨਹੀਂ, ਖੁੱਲ੍ਹੇਆਮ ਸਿਖਲਾਈ ਦੇਵਾਂ। ਦੇਖੋ, ਇਹਦੇ ਤੇ ਬਹੁਤ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇੱਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਸੀ, ਪਰ ਉਹ ਲੋਕ ਉਦੋਂ ਚੁੱਪ ਕਰ ਜਾਂਦੇ ਨੇ ਜਦੋਂ RSS ਕੈਂਪ ਲਾਉਂਦੀ ਆ ਔਰ ਵੱਡੀ ਗਿਣਤੀ ਦੇ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਦਿੰਦੀ ਆ। ਜਾਂ ਤਾਂ ਇਹ ਹੋਵੇ ਕਿ ਹਥਿਆਰਾਂ ਦੀ ਟ੍ਰੇਨਿੰਗ ਆ ਜਿਹੜੀ ਬੰਦ ਹੋਣੀ ਚਾਹੀਦੀ ਆ। ਦੂਸਰਾ ਇਹ ਹੈਗਾ ਕਿ ਸਿੱਖ ਧਰਮ ਦਾ ਜਿਹੜਾ ਮਤਲਬ ਪੁਰਾਣੀ ਰਵਾਇਤ ਹੈ ਜੋ ਸਿੱਖ, ਉਹਦੇ ਵਿੱਚ ਗੱਤਕਾ, ਇਸ ਤੋਂ ਇਲਾਵਾ ਕਰਾਟੇ, ਹੋਰ ਬਹੁਤ ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ ਜਿਹੜੀਆਂ ਰਵਾਇਤੀ ਉਹ ਦਿੱਤੀਆਂ ਜਾਂਦੀਆਂ, ਤੀਰ ਅੰਦਾਜ਼ੀ ਵੀ। ਤਾਂ ਸ਼ੂਟਿੰਗ ਰੇਂਜ ਵਾਲੀ ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕੀਤੀ ਆ, ਆਉਣ ਵਾਲੇ ਦਿਨਾਂ 'ਚ ਹੋਰ ਵੀ ਸਪਸ਼ਟ ਕਰਨਗੇ ਇਸ ਵਿਸ਼ੇ ਦੇ ਉੱਤੇ। ਜੀ ਗੱਲ ਸਾਹਿਬ, ਸਿੱਧੂ ਮੂਸੇਵਾਲੇ ਦੇ ਕਤਲ ਦੇ ਸੰਬੰਧੀ ਹੋਰ ਗ੍ਰਿਫਤਾਰੀਆਂ ਹੋਈਆਂ ਜੀ? ਗਿੱਲ ਸਾਹਿਬ, 8 ਦਿਨ ਹੋ ਗਏ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਨੂੰ। 29 ਮਈ ਦੀ ਸ਼ਾਮ ਨੂੰ ਕਤਲ ਹੋਇਆ ਸੀ। ਅਜੇ ਤੱਕ ਹਕੀਕਤ ਇਹ ਹੈ, ਪੁਲਿਸ ਨੇ ਗ੍ਰਿਫਤਾਰੀਆਂ ਬਹੁਤ ਕੀਤੀਆਂ। ਪੰਜਾਬ ਪੁਲਿਸ ਆਪਣੇ ਪੱਧਰ ਦੇ ਉੱਤੇ ਗ੍ਰਿਫਤਾਰੀਆਂ ਕਰ ਰਹੀ ਆ, ਨੌਜਵਾਨਾਂ ਨੂੰ ਚੱਕ ਰਹੀ ਆ। ਕਈਆਂ ਦੇ ਘਰਾਂ 'ਚ ਜਿੰਦੇ ਲੱਗੇ ਹੋਏ ਨੇ, ਪਰਿਵਾਰਾਂ ਦੇ ਪਰਿਵਾਰ ਭੱਜ ਗਏ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਆਪਣੇ ਪੱਧਰ ਤੇ ਲੱਗਿਆ ਹੋਇਆ, ਉਹ ਕਿਤੇ ਨੇਪਾਲ ਜਾਂਦੇ ਨੇ, ਕਿਤੇ ਰਾਜਸਥਾਨ ਜਾਂਦੇ ਨੇ। ਜਿਹੜਾ ਲਾਰੈਂਸ ਬਿਸ਼ਨੋਈ ਆ ਉਹਨੂੰ ਜੇਲ੍ਹ 'ਚੋਂ ਲਿਆ ਕੇ ਆਪਣੇ ਕੋਲੇ ਰੱਖੀ ਬੈਠੇ ਨੇ ਰਿਮਾਂਡ ਦੇ ਉੱਤੇ। 5 ਦਿਨ ਦਾ ਪਹਿਲਾਂ ਲਿਆ ਸੀ, 5 ਦਿਨ ਦਾ ਬਾਅਦ 'ਚ ਲਿਆ। ਉਹ ਪੁੱਛਗਿੱਛ ਆਪਣੇ ਪੱਧਰ ਤੇ ਕਰ ਰਹੇ ਨੇ, ਲੇਕਿਨ 8 ਦਿਨਾਂ ਦੇ ਵਿੱਚ ਅਜੇ ਤੱਕ ਇਹ ਪੂਰੀ ਕਹਾਣੀ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕੀਆਂ ਪੁਲਿਸਾਂ ਦੋਨੇ ਵੀ ਹੋਇਆ ਕੀ ਸੀ ਉਸ ਤੇ। ਹੁਣ ਗਿੱਲ ਸਾਹਿਬ ਇਹ ਹੈ ਕਿ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕੀਤੀ ਗਈ ਹੈ ਇਸ ਵਿਸ਼ੇ ਦੇ ਉੱਤੇ ਕਿ ਆਹ 8 ਨੇ ਜਿਹੜੇ ਇਹ ਸ਼ਾਰਪ ਸ਼ੂਟਰ ਨੇ। ਉਹਨਾਂ 'ਚ ਕੁਛ ਪੰਜਾਬ ਨਾਲ ਸੰਬੰਧਿਤ ਨੇ, ਕੁਛ ਜ਼ਿਆਦਾਤਰ ਹਰਿਆਣਾ, ਰਾਜਸਥਾਨ, ਹੋਰ ਵੱਖ-ਵੱਖ ਜਿਹੜੇ ਥਾਵਾਂ ਨੇ ਉਹਨਾਂ ਨਾਲ ਸੰਬੰਧਿਤ ਨੇ। ਇੱਕ ਰੇਕੀ ਕਰਨ ਵਾਲਾ ਕੇਕੜਾ ਨਾਂ ਦਾ ਨੌਜਵਾਨ ਗ੍ਰਿਫਤਾਰ ਕੀਤਾ, ਔਰ ਇਹਦੇ ਬਾਰੇ ਆ ਕਿ ਇਹਨੇ ਰੇਕੀ ਕੀਤੀ ਸੀ ਤੋਂ ਪਹਿਲਾਂ। ਪੁਲਿਸ ਸਿੱਧੂ ਮੂਸੇਵਾਲੇ ਦੇ ਨੇੜਲਿਆਂ ਦੇ ਫੋਨ ਕਾਲਾਂ ਖੰਗਾਲ ਰਹੀ ਆ। ਇੱਕ ਗੱਲ ਸਾਹਿਬ, ਉਸ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਗਿਆ, ਇੱਕ ਘਟਨਾਕ੍ਰਮ ਵਾਪਰਿਆ। ਇੱਕ ਨੌਜਵਾਨ ਆਉਂਦਾ, ਸਿੱਧੂ ਮੂਸੇਵਾਲੇ ਨਾਲ ਸੈਲਫੀ ਲੈਂਦਾ, ਤੁਰਨ ਵੇਲੇ ਕੇਸਾਂ ਆ ਕੇ ਉਹਦੇ ਉਦੋਂ ਬਾਅਦ ਇੱਕ ਫੋਨ ਨੰਬਰ ਡਾਇਲ ਕਰਦਾ। ਉਹਦੀ ਵੀ ਪੁਲਿਸ ਆ ਜਿਹੜੀ CCTV ਫੁਟੇਜ ਤੋਂ ਬਾਅਦ ਪੁੱਛਗਿੱਛ ਵਾਲੇ ਪਾਸੇ ਨੂੰ ਵੱਧ ਰਹੀ ਆ। ਸੋ ਪੁਲਿਸ ਬਹੁਤ ਕੁਛ ਕਰ ਰਹੀ ਆ, ਲੇਕਿਨ ਕਈ ਸਵਾਲ ਜਿਹੜੇ ਬੜੇ ਅਹਿਮ ਖੜੇ ਹੁੰਦੇ ਨੇ। ਗਿੱਲ ਸਾਹਿਬ, ਉਸ ਦਿਨ ਇਹ ਸ਼ਾਮ ਦੀ ਘਟਨਾ ਹੈ, 6 ਵਜੇ ਦੇ ਆਸ-ਪਾਸ ਦੀ, ਔਰ ਸ਼ਾਮ ਨੂੰ ਦੋਸ਼ੀ ਮਾਨਸਾ ਜ਼ਿਲ੍ਹੇ ਦੇ ਵਿੱਚ ਉੱਥੋਂ ਭੱਜਦੇ ਨੇ। ਅੱਧੇ ਕੁ ਘੰਟੇ ਬਾਅਦ ਉਹ ਇੱਕ ਆਪਦੀ ਗੱਡੀ ਛੱਡ ਦਿੰਦੇ ਨੇ, ਆਲਟੋ ਕਾਰ ਖੋਹਦੇ ਨੇ। ਆਲਟੋ ਕਾਰ ਵਾਲਾ ਰੌਲਾ ਪਾਉਂਦਾ ਵੀ ਮੇਰੀ ਕਾਰ ਖੋਹ ਕੇ ਲੈ ਗਏ, ਪੁਲਿਸ ਨੂੰ ਦੱਸਦਾ। ਔਰ ਪੁਲਿਸ ਵੀ ਫਰਜ਼ ਹੀ ਬਣਦਾ ਸੀ, ਹਾਲਾਂਕਿ ਆਹ ਦਿਨਾਂ 'ਚ ਪੈਰਾਮਿਲਟਰੀ ਫੋਰਸਿਸ ਵੀ ਨੇ, ਜਿੰਨੀਆਂ ਭਗਵੰਤ ਮਾਨ ਨੇ ਮੰਗੀਆਂ ਉਨੀਆਂ ਮਿਤਸ਼ਾਨੇ ਭੇਜਤੀਆਂ, ਪੰਜਾਬ ਦੀ ਪੁਲਿਸ ਵੀ ਆ। ਲੇਕਿਨ ਉਹ ਦੋਸ਼ੀ ਸਾਰੀ ਰਾਤ ਗੱਡੀ ਲੈ ਕੇ, ਆਲਟੋ ਲੈ ਕੇ ਤੁਰੇ ਫਿਰਦੇ ਰਹੇ। ਹੁਣ ਇੱਕ ਫੁਟੇਜ ਸਾਹਮਣੇ ਆਈ ਆ, ਸਵੇਰੇ 3:15 ਵਜੇ ਮੋਗਾ ਜ਼ਿਲ੍ਹੇ ਦੇ ਇੱਕ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਰਹੇ ਆ ਉਸੇ ਆਲਟੋ 'ਚ। ਤਾਂ ਸਵਾਲ ਇਹ ਖੜਾ ਹੁੰਦਾ ਵੀ ਸਾਰੀ ਰਾਤ ਪੰਜਾਬ ਦੀ ਪੁਲਿਸ ਤੋਂ ਉਹ ਆਲਟੋ ਨਾਕਿਆਂ ਤੋਂ ਨਹੀਂ ਲੰਘੀ ਹੋਊ ਜਾਂ ਨਾਕੇ ਲਾਈ ਨਹੀਂ ਫਿਰ? ਮਤਲਬ ਮਾਨਸਾ ਤੋਂ ਮੋਗੇ ਜ਼ਿਲ੍ਹੇ ਦੇ ਵਿੱਚ ਜਾਣਾ ਔਰ ਨਾਕਿਆਂ ਤੋਂ ਦੀ ਲੰਘ ਕੇ ਜਾਂ ਹੋਰ ਥਾਵਾਂ ਤੋਂ ਦੀ ਲੰਘ ਕੇ ਗਈ ਹੋਊ ਤਾਂ ਐਂ ਮਤਲਬ ਤੇਲ ਪਵਾਉਂਦੇ ਫਿਰਦੇ ਨੇ। ਸੋ ਐਡੀ ਵੱਡੀ ਤਾਦਾਦ ਦੇ ਵਿੱਚ ਹਥਿਆਰਾਂ ਦਾ ਪੰਜਾਬ 'ਚ ਪਹੁੰਚਣਾ, ਪੰਜਾਬ ਪੁਲਿਸ ਕੋਲੇ 70,000 ਤੋਂ ਵੱਧ ਪੁਲਿਸ ਮੁਲਾਜ਼ਮ ਤੇ ਬਾਕੀ ਜਿਹੜੀਆਂ ਫੋਰਸਿਸ ਨੇ ਉਹ ਵੱਖਰੀਆਂ ਨੇ। ਸੋ ਇਹ ਸਵਾਲ ਬਹੁਤ ਨੇ ਜੀ ਇਸ ਵਿਸ਼ੇ ਦੇ ਉੱਤੇ, ਲੇਕਿਨ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕੀ ਇਸ ਵਿਸ਼ੇ ਦੇ ਉੱਤੇ ਲੈ ਕੇ ਆਉਂਦੀ ਆ। ਜੀ, ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੁਣ ਫਿਰ ਝੋਕਣ ਦੀ ਚੱਕਰ ਦੇ ਵਿੱਚ ਉਹਨਾਂ ਨਾਲ ਰਾਜਨੀਤੀ ਹੋ ਰਹੀ ਆ। ਕਲੀਅਰਲੀ ਜਿਹੜੇ ਰਾਜਨੀਤਿਕ ਬੰਦੇ ਕਦੇ ਉਹਨਾਂ ਨੂੰ ਹਿੱਲਿਆ ਹੋਇਆ ਕਹਿੰਦੇ, ਕਦੇ ਉਹਨਾਂ ਨੂੰ ਕੁਛ ਕਹਿੰਦੇ, ਕਦੇ ਉਹਨਾਂ ਨੂੰ ਕਹਿੰਦੇ ਤੁਹਾਡੇ ਵਿਚਾਰਾਂ ਨੂੰ ਤਾਂ 5,000 ਵੀ ਨਹੀਂ ਵੋਟ ਪੈਂਦੀ, ਹੁਣ ਫੁੱਫੜ ਬਣਾਈ ਬੈਠੇ ਆ। ਤੇ ਕੀ ਬਣ ਰਿਹਾ ਹੁਣ ਇਸ ਜਿਮਨੀ ਚੋਣ ਦਾ? ਦੇਖੋ ਗਿੱਲ ਸਾਹਿਬ, ਜਿਹੜੀ ਸੰਗਰੂਰ ਲੋਕ ਸਭਾ ਦੀ ਜਿਮਨੀ ਚੋਣ ਆ,
ਉਹ ਜਿਮਨੀ ਚੋਣ ਲਈ ਅੱਜ ਲਾਸਟ ਦਿਨ ਸੀਗਾ ਨਾਮਜ਼ਦਗੀਆਂ ਭਰਨ ਦਾ। ਹੂੰ। ਔਰ 23 ਜੂਨ ਨੂੰ ਵੋਟਾਂ ਪੈਣੀਆਂ, 26 ਜੂਨ ਨੂੰ ਨਤੀਜਾ ਆਉਣਾ, ਦਿਨ ਰਹਿ ਗਏ ਥੋੜੇ ਕੁ ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ। ਜ਼ੋਰ ਪੂਰਾ ਲੱਗਿਆ ਹੋਇਆ ਸਾਰੀਆਂ ਪਾਰਟੀਆਂ ਦਾ। 5 ਪਾਰਟੀਆਂ 'ਚ ਮੇਨਲੀ ਮੁਕਾਬਲਾ ਹੈਗਾ। ਆਮ ਆਦਮੀ ਪਾਰਟੀ ਨੇ ਗੁਰਮੇਲ ਸਿੰਘ ਸਰਪੰਚ ਆ ਜਿਹੜਾ ਉਹ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈਗਾ। ਦੂਜੀ ਧਿਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਆਪਣੇ ਤੌਰ ਦੇ ਉੱਤੇ ਆਪਣੇ ਏਜੰਡੇ ਦੇ ਉੱਤੇ ਆਪਣੇ ਮੁੱਦਿਆਂ ਦੇ ਉੱਤੇ ਚੋਣ ਲੜ ਰਹੇ ਨੇ। ਤੀਜੀ ਧਿਰ ਆ ਜਿਹੜੀ ਉਹ ਕਾਂਗਰਸ ਹੈ, ਜਿਹਨੇ ਦਲਵੀਰ ਸਿੰਘ ਗੋਲਡੀ ਜਿਹੜਾ ਭਗਵੰਤ ਮਾਨ ਖਿਲਾਫ ਧੂਰੀ ਤੋਂ ਚੋਣ ਲੜਿਆ ਸੀ, ਨੌਜਵਾਨ ਚਿਹਰਾ ਗਾ, ਉਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਾ। ਚੌਥੀ ਧਿਰ ਆ ਬੀਜੇਪੀ। ਬੀਜੇਪੀ ਵਾਲਿਆਂ ਨੇ ਕਾਂਗਰਸੀ ਬੈਕਗਰਾਊਂਡ ਵਾਲੇ ਕੇਵਲ ਸਿੰਘ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਿਆ। ਕੇਵਲ ਸਿੰਘ ਢਿੱਲੋਂ ਬਰਨਾਲਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਜੀ, ਔਰ ਸ਼ਰਾਬ ਦਾ ਬਹੁਤ ਵੱਡਾ ਕਾਰੋਬਾਰੀ ਹੈ, ਬਹੁਤ ਪੈਸੇ ਵਾਲਾ ਬੰਦਾ, MLA ਰਿਹਾ ਬਰਨਾਲੇ ਦਾ ਇਹ, ਔਰ ਹੁਣ ਕਾਂਗਰਸ ਛੱਡ ਕੇ ਬੀਜੇਪੀ ਚਲਿਆ ਗਿਆ। ਔਰ ਪੰਜਵੀਂ ਧਿਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਇਹਨਾਂ ਦੇ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈਗਾ। 5 ਧਿਰਾਂ ਦੇ ਵਿੱਚ ਗਿੱਲ ਸਾਹਿਬ ਮੁਕਾਬਲਾ ਹੋਣਾ। ਹੁਣ ਇਹਦੇ ਵਿੱਚ 2-3 ਪਹਿਲੂ ਨੇ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਨੂੰ ਸਿੱਧੇ ਤੌਰ ਤੇ ਫਾਇਦਾ ਹੋ ਰਿਹਾ। ਪਹਿਲੂ ਗਿੱਲ ਸਾਹਿਬ ਇਹ ਹੈ ਕਿ ਪਹਿਲੀ ਗੱਲ ਜਿਹੜੀਆਂ 5 ਧਿਰਾਂ ਨੇ ਇਹਨਾਂ ਦੇ ਵਿੱਚੋਂ ਬੀਜੇਪੀ ਨੇ ਜਿਹੜਾ ਬੰਦਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਕੇਵਲ ਸਿੰਘ ਢਿੱਲੋਂ, ਉਹ ਹੈਗਾ ਕਾਂਗਰਸ ਬੈਕਗਰਾਊਂਡ ਦਾ, ਔਰ ਸਾਰੀ ਉਮਰ ਉਹ ਕਾਂਗਰਸ ਦੇ ਵਿੱਚ ਰਿਹਾ। ਤੋ ਕਾਂਗਰਸ ਦੀ ਵੋਟ ਉਹ ਤੋੜੂਗਾ। ਕਾਂਗਰਸ ਦੀ ਵੋਟ ਉਹੀ ਬੇਸ ਹੈਗਾ ਜਿਹੜਾ ਉਹ ਗੋਲਡੀ ਦਾ, ਉਹੀ ਕੇਵਲ ਢਿੱਲੋਂ ਦਾ। ਇਸ ਕਰਕੇ ਕਾਂਗਰਸ ਦੀ ਵੋਟ ਟੁੱਟੂ। ਔਰ ਸਿਮਰਨਜੀਤ ਸਿੰਘ ਮਾਨ ਤੇ ਕਮਲਦੀਪ ਕੌਰ, ਇਹ ਦੋਨਾਂ ਦਾ ਸੇਮ ਆਧਾਰ ਆ ਵੋਟਾਂ ਦਾ। ਉਹੀ ਸਿੱਖ ਪੰਥ ਦੀਆਂ ਵੋਟਾਂ, ਉਹੀ ਗਿੱਲ ਸਾਹਿਬ ਜਿਹੜੀਆਂ ਮਤਲਬ ਸਿਮਰਨਜੀਤ ਸਿੰਘ ਮਾਨ ਨੂੰ ਕੱਟੜ ਸਿੱਖਾਂ ਦੀਆਂ ਵੋਟਾਂ ਪੈਂਦੀਆਂ ਨੇ, ਗਰਮ ਖਿਆਲੀ ਲੋਕਾਂ ਦੀਆਂ ਵੋਟਾਂ ਪੈਂਦੀਆਂ ਨੇ, ਉਹ ਕਮਲਦੀਪ ਕੌਰ ਨੂੰ ਉਹਦੇ ਵਿੱਚੋਂ ਕੁਛ ਹਿੱਸਾ ਪਵਾਉਣ ਦਾ ਯਤਨ ਆ ਜਿਹੜਾ ਉਹ ਸੁਖਬੀਰ ਬਾਦਲ ਹੋਰੀ ਕਰ ਰਹੇ ਨੇ। ਤਾਂ ਚਾਰੇ ਤਰ੍ਹਾਂ ਦੇ ਵਿੱਚੋਂ 2-2 ਥਾਂ ਵੋਟਾਂ ਨੇ ਜਿਹੜੀਆਂ ਵੰਡੀਆਂ ਜਾਣੀਆਂ ਨੇ। ਸੋ ਇਸ ਕਰਕੇ ਹਾਲਤ ਆ ਜਿਹੜੀ ਬਣੀ ਹੋਈ ਆ। ਬਾਕੀ ਅਜੇ ਗਿੱਲ ਸਾਹਿਬ ਸਥਿਤੀ ਆ ਜਿਹੜੀ ਹੋਰ ਕਲੀਅਰ ਹੋਊ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਬੀਜੇਪੀ ਇੱਕ ਬਹੁਤ ਵੱਡੇ ਪਲਾਨ ਤਹਿਤ ਚੱਲ ਰਹੀ ਆ। ਕਾਂਗਰਸ ਮੁਕਤ ਭਾਰਤ ਜਿਹੜਾ ਉਹਨਾਂ ਦਾ ਸਲੋਗਨ ਆ, ਉਹਨੂੰ ਅੱਗੇ ਵਧਾਉਂਦਿਆਂ ਤਾਂ ਬਲਵੀਰ ਸਿੰਘ ਸਿੱਧੂ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ, ਰਾਜਕੁਮਾਰ ਬੇਰਕਾ, ਕੇਵਲ ਢਿੱਲੋਂ, ਮਹਿੰਦਰ ਕੌਰ ਜੋਸ਼, ਸਰੂਪ ਚੰਦ ਸਿੰਗਲਾ, ਇਹ ਸਾਰੇ ਬੀਜੇਪੀ ਨੇ ਜੁਆਇਨ ਕਰਾ ਲਏ। ਜਾਖੜ ਹੋਰਾਂ ਨੂੰ ਪਹਿਲਾਂ ਹੀ ਕਰਾ ਕੇ। ਮਾਲਵੇ 'ਚ ਤਾਂ ਇਕੱਲਾ ਰਾਜਾ ਵੜਿੰਗ ਰਹਿ ਗਿਆ, ਨਹੀਂ ਕਾਂਗਰਸ ਦੇ ਜਿੰਨੇ ਵੱਡੇ ਚਿਹਰੇ ਸੀ ਸਾਰੇ ਬੀਜੇਪੀ ਲੈ ਗਈ। ਸੋ ਬਲਵੀਰ ਸਿੱਧੂ ਹੋਰਾਂ ਦਾ ਤਾਂ ਗਿੱਲ ਸਾਹਿਬ ਇਹ ਹਾਲ ਆ ਵੀ ਸ਼ਾਮ ਨੂੰ ਬੀਜੇਪੀ ਜੁਆਇਨ ਕਰਦੇ ਸੀ, ਸਵੇਰੇ ਇਹਨਾਂ ਨੇ ਜਿਹੜੀ ਕਾਂਗਰਸ ਦੀ ਰਾਜ ਸਭਾ ਮੈਂਬਰ ਅਮਰੀਕਾ ਸੋਨੀ, ਉਹਦੀਆਂ 25 ਲੱਖ ਰੁਪਏ ਦੀਆਂ ਮਤਲਬ ਚੈੱਕ ਨੇ ਜਿਹੜੇ ਉਹ ਵੰਡ ਰਹੇ ਸੀ ਐਜ ਏ ਕਾਂਗਰਸੀ ਮੈਨ। ਔਰ ਸਵੇਰੇ ਕਾਂਗਰਸ ਦੇ 10:30-11 ਵਜੇ ਉਹ ਚੈੱਕ ਵੰਡੇ, ਕਾਂਗਰਸ ਦੀਆਂ ਰੈਲੀਆਂ ਕੀਤੀਆਂ, ਔਰ ਸ਼ਾਮ ਨੂੰ ਜਿਹੜਾ ਬੀਜੇਪੀ ਵਿੱਚ ਜੁਆਇਨ ਕਰ ਰਹੇ ਸੀ। ਹਾਲਾਂਕਿ ਇਹਨੂੰ ਲੈ ਕੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ ਵੀ ਹੈਗਾ ਕਿ ਬੀਜੇਪੀ ਦੇ ਵਿੱਚ ਤਾਂ ਗਏ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਫਾਈਲ ਬਣਾਈ ਫਿਰਦਾ, ਔਰ ਉਹ ਫਾਈਲ ਦੇ ਵਿੱਚ ਇਹਨਾਂ ਸਾਰਿਆਂ ਦੇ ਕਿੱਸੇ ਨੇ, ਔਰ ਉਸ ਕਿੱਸਿਆਂ ਤੋਂ ਡਰਦਿਆਂ ਨੇ ਕਿ ਈਡੀ ਨਾ ਆ ਜੇ, CBI ਨਾ ਆ ਜੇ, ਤਾਂ ਉਸ ਕਰਕੇ ਸਾਰੇ ਬੀਜੇਪੀ 'ਚ ਭੱਜ ਗਏ। ਪਰ ਹੁਣ ਰਾਜਾ ਵੜਿੰਗ ਵੀ ਟਾਰਾ ਮਾਰ ਰਿਹਾ। ਉਹ ਕਹਿੰਦਾ ਮੈਨੂੰ ਅੱਜ ਉਹਨੇ ਮਤਲਬ ਸਿੱਧੇ ਹੀ ਕਾਂਗਰਸ ਦੇ ਇੰਚਾਰਜ ਦੇ ਮੂਹਰੇ ਕਹਿਤਾ ਕਿ ਮੈਨੂੰ ਕਿਤੇ ਐ ਨਾ ਹੋਵੇ ਹੁਣ ਤੁਸੀਂ 3 ਸਾਲ ਨੂੰ ਚੱਕ ਕੇ ਪਰੇ ਮਾਰੋ, ਫਿਰ ਲੋਕ ਤੁਹਾਡੇ ਪਿੱਛੇ ਪੈਣਗੇ, ਖਿਲਾਰੇ ਪਾ ਦੇਣਗੇ। ਤਾਂ ਅਜਿਹੀ ਹਾਲਤ ਦੇ ਵਿੱਚ ਕਾਂਗਰਸ ਬਾਰੇ ਤਾਂ ਇਹ ਵੀ ਪਤਾ ਲੱਗ ਰਿਹਾ ਵੀ ਉਹਨਾਂ ਦਾ ਤਾਂ ਕੋਈ ਕੈਂਡੀਡੇਟ ਨਹੀਂ ਸੀ ਖੜਨ ਨੂੰ ਤਿਆਰ। ਗੋਲਡੀ ਨੂੰ ਮਨਾਇਆ, ਵਿਜੇਂਦਰ ਸਿੰਗਲਾ ਨੂੰ ਕਹਿੰਦੇ ਸੀ ਤੂੰ ਲੜ ਲਾ, ਹੋਰ ਨੂੰ ਕਹਿੰਦੇ ਸੀ, ਗੋਲਡੀ ਨੂੰ ਵੀ ਮਤਲਬ ਮਨਾ ਕੇ ਖੜਾ ਕੀਤਾ। ਪਹਿਲਾਂ ਕਾਂਗਰਸ ਰਾਜਨੀਤੀ ਕਰ ਰਹੀ ਸੀ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੂੰ ਜਿਹੜਾ ਚੋਣ ਲੜਾਉਣ ਵਾਲੇ ਗੱਲਾਂ ਕਰ ਰਹੀ ਜੀ। ਗੱਲ ਤਾਂ ਇਹਨਾਂ ਦਾ ਕਾਹਦਾ ਧਿਰਗ ਹੈ ਇਹ ਬੰਦੇ ਕਾਂਗਰਸੀਆਂ ਦਾ? ਧਿਰਗ ਤਾਂ ਖੈਰ ਪਹਿਲਾਂ ਵੀ ਨਹੀਂ ਸੀ ਇਹਨਾਂ ਦਾ। ਕਾਤਲ ਜਮਾਤ ਦੇ ਨਾਲ ਇਹ ਤੁਰੇ ਫਿਰਦੇ ਸੀ, ਭੀੜੀਆਂ ਪਜਾਮੀਆਂ ਪਾਈ। ਹੁਣ ਮਾੜਾ ਜੇ ਸਤਾ ਹੱਥ 'ਚੋਂ ਨਿਕਲੀ ਤੇ ਦੇਖ ਕਿੱਥੇ ਜਾ ਕੇ ਖੜੇ ਨੇ। 17 72 ਦੇ ਵਰਿਆਂ ਦੇ ਜਿਹੜੇ ਨੇ ਜਾਖੜ ਵਰਗੇ ਹਲੇ ਰਾਜਨੀਤਿਕ ਜ਼ਮੀਨ ਟੋਲਦੇ ਆ। ਅੱਛਾ, ਇੱਕ ਇਹ ਦੱਸਿਓ ਕਿ ਅਖਬਾਰ ਸਾਰੇ ਖੋਲ੍ਹ ਕੇ ਵੇਖ ਲਏ, ਮੁਹੰਮਦ ਸਾਹਿਬ ਦੇ ਬਾਰੇ ਟਿੱਪਣੀ ਦੀ ਗੱਲ ਹੋ ਰਹੀ ਹੈ, ਪਰ ਟਿੱਪਣੀ ਕੀਤੀ ਕੀ ਹੈ ਇਹਦਾ ਨਹੀਂ ਪਤਾ ਲੱਗ ਰਿਹਾ। 80-85 ਅਰਬ ਡਾਲਰ ਦਾ ਵਪਾਰ ਹੈ 6 ਖਾੜੀ ਦੇਸ਼ਾਂ ਦੇ ਨਾਲ, ਅਤੇ 2 ਕਰੋੜ ਦੇ ਕਰੀਬ ਭਾਰਤੀ ਉੱਥੇ ਰੋਟੀ ਖਾਂਦੇ ਆ। ਦੁਬਈ ਦੇ ਵਿੱਚ ਬਹੁਤ ਅਮੀਰ ਭਾਰਤ ਦੇ ਲੋਕ ਵਸਦੇ ਆ, ਅਤੇ ਅਮਾਨ ਦੇ ਵਿੱਚ, ਕਤਰ, ਬਹਿਰੀਨ, ਸਾਊਦੀ ਅਰਬ ਦੇ ਵਿੱਚ ਸਾਰੇ। ਕਿਹਾ ਕੀ ਹੈ ਹਜ਼ਰਤ ਸਾਹਿਬ ਦੇ ਬਾਰੇ ਇਸ ਬੀਜੇਪੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੇ? ਗਿੱਲ ਸਾਹਿਬ ਦੇਖੋ, ਉਹ ਜੋ ਉਹਨਾਂ ਨੇ ਐਗਜ਼ੈਕਟ ਕਿਹਾ ਉਹ ਤਾਂ ਉਹਨਾਂ ਨੇ ਇੱਕ ਚੈਨਲ ਦੇ ਉੱਤੇ ਗੱਲਬਾਤ ਕਰਦਿਆਂ ਜਿਹੜਾ ਕਿਹਾ
ਉਦੋਂ ਬਾਅਦ ਉਹ ਰੋਕ ਦਿੱਤੀ ਗਈ ਵੀਡੀਓ, ਉਹ ਆਮ ਲੋਕਾਂ ਤੱਕ ਨਹੀਂ ਪਹੁੰਚੀ। ਪਰ ਅਰਬ ਕੰਟਰੀਜ਼ ਦੇ ਵਿੱਚ ਉਹ ਵੀਡੀਓ ਹੈਗੀ ਜਿਹੜੀ ਉਹ ਲਗਾਤਾਰ ਵਾਇਰਲ ਹੋ ਰਹੀ ਆ। ਔਰ ਅਜਿਹੀ ਟਿੱਪਣੀ ਉਹਨਾਂ ਨੇ ਕੀਤੀ ਹੈ ਜਿਹੜੀ ਉਹ ਬਹੁਤ ਇਤਰਾਜ਼ਯੋਗ ਜਿਹੜੀ ਹੈਗੀ ਉਹ। ਔਰ ਮੁਹੰਮਦ ਹਜ਼ਰਤ ਸਾਹਿਬ ਦੀ ਇੱਕ ਤਰੀਕੇ ਦੇ ਨਾਲ ਉਹਦੇ ਵਿੱਚ ਜਿਹੜੀ ਹੈਗੀ ਉਹ ਬਦਖੋਈ ਕਰਨ ਵਾਲੀ ਨੀਤੀ ਜਿਹੜੀ ਨਜ਼ਰ ਆ ਰਹੀ ਹੈ। ਔਰ ਇਹਦੇ 'ਚ ਇੱਕ ਤਾਂ ਦਿੱਲੀ ਦਾ ਜਿਹੜਾ ਇਹਨਾਂ ਦਾ ਮੀਡੀਆ ਇੰਚਾਰਜ ਹੈ ਨਵੀਨ ਕੁਮਾਰ ਜਿੰਦਲ, ਉਹਨੇ ਤਾਂ ਟਵਿੱਟਰ ਦੇ ਉੱਤੇ ਪੋਸਟ ਕੀਤੀ ਸੀਗੀ ਉਦੋਂ ਪਹਿਲਾਂ, ਕਿਉਂਕਿ ਉਹ ਤਾਂ ਮਤਲਬ ਨੂਪੁਰ ਸ਼ਰਮਾ ਜਿਹੜੀ ਇਹਨਾਂ ਦੀ ਮੇਨ ਬੁਲਾਰਾ ਆ ਗਈ, ਉਹਨੇ ਟਿੱਪਣੀ ਕੀਤੀ ਸੀਗੀ। ਉਦੋਂ ਬਾਅਦ ਹਾਹਾਕਾਰ ਮਚ ਗਈ ਅਰਬ ਕੰਟਰੀਜ਼ ਦੇ ਵਿੱਚ। ਔਰ ਐਡਾ ਵੱਡਾ ਵਪਾਰ ਉਹਨਾਂ ਨੇ ਕਹਿਤਾ ਵੀ ਅਸਲ ਦੇ ਵਿੱਚ ਗਿੱਲ ਸਾਹਿਬ ਇਹ ਜਿਸ ਤਰ੍ਹਾਂ ਦਾ ਪਿਛਲੇ ਦਿਨਾਂ ਤੋਂ ਮਾਹੌਲ ਬਣਿਆ ਹੋਇਆ ਮੁਸਲਿਮ ਭਾਈਚਾਰੇ ਦੇ ਖਿਲਾਫ ਭਾਰਤ ਦੇ ਵਿੱਚ, ਤਾਂ ਕਿਤੇ ਨਮਾਜ਼ ਅਦਾ ਕਰਨ ਦੇ ਉੱਤੇ ਖੁੱਲ੍ਹੇਆਮ ਰੋਕ ਲਾਈ ਜਾ ਰਹੀ ਹੈ, ਕਿਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ, ਆਪਾਂ ਨੂੰ ਪਤਾ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਬਣੇ ਹੋਏ ਨੇ ਗੁਜਰਾਤ ਤੋਂ ਲੈ ਕੇ ਅੱਜ ਤੱਕ। ਤਾਂ ਉਸ ਤੋਂ ਬਾਅਦ ਹੁਣ ਜਿਹੜਾ ਇਹ ਬੀਜੇਪੀ ਦੇ ਲੀਡਰਾਂ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਤਾਂ ਪੱਛਮੀ ਮੁਲਕਾਂ ਦਾ ਵੀ ਬਹੁਤ ਵੱਡਾ ਦਬਾਅ ਬੀਜੇਪੀ ਦੇ ਉੱਤੇ ਪਿਆ। ਔਰ ਜਿਹੜੇ ਇਹ ਖਾੜੀ ਦੇਸ਼ ਨੇ, ਖਾੜੀ ਦੇਸ਼ਾਂ ਨੇ ਤਾਂ ਕਈ ਥਾਵਾਂ ਦੇ ਉੱਤੇ ਭਾਰਤ ਦੇ ਰਾਜਦੂਤ ਤਲਬ ਕਰਕੇ ਉਹਨਾਂ ਨੂੰ ਕਿਹਾ ਮਾਫੀ ਮੰਗੋ। ਸਭ ਤੋਂ ਪਹਿਲਾਂ ਕਤਰ ਨੇ ਇਸ ਵਿਸ਼ੇ ਦੇ ਵਿੱਚ ਜਿਹੜੀ ਆ ਉਹ ਸਖਤੀ ਵਰਤੀ। ਕਤਰ ਨੇ ਜਿਹੜਾ ਪੈਗੰਬਰ ਮੁਹੰਮਦ ਸਾਹਿਬ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਤੋਂ ਮਗਰੋਂ ਜਿਹੜੇ ਪੱਛਮੀ ਏਸ਼ੀਆਈ ਮੁਲਕਾਂ ਦੇ ਵਿੱਚ ਇਹਦਾ ਤਿੱਖਾ ਪ੍ਰਤੀਕਰਮ ਆ ਜਿਹੜਾ ਉਹ ਸ਼ੁਰੂ ਕਰਾਇਆ। ਔਰ ਕਤਰ ਨੇ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਕਿਹਾ ਮਾਫੀ ਮੰਗੋ ਇਸ ਵਿਸ਼ੇ ਦੇ ਉੱਤੇ। ਔਰ ਜਿਹੜਾ 58 ਮੁਲਕਾਂ ਦਾ ਇੱਕ ਸਮੂਹ ਆ ਗਿੱਲ ਸਾਹਿਬ ਖਾੜੀ ਮੁਲਕਾਂ ਦਾ, ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ। ਉਦੋਂ ਬਾਅਦ ਬੀਜੇਪੀ ਨੇ ਦੋਨਾਂ ਨੂੰ ਸਸਪੈਂਡ ਕਰਤਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਦੇ ਲੀਡਰਾਂ। ਪਰ ਹਜੇ ਵੀ ਖਾੜੀ ਦੇਸ਼ਾਂ ਦੇ ਵਿੱਚ ਵਿਰੋਧ ਹੋ ਰਿਹਾ। ਉਹ ਕਹਿੰਦੇ ਸਸਪੈਂਡ ਕਰਨਾ ਪਾਰਟੀ ਚੋਂ ਕਿੱਡੀ ਕੀ ਗੱਲ ਆ, ਇਹਨਾਂ ਨੂੰ ਫੜ ਕੇ ਇਹਨਾਂ ਦੇ ਉੱਤੇ ਕੇਸ ਦਰਜ ਕਰੋ ਔਰ ਸਖਤ ਕਾਰਵਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ। ਦੇਖੋ ਇਹ ਪੈਗੰਬਰ ਮੁਹੰਮਦ ਸਾਹਿਬ ਬਾਰੇ ਜਿਹੜੀਆਂ ਟਿੱਪਣੀਆਂ ਕੀਤੀਆਂ ਉਦੋਂ ਬਾਅਦ ਭਾਰਤ ਦੇ ਜਿਹੜਾ ਸਾਊਦੀ ਅਰਬ ਤੇ ਕੁਵੈਤ ਵਰਗੇ ਦੇਸ਼ਾਂ ਨਾਲ ਰਿਸ਼ਤੇ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ, ਤੇਲ ਦੇ ਉੱਤੇ ਬਹੁਤ ਵੱਡਾ ਅਸਰ ਪੈ ਸਕਦਾ। ਕਈ ਸਟੋਰਾਂ ਦੇ ਵਿੱਚ ਤਾਂ ਭਾਰਤੀ ਸਮਾਨ ਨੂੰ ਉਹਨਾਂ ਨੇ ਕੱਢ ਕੇ ਵਿਰੋਧ ਦੇ ਵਜੋਂ ਬਾਹਰ ਧਰਤਾ। ਬਹੁਤ ਕੁਛ ਦਾਅ ਤੇ ਲੱਗ ਚੁੱਕਿਆ ਗਿੱਲ ਸਾਹਿਬ। ਲੇਕਿਨ ਬੀਜੇਪੀ ਦੇ ਕੋਲੇ ਕੁਛ ਲੀਡਰ ਜਿਹੇ ਨੇ, ਸਾਧਵੀ ਪ੍ਰਗਿਆ ਵਰਗੇ ਹੋਰ, ਉਹ ਹਰ ਦਿਨ ਜਦੋਂ ਬੋਲਦੇ ਨੇ ਬਿਨਾਂ ਸੋਚੇ ਸਮਝੇ ਜੋ ਮੂੰਹ ਚ ਆਇਆ ਬੋਲਦਾ ਜੀ। ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਬਿਮਾਰ ਹੋ ਗਏ ਜੀ? ਜੀ ਗਿੱਲ ਸਾਹਿਬ, ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਬਿਮਾਰ ਹੋ ਗਏ ਜੀ। ਬਿਮਾਰ ਹੋਣ ਤੋਂ ਬਾਅਦ ਜੇਲ੍ਹ ਦੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ। ਉੱਥੇ ਮੁੱਢਲੀ ਜਾਂਚ ਤੋਂ ਬਾਅਦ ਪੂਰੇ ਪ੍ਰਬੰਧ ਨਾ ਹੋਣ ਕਰਕੇ PGI ਰੈਫਰ ਕਰ ਦਿੱਤਾ ਗਿਆ। PGI ਦੇ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰ ਲਿਆ। ਫੈਟੀ ਲਿਵਰ ਤੇ ਖੂਨ ਦੀਆਂ ਗੰਢਾਂ ਬਣਨ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਆਈ ਆ। ਪਤਾ ਲੱਗਿਆ ਗਿੱਲ ਸਾਹਿਬ ਪੈਰ ਦੇ ਵਿੱਚ ਖੂਨ ਦੀਆਂ ਗੰਢਾਂ, ਕਲੌਟਸ ਜਿਹੜੇ ਨੇ ਉਹ ਬਣੇ ਨੇ। ਔਰ ਇਸ ਤੋਂ ਇਲਾਵਾ ਫੈਟੀ ਲਿਵਰ, ਜਿਹਨੂੰ ਜਿਗਰ 'ਚ ਮਾਸ ਵਧਣਾ ਆਪਾਂ ਦੇਸੀ ਭਾਸ਼ਾ 'ਚ ਕਹਿ ਦਿੰਦੇ ਆ, ਉਹ ਪ੍ਰੋਬਲਮ ਆਈ ਆ। ਤਾਂ ਖੂਨ ਦੇ ਸੈਂਪਲ ਲਏ ਨੇ ਔਰ PGI ਦੇ ਵਿੱਚ ਉਹ ਦਾਖਲ ਨੇ ਜੀ। ਅੱਛਾ, ਇਹਦੇ ਨਾਲ ਹੀ ਇਹ ਦੱਸੋ ਵੀ ਤਹਿਸੀਲਦਾਰਾਂ ਦੇ ਨਾਲ ਸਰਕਾਰ ਵਿਗੜੀ ਬੈਠੀ ਹੈ ਜੀ? ਜੀ ਗਿੱਲ ਸਾਹਿਬ, ਅਸਲ ਜਿਹੜਾ ਇਹਨਾਂ ਦੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਅੱਜ 21 ਮਾਲ ਅਫਸਰਾਂ ਦੇ ਤਬਾਦਲੇ ਕਰਤੇ। ਇਹਨਾਂ ਦਾ ਕੰਮ ਉਹ ਆ ਵੀ ਪੁਲਿਸ ਵਾਲੇ ਤਾਂ ਚੱਕ ਕੇ ਇੱਧਰੋਂ ਬਦਲ ਦਿੰਦੇ ਨੇ, ਉੱਧਰੋਂ ਇੱਧਰ DC ਬਦਲ ਦਿੰਦੇ ਨੇ, ਉੱਧਰੋਂ ਇੱਧਰ। ਪਟਵਾਰੀ ਪਿਛਲੇ ਦਿਨ ਹੜਤਾਲ ਤੇ ਰਹੇ, ਉਦੋਂ ਬਾਅਦ ਪਟਵਾਰੀਆਂ ਦੀ ਕਮੀ ਹੋ ਗਈ। ਕਹਿੰਦੇ ਚਲੋ ਜੀ ਆਪਾਂ ਠੇਕੇ ਤੇ 25,000 ਰੁਪਏ ਤੇ ਪਟਵਾਰੀ ਭਰਤੀ ਕਰ ਲਓ, ਰਿਟਾਇਰ ਹੋਏ ਬਾਪੂ। ਤਾਂ ਹੁਣ ਤਹਿਸੀਲਦਾਰ ਹੜਤਾਲ ਦੇ ਉੱਤੇ ਨੇ। ਤਹਿਸੀਲਦਾਰਾਂ ਦੀ ਹੜਤਾਲ ਆ ਜਿਹੜੀ ਉਹ ਇਸ ਕਰਕੇ ਇਹਨਾਂ ਨੇ 2 ਤਹਿਸੀਲਦਾਰ ਸਸਪੈਂਡ ਕਰਤੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ। ਹੁਣ ਗਿੱਲ ਸਾਹਿਬ ਇਹ ਜਿਹੜਾ ਮਹਿਕਮਾ ਮਾਲ ਵਿਭਾਗ ਦਾ, ਇਹ ਕਰਪਸ਼ਨ ਇਹਦੇ ਵਿੱਚ ਆਮ ਆ। ਮਤਲਬ 1% ਨੂੰ ਤਾਂ ਕਰਪਸ਼ਨ ਹੀ ਨਹੀਂ ਗਿਣਦੇ। ਇਹੋ ਜਿਹਾ ਵਿਭਾਗ ਹੀ ਬਣ ਚੁੱਕਿਆ ਹੈਗਾ। ਉਹਨੂੰ ਤਾਂ ਐਂ ਗਿਣਦੇ ਨੇ ਵੀ ਸਾਡਾ ਹੱਕ ਆ, ਹਾਲਾਂਕਿ ਉਹ ਹੈ ਬਹੁਤ ਗਲਤ। ਰਜਿਸਟਰੀ ਕਰਾਉਣੀ ਆ, ਮਤਲਬ ਕੋਈ ਸਾਈਨ ਕਰਾਉਣੇ, ਅਰਜੀ ਨਵੀਸ ਕੋਲੇ ਜਾਓ, ਟਾਈਪਿੰਗ ਵਾਲੇ ਕੋਲੇ, ਉਹਦੀ ਕਹਿ ਦੂ ਜੀ 1% ਦਾ ਤਹਿਸੀਲਦਾਰ ਸਾਹਿਬ ਲੈਣਗੇ। ਹੁਣ ਜੋ ਸਰਕਾਰ ਥੋੜੀ ਸਖਤੀ ਕੀਤੀ, ਹੜਤਾਲ ਤੇ ਚਲੇ ਗਏ। ਹੁਣ ਇਹਨਾਂ ਦੀ ਹੜਤਾਲ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ, ਕਈ ਦਿਨ ਹੋ ਗਏ। ਲੋਕ ਖੱਜਲ ਖੁਆਰ ਹੋ ਰਹੇ ਆ, ਤਹਿਸੀਲਾਂ 'ਚ ਕੋਈ ਕੰਮ ਨਹੀਂ ਹੋ ਰਿਹਾ। ਡਿਪੈਂਡ ਸਾਰਾ ਕੁਛ ਇਹਨਾਂ ਦੇ ਉੱਤੇ ਆ। ਨੰਬਰਦਾਰ, ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ ਇਹਨਾਂ ਦੀ ਮਤਲਬ ਇੱਕ ਸਾਰੀ ਪ੍ਰਕਿਰਿਆ ਰੁਕ ਜਾਂਦੀ ਆ। ਸੋ ਅੱਜ ਸਰਕਾਰ ਤਖਤ ਹੋਈ ਹੈ ਜੀ, ਔਰ ਪੰਜਾਬ ਸਰਕਾਰ ਨੇ ਇੱਕ ਚਿੱਠੀ ਜਾਰੀ ਕੀਤੀ ਹੈ
ਜਿਹਦੇ 'ਚ ਕਿਹਾ ਗਾ ਕਿ ਤਹਿਸੀਲਦਾਰਾਂ ਨੂੰ ਨੋ ਵਰਕ ਨੋ ਪੇ, ਜੇ ਕੰਮ ਤੇ ਨਹੀਂ ਆਓਗੇ ਤਾਂ ਤਨਖਾਹ ਕੱਟਾਂਗੇ। ਦੂਜਾ ਇਹ ਕਿ ਤੁਹਾਡੇ ਜਿਹੜੇ ਸਰਵਿਸ ਆ ਉਹ 'ਚ ਬ੍ਰੇਕ ਪਾਵਾਂਗੇ। ਫਿਰ ਹੁਣ ਤੁਸੀਂ ਦੇਖੋ ਗਿੱਲ ਸਾਹਿਬ, ਇਹ ਤਹਿਸੀਲਦਾਰ ਆ ਜਿਹੜੇ ਇਹ ਆ ਵੀ ਸਕਦੇ ਨੇ, ਕਿਉਂਕਿ ਸੰਘਰਸ਼ ਲੜਨਾ ਵੀ ਇਮਾਨਦਾਰ ਬੰਦਿਆਂ ਦਾ ਕੰਮ ਹੁੰਦਾ ਜੀ। ਅੱਛਾ, ਬੈਠਕ ਹੋ ਰਹੀ ਹੈ ਜੀ ਪੰਜਾਬ ਸਰਕਾਰ ਦੀ, ਤੇ ਵਾਧਾ ਹੋ ਸਕਦਾ ਵਜ਼ਾਰਤ ਦੇ ਵਿੱਚ? ਵਾਧਾ ਹੋ ਸਕਦਾ ਜੀ। ਵੈਸੇ ਵੀ 17 ਜਿਹੜੇ ਨੇ ਉਹ ਮੰਤਰੀ ਭਗਵੰਤ ਮਾਨ ਹੋਰੀ ਬਣਾ ਸਕਦੇ ਸੀ, ਇਹਨਾਂ ਨੇ 10 ਹੀ ਬਣਾਏ, 7 ਤੋਂ 2 ਰਹਿ ਗਏ। ਕਈ ਅਜੇ ਤੱਕ ਗੁੱਸੇ ਹੋਏ ਫਿਰਦੇ ਨੇ, ਕਈ ਤਾਂ ਗਿੱਲ ਸਾਹਿਬ ਉਦੋਂ ਦੇ ਦੀਨੇ ਹੀ ਘੱਟ ਨੇ, ਜਿਹੜੇ ਮਤਲਬ ਪਹਿਲਾਂ ਜਿਹਨਾਂ ਨੂੰ ਲੱਗਦਾ ਸੀ ਵੀ ਸਾਡੀ ਸਰਕਾਰ ਬਣ ਦਿਓ, ਸਾਡੀ ਪੂਰੀ ਚੱਲੂ। ਇੱਕ ਬਠਿੰਡੇ ਕਨੀ ਦੀ ਬੀਬੀ MLA ਬਣੀ, ਉਹਨੂੰ ਪੂਰਾ ਹੈ ਵੀ ਮੈਂ ਤਾਂ ਮੰਤਰੀ ਬਣੂਗੀ, ਮੰਤਰੀ ਬਣਾਈ ਨਹੀਂ ਉਦੋਂ ਦੀ। ਤੁਸੀਂ ਦੇਖੋ ਕਿਤੇ ਨਜ਼ਰ ਨਹੀਂ ਆਈ, ਉਹ ਰੁੱਸ ਗਈ। ਕਈ ਰੁੱਸੇ ਬੈਠੇ ਨੇ। ਤੇ ਹੁਣ ਗਿੱਲ ਸਾਹਿਬ ਇਹਨਾਂ ਦੀ ਕੱਲ੍ਹ ਨੂੰ ਕੈਬਨਿਟ ਦੀ ਮੀਟਿੰਗ ਆ। ਕੈਬਨਿਟ ਮੀਟਿੰਗ ਦੇ ਵਿੱਚ ਲੱਗਦਾ 4 ਜਾਂ 5 ਹੋਰ ਨਵੇਂ ਮੰਤਰੀ ਬਣਾਏ ਜਾ ਸਕਦੇ ਨੇ। ਬਜਟ ਇਜਲਾਸ ਸ਼ੁਰੂ ਕਰਨਾ ਇਹਨਾਂ ਨੇ, ਲੱਗਦਾ 17 ਜੂਨ ਤੋਂ ਬਜਟ ਇਜਲਾਸ ਤੇ ਸ਼ੁਰੂ ਕਰਨ ਵਾਲੇ ਪਾਸੇ ਨੂੰ ਵਧਣਗੇ, ਕਿਉਂਕਿ ਸੰਗਰੂਰ ਦੀ ਜਿਮਨੀ ਚੋਣ ਦੇ ਸੰਬੰਧੀ ਇਹ ਬਹੁਤ ਵੱਡੇ ਫੈਸਲੇ ਲੈ ਸਕਦੇ ਨੇ। ਇਹਨਾਂ ਨੂੰ ਲੱਗਦਾ ਗਾ ਕਿ ਸੰਗਰੂਰ ਦੀ ਜਿਮਨੀ ਚੋਣ ਜਿੱਤਣਾ ਇਹਨਾਂ ਦੇ ਲਈ ਬਹੁਤ ਵੱਡੀ ਗੱਲ ਆ, ਔਰ ਉਹਦੇ ਕਰਕੇ ਹੁਣ ਕੁਛ ਵਿਧਾਇਕਾਂ ਨੂੰ ਵੀ ਕੁਛ ਕੀਤਾ ਜਾ ਸਕਦਾ। ਬਾਕੀ ਇਹ ਭਗਵੰਤ ਮਾਨ ਕੋਲੇ ਬਹੁਤ ਮਹਿਕਮੇ ਨੇ, 27 ਦੇ ਲਗਭਗ ਮਹਿਕਮੇ ਇਕੱਲਾ ਬੰਦਾ ਰੱਖੀ ਬੈਠਾ। ਸਿਹਤ ਵਿਭਾਗ ਵੀ ਆ, ਸਿਹਤ ਮੰਤਰੀ ਦੇ ਸਸਪੈਂਡ ਹੋਣ ਤੋਂ ਬਾਅਦ, ਜੇਲ੍ਹ ਭੇਜਣ ਤੋਂ ਬਾਅਦ ਭਗਵੰਤ ਮਾਨ ਕੋਲੇ ਆ ਗਿਆ, ਵੱਡਾ ਵਿਭਾਗ ਆ। ਤੇ ਇੰਨੇ ਵਿਭਾਗਾਂ ਦਾ ਗਿੱਲ ਸਾਹਿਬ ਯਾਦ ਰੱਖਣਾ, ਚੇਤਾ ਰੱਖਣਾ ਵੱਡੀ ਗੱਲ ਹੈ। ਸੋ ਇਸ ਕਰਕੇ ਨਵੀਂ ਟੀਮ ਬਣਾਉਣੀ ਬਣਦੀ ਆ। ਵੈਸੇ ਵੀ ਕੇਂਦਰੀਕਰਨ ਹੈਗਾ ਜਿਹੜਾ ਤਾਕਤ ਦਾ, ਉਹ ਨਹੀਂ ਹੋਣਾ ਚਾਹੀਦਾ, ਤਾਕਤ ਵੰਡੀ ਜਾਣੀ ਚਾਹੀਦੀ ਆ। ਸਾਰਿਆਂ ਦਾ ਤਾਕਤ ਜੇ ਵੰਡੀ ਜਾਵੇ ਤਾਂ ਚੰਗੀ ਗੱਲ ਹੈ। ਸੋ ਇਹਦੇ ਤੇ ਕੈਬਨਿਟ ਮੀਟਿੰਗ ਤੇ ਕੱਲ੍ਹ ਨੂੰ ਦੀ ਤੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਰਹਿਣਗੀਆਂ ਜੀ। ਗਿੱਲ ਸਾਹਿਬ, ਘੱਲੂਘਾਰੇ ਦੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਲੋਕਾਂ 'ਚ ਵਿਚਰਦੇ ਹੋ, ਕਿਸੇ ਪਿੰਡ 'ਚ, ਸਭਾ ਸੁਸਾਇਟੀ 'ਚ, ਕਿਤੇ ਦੋਸਤਾਂ ਮਿੱਤਰਾਂ 'ਚ। 38 ਵਰ੍ਹੇ ਪਹਿਲਾਂ ਇਸ ਘੱਲੂਘਾਰੇ ਦੇ ਬਾਰੇ ਕੋਈ ਗੱਲਬਾਤ ਚੱਲਦੀ ਆ ਕਿ ਕੋਈ ਫਰਕ ਜਿਹਾ ਨਹੀਂ ਹੈ? ਗਿੱਲ ਸਾਹਿਬ, ਗੱਲਬਾਤ ਤਾਂ ਚੱਲਦੀ ਆ ਪੰਜਾਬ ਦੇ ਵਿੱਚ। ਠੀਕ ਆ ਕਿ ਅੱਜ ਪ੍ਰਵਾਸ ਦਾ ਰੁਝਾਨ ਹੈ, ਪੰਜਾਬ ਪ੍ਰਵਾਸ ਬਹੁਤ ਵੱਡੀ ਤਾਦਾਦ ਦੇ ਵਿੱਚ ਹੋ ਰਿਹਾ, ਚਾਰੇ ਪਾਸੇ ਪ੍ਰਵਾਸ ਦੀਆਂ ਗੱਲਾਂ ਹੋ ਰਹੀਆਂ ਨੇ। ਪਰ ਜੋ 38 ਸਾਲ ਪਹਿਲਾਂ ਵਾਪਰਿਆ ਉਹਦੇ ਜ਼ਖਮ ਅਜੇ ਵੀ ਅੱਲੇ ਨੇ। ਮਤਲਬ ਯੂਥ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਗੱਲ ਜ਼ਾਹਰ ਹੈਗੀ ਆ। ਬਾਕੀ ਕਿਸਾਨ ਜਥੇਬੰਦੀਆਂ ਦੇ ਵਿੱਚੋਂ 32 ਚੋਂ ਅੱਜ ਇੱਕ ਜਥੇਬੰਦੀ ਨੇ ਗਿੱਲ ਸਾਹਿਬ ਜ਼ਿਲ੍ਹਾ ਪੱਧਰ ਤੇ ਧਰਨੇ ਵੀ ਦਿੱਤੇ ਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਾਲਿਆਂ ਨੇ, ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮਾਫੀ ਮੰਗੇ। 1984 ਦੇ ਵਿੱਚ ਜੋ ਹਮਲਾ ਹੋਇਆ, ਪ੍ਰਧਾਨ ਮੰਤਰੀ ਦੀ ਕੁਰਸੀ ਉਹੀ ਹੈ। ਇਸ ਤੋਂ ਇਲਾਵਾ ਬੰਦੀ ਸਿੰਘ ਰਿਹਾ ਕੀਤੇ ਜਾਣ। ਇਸ ਤੋਂ ਇਲਾਵਾ ਜੋ ਅਜੇ ਤੱਕ ਦੋਸ਼ੀ ਬਾਹਰ ਦੰਦਨਾਉਂਦੇ ਫਿਰਦੇ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਕੀਤਾ ਜਾਵੇ। ਇਸ ਸਮੇਤ ਕਈ ਮੰਗਾਂ ਨੇ ਜਿਹੜੀਆਂ ਉਹ ਉਠਾਈਆਂ ਗਈਆਂ ਨੇ। ਬਾਕੀ ਇਹ ਗੱਲ ਗਿੱਲ ਸਾਹਿਬ, ਜਿਹੜੇ ਘੱਲੂਘਾਰਾ ਤੀਜਾ ਵਾਪਰਿਆ, ਉਸ ਦੇ ਅਜੇ ਤੱਕ ਵੀ ਜਿਹੜਾ ਇਨਸਾਫ ਲੋਕਾਂ ਨੂੰ ਨਹੀਂ ਮਿਲਿਆ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਦਿੱਲੀ ਦੀਆਂ ਸੜਕਾਂ ਦੇ ਉੱਤੇ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਹਰ ਸਰਕਾਰ ਅਸੀਂ ਇਨਸਾਫ ਦੇਣਾ, ਬਹੁਤ ਸਾਰੇ ਕਮਿਸ਼ਨ ਬਿਠਾਏ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ, ਪਰ ਅਜੇ ਤੱਕ ਨਹੀਂ ਮਿਲਿਆ। ਬਾਕੀ ਉਹ ਮੁੱਦੇ ਵੀ ਅੱਜ ਵੀ ਉਵੇਂ ਨੇ। ਪੰਜਾਬੀ ਬੋਲਦੇ ਇਲਾਕਿਆਂ ਦਾ, ਚੰਡੀਗੜ੍ਹ ਦਾ ਮਸਲਾ, ਪੰਜਾਬ ਦੇ ਪਾਣੀਆਂ ਦਾ ਮਸਲਾ, ਉਹ ਸਾਰੇ ਮਸਲੇ ਅੱਜ ਵੀ ਉੱਥੇ ਹੀ ਉਲਝੇ ਹੋਏ ਨੇ ਜੀ। ਧੰਨਵਾਦ ਜੀ। ਕੱਲ੍ਹ ਸਵੇਰੇ ਫੇਰ 10:15 ਵਜੇ ਤੁਹਾਡੇ ਨਾਲ ਸਾਂਝ ਪਵੇਗੀ। ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਯੂਕਰੇਨ ਤੇ ਰੂਸ ਦਾ ਜਿਹੜਾ ਹਮਲਾ ਹੈ ਉਹਨੂੰ 100 ਦਿਨ ਦੇ ਕਰੀਬ ਹੋ ਗਿਆ ਤੇ ਲੰਬਾ ਜਾਣਾ ਹੈ। ਹਥਿਆਰ ਜਿਹੜੇ ਭੇਜੇ ਜਾ ਰਹੇ ਨੇ ਸਾਰੇ ਦੇਸ਼ਾਂ ਵੱਲੋਂ। ਸਵੀਡਨ ਤੇ ਫਿਨਲੈਂਡ ਵੱਲੋਂ ਜਿਹੜਾ ਇਸ ਸਮੂਹ ਦੇ ਵਿੱਚ, ਨੈਟੋ ਦੇ ਵਿੱਚ ਦਾਖਲੇ ਦੀ ਗੱਲ, ਤੇ ਤੁਰਕੀ ਵੱਲੋਂ ਸਵੀਡਨ ਦੀ ਵਿਰੋਧਤਾ ਕਿ ਇਹ ਕੁਰਦ ਬਾਗੀਆਂ ਨੂੰ ਮਦਦ ਕਰਦੇ ਹੈ। ਗੱਲ ਵਿੱਚ ਵਿਚਾਲੇ ਖੜੀ ਹੈ। ਸਾਰੇ ਦੇਸ਼ ਯੂਕਰੇਨੀਅਨ ਨੂੰ ਲੈ ਕੇ ਆ ਰਹੇ ਨੇ। ਕੈਨੇਡਾ ਵੀ ਆਲੇ ਦੁਆਲੇ ਦੇਸ਼ਾਂ ਦੇ ਵਿੱਚੋਂ ਕਾਗਜ਼ ਪੱਤਰ ਜੇ ਕੋਈ ਨਹੀਂ, ਯੂਕਰੇਨੀਅਨ ਬੋਲਣ ਵਾਲੇ
ਪਰਿਵਾਰਾਂ ਨੂੰ ਲੈ ਕੇ ਆ ਰਹੇ ਨੇ ਅਤੇ ਹੋਟਲਸ ਮੋਟਲ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲ ਰਹੀ ਹੈ 2 ਸਾਲ ਦੇ ਸਾਰੀ ਮੈਡੀਕਲ ਅਤੇ ਡੈਂਟਲ ਅੱਖਾਂ ਦਾ ਸਾਰੀ ਕਵਰੇਜ ਹੈ, ਓਪਨ ਵਰਕ ਪਰਮਿਟ ਹੈ ਅਤੇ ਉਹ 2 ਸਾਲ ਤੋਂ ਬਾਅਦ ਵਾਪਸ ਜਾ ਕੇ ਯੂਕਰੇਨ ਦੇ ਵਿੱਚ ਵਸ ਸਕਦੇ ਨੇ, ਜਿਹਦੇ ਚਾਂਸ ਬਹੁਤ ਘੱਟ ਨੇ। ਇਸ ਦੇਸ਼ ਦੇ ਵਿੱਚ ਆਇਆ ਕੋਈ ਵਾਪਸ ਨਹੀਂ ਮੁੜਦਾ। ਯੂਕਰੇਨ ਉਜੜ ਰਿਹਾ, ਜੰਗ ਜਿਹੜੀ ਇਹ ਛੇਤੀ ਖਤਮ ਨਹੀਂ ਹੋਣੀ, ਬੰਦ ਨਹੀਂ ਹੋਣੀ। ਜਿੰਨੇ ਇੱਥੇ ਆ ਗਏ ਉਹਨਾਂ ਨੇ ਇੱਥੇ ਹੀ ਰਹਿਣਾ। ਉਹ ਵੀ 3-4 ਲੱਖ ਬੰਦਿਆਂ ਤੋਂ ਘੱਟ ਇਹ ਦੇਸ਼ ਦਾ ਗੁਜ਼ਾਰਾ ਹੈ ਨਹੀਂ, ਇਹਦੇ ਕੋਲ ਘੱਟੋ ਘੱਟ ਇੰਨੇ ਇਮੀਗਰੈਂਟ ਆਉਣੇ ਚਾਹੀਦੇ ਨੇ। ਪਰ ਦੂਸਰੇ ਬੰਨੇ ਜਿਹੜੇ 8-10 ਸਾਲਾਂ ਦੇ 12 ਦੇ 15 ਦੇ ਰਹਿ ਰਹੇ ਨੇ, ਟੈਕਸ ਦੇ ਰਹੇ ਨੇ, ਉਹਨਾਂ ਦੇ ਮਾਪਿਆਂ ਦੇ, ਉਹਨਾਂ ਦੇ ਪਿਆਰਿਆਂ ਦੀ ਲਿਸਟ ਜਿਹੜੀ ਹੈ ਉਹ 20-22 ਲੱਖ ਦੇ ਕਰੀਬ ਆ, ਅਤੇ ਜਿਨ੍ਹਾਂ ਦਾ ਕੋਈ ਥਾਂ ਸਿਰਾ ਨਹੀਂ ਹੈ। ਸੁਪਰ ਵੀਜ਼ਾ 'ਤੇ ਆਏ ਮਾਪਿਆਂ ਦਾ ਕੋਈ ਮੈਡੀਕਲ ਦੀ ਕਵਰੇਜ ਨਹੀਂ। ਜਿਹੜੇ ਰਹਿ ਰਹੇ ਨੇ ਇੱਥੇ ਉਹਨਾਂ ਦੇ ਇਨਫਰਾਸਟਰਕਚਰ ਦਾ ਮੰਦਾ ਹਾਲ ਹੈ। ਹਰ ਸ਼ਹਿਰ ਦੇ ਵਿੱਚ, ਕੁਝ ਸ਼ਹਿਰਾਂ ਨੂੰ ਛੱਡ ਕੇ, ਕਾਰਨ ਕਿ ਮਰਦਮਸ਼ੁਮਾਰੀ ਦੇ ਵਿੱਚ ਪੂਰੀ ਗਿਣਤੀ ਹੈ ਨਹੀਂ। ਗਿਣਤੀ ਕੌਣ ਦੇਵੇ? ਇਮੀਗਰੈਂਟਸ ਤੋਂ ਬਿਨਾਂ ਸਿਟੀਜ਼ਨ ਕਿੰਨੇ ਨੇ, ਉਸ ਤੋਂ ਬਾਅਦ ਵਰਕ ਪਰਮਿਟ ਵਾਲੇ ਕਿੰਨੇ ਨੇ, ਸਟੂਡੈਂਟ ਕਿੰਨੇ ਨੇ, ਉਹਨਾਂ ਕੋਲ ਕੁਛ ਖਿਆਲ ਨਹੀਂ ਹੈ ਅਤੇ ਨਾ ਹੀ ਦੱਸਣਾ ਕਿਸੇ ਨੇ। ਹੁਣ ਘਰ ਦੇ ਵਿੱਚ ਸ਼ਹਿਰ ਦੇ ਹਿਸਾਬ ਨਾਲ 1 ਲੀਗਲ ਸਵੀਟ ਹੈ, ਪਰ ਘਰ ਦੇ ਵਿੱਚ 4-4 ਸਵੀਟਸ ਨੇ। ਉਹ ਕਿਵੇਂ 3 ਦੱਸਣ? ਉਹਨਾਂ ਨੇ ਨਹੀਂ ਦੱਸਣਾ। ਹਾਲਤ ਇਹ ਨੇ ਕਿ ਸਬ ਡਿਵੀਜ਼ਨਾਂ ਦੇ ਵਿੱਚ ਜਾਂ ਰਾਤ ਨੂੰ ਸਾਰੇ ਲੋਕ ਘਰੇ ਆ ਜਾਂਦੇ ਨੇ ਤਾਂ ਕੋਈ ਵੀ ਐਮਰਜੈਂਸੀ ਵਹੀਕਲ ਉਹਨਾਂ ਸਬ ਡਿਵੀਜ਼ਨ ਦੇ ਵਿੱਚ ਵੜ ਨਹੀਂ ਸਕਦਾ। ਜਿਹੜੇ ਜ਼ਿਆਦਾਤਰ ਸ਼ਹਿਰ ਦੇ ਵਿੱਚ, ਜੇ ਸਰੀ ਦੀ ਮੈਂ ਗੱਲ ਕਰਾਂ, ਉਰਲੇ ਬੰਨੇ ਟੱਪਿਆ ਹੋ ਸਕਾਟ ਰੋਡ ਡੈਲਟਾ ਦੇ ਵਿੱਚ ਵੜਦੇ ਹੀ ਤੁਹਾਨੂੰ ਪਤਾ ਲੱਗ ਜੂ ਵੀ ਅਸੀਂ ਵਾਕਿਆ ਕਿਸੇ ਕੈਨੇਡਾ ਦੀ ਜਗ੍ਹਾ 'ਚ ਆਏ ਹੋਏ ਹਾਂ। 1 ਸਵੀਟ ਮਤਲਬ 1 ਹੀ ਸਵੀਟ ਹੈ। ਇਹ ਨਹੀਂ ਹੈ ਵੀ ਪਿਛਲੇ ਬੰਨੇ ਬਣਿਆ ਬਣਾਇਆ ਇੱਕ ਘਰ ਛੱਤ ਤੋਂ 2000-2500 ਸਕੁਅਰ ਫੁੱਟ ਰੋ ਹਾਊਸ ਇੱਕ ਪਿੱਛੇ ਬਣਾ ਲਓ। ਜਦ ਸੁਨੇਹਾ ਇਹ ਜਾਣ ਲੱਗ ਜਵੇ ਕਿ ਇੱਥੇ ਕੋਈ ਨਹੀਂ ਪੁੱਛਦਾ, ਫਿਰ ਇਉਂ ਹੀ ਹੁੰਦਾ। ਨੰਬਰ 2, ਜ਼ਰੂਰਤ ਵੀ ਹੈ। ਜੇ ਅਸੀਂ ਉਸ ਜਗ੍ਹਾ 'ਤੇ ਹੋਈਏ, ਟੱਬਰ ਦੇ ਨਾਲ ਉਤਰ ਆਈਏ ਅਤੇ ਅਟੈਚੀ 2, ਹੁਣ ਰਹਿਣਾ ਕਿੱਥੇ ਹੈ? ਗੁਰਦੁਆਰਾ ਸਾਹਿਬ 1-2 ਰਾਤਾਂ, ਉਹਦੇ ਬਾਅਦ ਤਾਂ ਕਿਤੇ ਠੀਹਾ ਲਾਉਣਾ ਪੈਣਾ। ਉਹਨਾਂ ਦੀ ਵੀ ਮਜਬੂਰੀ ਹੈ, ਰੱਖਣ ਵਾਲਿਆਂ ਦੀ ਵੀ ਮਜਬੂਰੀ ਲਾ ਲਓ। ਕੀ ਕਰਨ? ਉਹ ਖਰਚੇ ਇੰਨੇ ਨੇ, ਮਹਿੰਗੇ ਇੰਨੇ ਨੇ। ਅੱਜ ਸਰਵੇਖਣ ਆਇਆ ਇੱਕ ਕੈਨੇਡਾ ਦਾ ਕਿ ਵਧੀ ਹੋਈ ਮਹਿੰਗਾਈ ਕਰਕੇ ਜਿਹੜੇ ਨੇ ਕੈਨੇਡੀਅਨ ਜਿੰਨਾ ਉਹਨਾਂ ਨੇ ਖਾਣਾ ਓਨਾ ਖਾਣਾ ਨਹੀਂ ਖਾ ਰਹੇ। ਇੱਕ ਸਰਵੇਖਣ ਦੇ ਵਿੱਚ ਕੁਆਟਰ ਹੈ, ਚੌਥਾ ਹਿੱਸਾ ਕੈਨੇਡੀਅਨ ਦਾ, 3.5 ਕਰੋੜ ਦੇ ਵਿੱਚੋਂ ਚੌਥਾ ਹਿੱਸਾ 80-90 ਲੱਖ ਕੈਨੇਡੀਅਨ ਆ ਜਿਹੜੇ ਖਰਚਿਆਂ ਦੇ ਕਰਕੇ, ਫੂਡ ਪ੍ਰਾਈਸਿਸ ਕਰਕੇ, ਪਾਸਟਾ, ਬ੍ਰੈਡ ਅਤੇ ਮੀਟ, ਇਹ ਜਿਹੜੇ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣ ਕਰਕੇ ਉਹ ਇੱਕ ਸਰਵੇਖਣ ਹੋਇਆ ਆਟੋਮੇਟਡ ਟੈਲੀਫੋਨ ਇੰਟਰਵਿਊ ਦੇ ਵਿੱਚ 4000 ਅਡਲਟਸ ਦਾ 25 ਫਰਵਰੀ ਤੋਂ ਲੈ ਕੇ 2 ਮਾਰਚ ਤੱਕ, ਅਤੇ ਉਹਨਾਂ ਦੇ ਵਿੱਚ ਇਹ ਉਹਨਾਂ ਨੇ ਗੱਲ ਕੀਤੀ ਕਿ ਜਿੰਨਾ ਸਾਨੂੰ ਖਾਣਾ ਚਾਹੀਦਾ ਓਨਾ ਅਸੀਂ ਖਾਂਦੇ ਨਹੀਂ। ਸੋ ਉਹਦਾ ਕਾਰਨ ਕੀ? ਮਹਿੰਗਾਈ। ਜਿਹੜੀਆਂ ਮੇਨ ਸਟਰੀਟ ਰਿਸਰਚ ਨੇ ਇਹ ਗੱਲਬਾਤ ਇਹ ਕੀਤੀ, ਉਹ ਕਹਿੰਦੇ ਇਨਫ ਮਨੀ ਨਹੀਂ ਸਾਡੇ ਕੋਲ ਖਰੀਦਣ ਲਈ। 50-60 ਹਜ਼ਾਰ ਕਮਾਉਣ ਵਾਲਿਆਂ ਦੇ ਖਰਚੇ ਨਹੀਂ ਪੂਰੇ ਹੋ ਰਹੇ, ਅਤੇ ਅਮੀਰ ਜਾਂ ਗਰੀਬ ਕਹਿ ਲਓ, ਅਮੀਰ ਅਤੇ ਮੱਧ ਵਰਗੀ ਜਿਹੜੇ ਲੋਕ ਨੇ ਉਹਨਾਂ ਦਾ ਪਾੜਾ ਬਹੁਤ ਵੱਧ ਰਿਹਾ। ਕਿਸੇ ਪਾਸੇ 2-4 ਲੱਖ ਦਾ ਚੈੱਕ ਲਿਖਣ ਦੀ ਗੁੰਜਾਇਸ਼ ਹੈ, ਉਹ ਸੋਚ ਕੇ ਨਹੀਂ ਲਿਖਦੇ। ਇੱਕ ਬੰਨੇ ਆ ਜਿੱਥੇ ਗਰੋਸਰੀ ਨਹੀਂ ਪੂਰੀ ਹੋਈ। ਇਹ ਦੇਸ਼ ਅਜਿਹਾ ਦੇਸ਼ ਦੇ ਵਿੱਚ ਪ੍ਰਵਾਸ ਨਹੀਂ ਸੀ ਆਪਾਂ ਕਿਸੇ ਨੇ 20 ਵਰ੍ਹੇ 25 ਵਰ੍ਹੇ 30 ਵਰ੍ਹੇ ਪਹਿਲਾਂ ਕੀਤਾ। ਇਹ ਉਹੀ ਦੇਸ਼ ਹੈ, ਇਹ ਉਹੀ ਸ਼ਹਿਰ ਹੈ ਸਰੀ, ਜਿੱਥੇ ਅੱਜ ਤੋਂ
25 ਵਰ੍ਹੇ ਪਹਿਲਾਂ ਤੁਸੀਂ $1000 ਦੇ ਨਾਲ ਇੱਕ ਬੈੱਡਰੂਮ ਦੀ ਬੇਸਮੈਂਟ ਦੇ ਵਿੱਚ ਪੂਰੇ ਆਰਾਮ ਨਾਲ ਰਹਿ ਸਕਦੇ ਸੀ। $400 ਉਹਦਾ ਰੈਂਟ, ਵੱਧ ਉਹਦਾ ਖਰਚਾ ਇਹ ਹੁੰਦਾ ਸੀ ਇੰਟਰਨੈਸ਼ਨਲ ਫੋਨ ਦਾ $100, ਉਹਦੇ ਬਾਅਦ $60-70 ਦੀ ਗਰੋਸਰੀ ਮੈਕਸੀਮਮ, ਉਹਦੇ ਬਾਅਦ 30-35 ਸੈਂਟ ਗੈਸ ਸੀ ਤੁਹਾਡੀ ਗੱਡੀ 'ਚ ਪੈਂਦਾ, 38-39 ਸੈਂਟ ਸੀ 97 ਦੇ ਵਿੱਚ, ਅਤੇ ਤੁਸੀਂ $100 ਦੀ ਗੈਸ ਦੇ ਨਾਲ ਐਨ ਸਾਰਦੇ ਸੀ। ਇੱਕ ਗੱਡੀ ਸੀ, ਸੰਜਮ ਸੀ, ਸ਼ੋਅ ਆਫ ਦਾ ਪੰਗਾ ਨਹੀਂ ਸੀ। ਹੁਣ ਸ਼ੋਅ ਆਫ ਨਹੀਂ, ਕੀ ਮਜਬੂਰੀ ਵੀ ਹੋ ਗਈ। ਕੋਈ ਇੱਕ ਜਣਾ ਐਬਸਪੋਰਟ ਕੰਮ ਕਰਦਾ, ਦੂਜਾ ਵੈਨਕੂਵਰ ਕਰਦਾ, ਕਰੂਗਾ ਕੀ ਉਹ ਇੱਕ ਗੱਡੀ ਨਾਲ? ਉਹ ਕੀ ਕਰਨਗੇ? ਉਹ ਇਲੈਕਟ੍ਰਿਕ ਲਿਆਓ ਜੀ, ਇਹ ਲਿਆਓ ਜੀ, ਉਹ ਲਿਆਓ ਜੀ, ਇਹ ਤਾਂ ਗੱਲਾਂ ਹੈ। ਕੋਈ ਇਸ ਵੱਲ ਹੁਣ ਦੇਖੂ ਕੌਣ? ਦੇਖੂ ਤਾਂ ਉਹ ਜੇ ਇਸ ਨੂੰ, ਇਸ ਦਰਦ ਨੂੰ ਕੋਈ ਮਹਿਸੂਸ ਕਰੂ। ਅਰਥ ਸ਼ਾਸਤਰੀ ਹੋਇਆ ਬਹੁਤ ਮਸ਼ਹੂਰ ਅਮਰੀਕਾ ਦਾ, ਮਿਲਟਨ ਫਰੀਡਮੈਨ। ਉਹ ਕਹਿੰਦਾ ਬਈ ਜਿਹੜੀ ਕੈਪੀਟਲਿਜ਼ਮ ਹੈ, ਪੈਸਾ ਤੇ ਆਜ਼ਾਦੀ ਨਾਲ ਨਾਲ ਚੱਲਦੀ ਆ। ਉਹਦੀਆਂ 11-12 ਕਿਤਾਬਾਂ ਨੇ। ਉਹ ਕਹਿੰਦਾ ਪੈਸਾ ਤੇ ਆਜ਼ਾਦੀ ਨਾਲ ਨਾਲ ਆ। ਪੈਸਿਆਂ ਦੇ ਨਾਲ ਤੁਸੀਂ ਕੁਛ ਵੀ ਇਸ ਦੁਨੀਆ 'ਚ ਕਰੋ, ਜਿਹੜਾ ਕੁਛ ਤੁਸੀਂ ਮਰਜ਼ੀ ਕਰ ਸਕਦੇ ਹੋ ਕਰੋ। ਤੁਸੀਂ ਕਾਰਪੋਰੇਸ਼ਨ ਕਿਵੇਂ ਰਾਜਨੀਤਿਕਾਂ ਨੂੰ ਖਰੀਦਦੀਆਂ ਨੇ, ਕਿਵੇਂ ਉਹ ਕਾਨੂੰਨ ਪਾਸ ਕਰਾਉਂਦੀਆਂ ਨੇ, ਹੈਰਾਨੀ ਦੀ ਗੱਲ ਹੈ। ਅੱਗੇ ਚੱਲਦੇ ਆ, ਕਾਲਰ ਨਾਲ ਗੱਲਬਾਤ ਕਰ ਲਈ। ਸਰਦਾਰ ਕਸ਼ਮੀਰ ਸਿੰਘ, ਲਾਈਨ ਨੰਬਰ 1। ਗਿੱਲ ਸਾਹਿਬ ਜੀ। ਇੱਕ ਮਿੰਟ ਦੀ ਗੱਲ ਸੁਣਿਓ ਮੇਰੀ, ਤੁਹਾਨੂੰ ਮੈਂ ਗੱਲ ਦੱਸਦਾ। ਇੱਥੇ ਮਹਿੰਗਾਈ ਦੀ ਜੀ ਸਾਡੇ ਨਾ ਜਿੱਦਾਂ ਕਾਲੀ ਆਪਣੇ ਕਾਲੀ ਆ ਸਾਡੇ ਤੇ ਲਾਗੇ, ਸਾਡੇ ਨਾਲ ਦੇ ਘਰ ਤੋਂ ਸਾਡੇ ਨਾਲ ਬੋਲ ਚਾਲ ਪੈ ਗਈ, ਪੈ ਕੇ ਤਾਂ ਕੁਦਰਤੀ ਇੰਡੀਆ ਚਲ ਗਈ ਉਹ। ਤੇ ਮੈਂ ਗਿਆ ਸੀ ਤਾਂ ਉਸ ਤੋਂ ਬਾਅਦ ਜੇ ਚਲ ਗਈ, ਜਦੋਂ 4-5 ਸਾਲਾਂ ਦੀ ਗੱਲ ਆ, 5 ਸਾਲਾਂ ਦੀ ਇੰਡੀਆ ਚਲ ਗਈ। ਤਾਂ ਇੰਡੀਆ ਜਾ ਕੇ ਦੇਖਿਆ ਸਾਰਾ ਕੁਝ, ਤਾਂ ਉੱਥੇ ਨਾ ਕਬੱਡੀ ਦੇ ਟੂਰਨਾਮੈਂਟ ਕਰਾਈ ਤੇ ਇਹਨੇ ਦੇਖਿਆ ਦੁੱਖਿਆ ਵੀ ਇਹ ਇੱਥੇ ਬੜਾ ਸਿਸਟਮ ਵਧੀਆ। ਤਾਂ ਉੱਥੇ ਇਹ ਜੀ ਆਪਣੇ ਗਿੱਲ ਸਾਹਿਬ 25 ਸਾਲੀ ਉੱਥੋਂ ਆਏ, ਉੱਥੋਂ ਆਵੇ ਹੀ ਨਾ। ਦੇਖੋ ਸਾਡੇ ਆਵੇ ਨਾ ਉੱਥੋਂ ਨਾ, ਹੁਣ ਕੀ ਕੀਤਾ, ਸਾਡੇ ਕੋਲ ਆ ਗਈ ਇੱਥੇ, ਤਾਂ ਹੁਣ ਸਾਡੇ ਕੋਲ ਰਹਿੰਦੀ ਆ। ਤਾਂ ਹੁਣ ਵਿਆਹ ਕਰਾ ਲਿਆ ਉੱਥੇ ਮੁੰਡੇ ਦੇ ਨਾਲ ਸਾਡੇ, ਉਹ ਮੁੰਡਾ ਸਾਡੇ ਰਹਿੰਦਾ ਹੁੰਦਾ ਸੀਗਾ। ਤਾਂ ਹੁਣ ਫਿਰ ਮੈਂ ਕਿਹਾ ਤੂੰ ਨਾ ਜਾ, ਹੁਣ ਤੂੰ ਫਿਰ ਤੁਰੀ ਆ, ਤੂੰ ਤੈਨੂੰ 7-8 ਮਹੀਨੇ। ਕਹਿੰਦੀ ਨਹੀਂ ਤੇ ਮੈਂ ਫੋਨ ਨਹੀਂ ਕਰ ਸਕਦੀ। ਕਈ ਮੈਂ ਕਿਹਾ ਲੋਕ ਤਾਂ ਉੱਥੋਂ ਆਉਂਦੇ ਆ, ਤੂੰ ਮੁੜ ਕੇ ਨਹੀਂ ਕਸ਼ਮੀਰ ਮੈਂ ਜਾਣਾ ਆ। ਮੈਂ ਦੇਖ ਲਓ ਉਹਨੂੰ ਬੰਦ ਵੀ ਕਰਦਾ ਜਾਣ ਨੂੰ। ਫਿਰ ਮੈਂ ਹੁਣ ਪਰਸੋਂ ਚੌਥ ਨੂੰ ਫਿਰ ਚੜ੍ਹ ਚੱਲੀ ਆ 11 ਤਰੀਕ ਨੂੰ। ਵਾਹ ਜੀ। ਕਿਹਦੇ ਨਾਲ ਵਿਆਹ ਤੀ ਫਿਰ ਪਿੰਡ ਉੱਥੇ? ਸਾਡੇ ਮੁੰਡਾ ਜੀ ਸਾਡੇ ਕੰਮ ਕਰਦਾ ਸੀਗਾ, ਤੇ ਉਹ ਬਸ ਮੁੜ ਕੇ ਉਹਨਾਂ ਵਿਆਹ ਹੋ ਗਿਆ ਉਹਦੇ ਨਾਲ ਹੀ। ਜਦੋਂ ਮੈਂ ਤਾਂ ਆ ਗਿਆ ਉੱਥੋਂ, ਮੈਂ ਕਿਹਾ ਵੀ ਚਲੀ, ਮੈਂ ਜਦੋਂ ਆ ਗਿਆ, ਮੈਂ ਕਬੱਡੀ ਦੇ 2-3 ਮਹੀਨੇ ਰਿਹਾ, ਮੈਂ ਆ ਗਿਆ ਵੀ ਚਲੀਏ। ਕਹਿੰਦੀ ਨਹੀਂ ਕਸ਼ਮੀਰ ਮੈਂ ਨਾ ਅਜੇ ਥੋੜਾ ਜਿਹਾ ਘਰ ਘੂਰ ਹੈਗਾ ਸਾਡੇ, ਚਲੋ ਵਧੀਆ ਬਣਾਇਆ ਰਹਿੰਦੇ ਆ ਜੀ, ਉੱਥੇ ਜਾ ਕੇ ਰਹਿ ਲੈਂਦੀ। ਉਹ ਸਾਰੇ ਪਸ਼ੂ ਰੱਖੇ ਹੋ ਆ, ਸਾਰਾ ਕੁਝ ਦੇਖਭਾਲ ਬੰਦੇ ਵੀ ਰੱਖੇ ਹੋ ਆ। ਇਹ ਰਹਿੰਦੀ ਰਾਜ ਵਾਂਗੂ ਉੱਥੇ। ਇਹ ਮੁੜ ਕੇ ਜੀ ਐਸਾ ਉਹਨਾਂ ਮੁੰਡੇ ਨਾਲ ਅਸੀਂ ਇਹਨੂੰ ਉਹਦੀ ਪੁੱਛ ਕੇ ਦੇਖ ਲਾ ਕਦੀ। ਇਹ ਤੇ ਮੈਂ ਨੀ ਇਹਨੂੰ ਕਿਹਾ ਤੂੰ ਵਿਆਹ ਕਰਾ ਜਾ ਕੇ। ਨਹੀਂ, ਉਹ ਤਾਂ ਅਗਲੀ ਦੀ ਮਰਜ਼ੀ ਹੈ। ਹਾਂ ਜਦੋਂ ਮੁੜ ਕੇ ਇਹਨੇ ਵਿਆਹ ਕਰਾ ਕੇ ਜੀ ਮੁੜ ਕੇ ਇਹ 25 ਸਾਲੀ ਉੱਥੋਂ ਆਈ, ਤਾਂ ਹੁਣ ਮੈਂ ਇਹਨੂੰ ਬੰਦ ਕਰਦਾ। ਮੈਂ ਕਿਹਾ ਤੂੰ ਨਾ ਜਾ, ਤੂੰ ਕਿੱਥੇ ਫੇਰ ਚੱਲੀ ਆ, ਮੈਨੂੰ ਸਿਰਦਰਦੀ ਫੇਰ ਪਾ ਦੇਣੀ। ਕਸ਼ਮੀਰ ਆਹ ਚੀਜ਼ ਚਾਹੀਦੀ, ਮੇਰੀ ਹਾਲਤ ਏਦਾਂ ਦੀ ਆ। ਪਰ ਗਿੱਲ ਮੈਂ ਕਿਸੇ ਨੂੰ ਦੁਖੀ ਦੇਖ ਕੇ ਮੈਂ ਰਹਿ ਨਹੀਂ ਸਕਦਾ ਹੁੰਦਾ। ਬਿਲਕੁਲ ਜੀ, ਮਹਿੰਗਾ ਬਹੁਤ ਹੈ। ਚਲੋ ਉੱਥੇ ਕਿਸੇ ਦਾ ਫਾਇਦਾ ਹੋ ਗਿਆ ਵਿਚਾਰੇ ਦਾ, ਨਾਲੇ ਘੁੰਮੇ ਆਈ ਪੰਜਾਬ। ਅੱਗੇ ਚੱਲਦਿਆਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਾਲਰ ਨੇ, ਭਰਤ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਭਾਜੀ। ਮੈਂ ਇਮੀਗ੍ਰੇਂਟ ਦੇ ਮਤਲਬ ਹੱਕ 'ਚ ਹੈਗਾ, ਪਰ ਇਹ ਵੀ ਹੱਕ 'ਚ ਹੈਗਾ। ਦੇਖੋ ਨਾ ਹੁਣ ਇਹ ਸਿਸਟਮ ਤੇ ਕਲੈਪਸ ਹੋ ਗਿਆ ਸਾਰਾ ਜੀ। ਮੈਡੀਕਲ ਸਿਸਟਮ ਇਹਨਾਂ ਕੋਲ ਨਹੀਂ ਹੈ। ਪਾਸਪੋਰਟ ਬਣਵਾਉਣ ਚਲੇ ਜਾਓ, 4 ਮਹੀਨੇ ਲੈਣ ਨਹੀਂ। ਤੁਹਾਡੇ ਕੋਲ ਫੋਨ ਕਰਕੇ ਦੇਖ ਲਓ, 4 ਮਹੀਨੇ ਤੋਂ ਮੈਂ ਕਾਲ ਕਰ ਰਿਹਾ, ਅੱਜ ਤੱਕ ਕੋਈ ਜਵਾਬ ਨਹੀਂ ਉਹਨਾਂ ਕੋਲ। ਅੱਛਾ ਜੀ। ਇਹ ਆਪਣੇ MP ਕਰ ਕੀ ਰਹੇ ਨੇ? ਅੱਛਾ, ਗੈਸ ਦਾ ਪ੍ਰਾਈਸ ਕਿੱਥੇ ਚਲਾ ਗਿਆ? 5ਵੇਂ ਨੰਬਰ ਤੇ ਤੁਸੀਂ ਪ੍ਰੋਡਿਊਸ ਕਰ ਰਹੇ ਹੋ ਗੈਸ ਵਰਲਡ ਵਿੱਚ ਜੀ। ਤੇ ਪ੍ਰਾਈਸ ਕਿੱਥੇ ਜਾ ਰਹੇ ਨੇ? ਤੁਸੀਂ ਦੇਖ ਕੇ ਕੀ ਕਰ ਰਹੇ ਹੋ? ਅੱਖਾਂ ਮੀਚ ਕੇ ਬੈਠੇ ਹੋ। MP MLA ਕੁਛ ਨਹੀਂ, ਇਹ ਐਜ਼ ਏ ਰਬੜ ਸਟੈਂਪ ਨੇ। ਇਹ ਬੇੜਾ ਗਰਕ ਕਰਕੇ ਜਾਣਗੇ ਇਸ ਕੰਟਰੀ ਦਾ। ਕਦ ਭਰਤ ਜੀ, ਕਿੰਨੇ ਸਾਲ ਹੋ ਗਏ ਜੀ ਇਮੀਗ੍ਰੈਂਟ ਹੋਇਆਂ ਨੂੰ? ਕਦ ਆਏ ਸੀ ਤੁਸੀਂ? ਮੈਂ 12 ਸਾਲ ਪਹਿਲੇ ਆਇਆ ਸੀ। 12 ਸਾਲ ਇੱਥੇ ਕੋਈ ਹਸਪੀਟਲ ਨਹੀਂ ਬਣਿਆ ਜੀ। 12 ਸਾਲਾਂ ਦੇ ਵਿੱਚ ਵੀ ਬਹੁਤ ਮਹਿਸੂਸ ਕਰ ਰਹੇ ਹੋ ਜੀ ਵੀ ਚੇਂਜਸ ਨੇ? ਜੋ ਦੇਖੋ ਬਹੁਤ ਬੇੜਾ ਗਰਕ ਹੋ ਗਿਆ ਜੀ। ਅੱਜ ਤੁਸੀਂ ਕਰਕੇ ਦੇਖ ਲਓ, ਕਿਸੇ ਵੀ ਡਿਪਾਰਟਮੈਂਟ ਨੇ ਕਾਲ ਕਰਕੇ ਦੇਖ ਲਓ, ਤੁਹਾਡੇ 3 ਘੰਟੇ ਤੋਂ ਪਹਿਲੇ ਕਾਲ ਨਹੀਂ ਚੱਕਣੀ ਕਿਸੇ ਨੇ। ਨਹੀਂ ਜੀ, ਲਾ ਕੇ ਮਿਊਜ਼ਿਕ ਤੁਹਾਨੂੰ
डेढ़ हाँ बस घंटे वही की वो वेट। टपदे रहो फिर नचते रहो ना ਉਹਦੇ ਤੇ म्यूजिक ਤੇ ਭੰਗੜੇ ਪਾਈ ਜਾਓ, ਹੋਰ ਕੀ ਕਰਨਾ, ਇਹੀ ਕੁਛ ਰਹਿਣਾ, ਭੰਗੜਾ ਹੀ ਪਾਏ ਬਸ। ਇੱਕ ਬੁਲਾਏ ਨੇ ਇੱਥੇ ਇਹਨਾਂ ਨੇ ਤੁਹਾਨੂੰ। ਇਹਦੀ ਸੀਰੀਜ਼ ਸ਼ੁਰੂ ਕਰਦੇ ਹਾਂ ਜੀ, ਇਹਦੇ ਬਾਰੇ MP MLA ਨੂੰ ਸੱਦਣਾ ਸ਼ੁਰੂ ਕਰਦੇ ਹਾਂ, ਜਿਹੜਾ ਨਹੀਂ ਆਉਂਦਾ ਤੇ ਉਹਦੇ ਬਾਰੇ। ਪਰ ਉਹਨਾਂ ਕੋਲ ਰਾਜਨੀਤੀ ਦੇ ਵਿੱਚ ਬੜੇ ਮਾਹਰ ਬਹੁਤ ਹੋ ਗਏ, ਉਹਨਾਂ ਨੂੰ ਇਹਦੇ ਜਵਾਬ ਬੜੇ ਆਉਂਦੇ ਨੇ ਦੇਣੇ। ਕੱਲ੍ਹ ਜਦ ਸੇਵਾ ਕਰਨ ਗਏ ਉੱਥੇ ਡਾਊਨਟਾਊਨ ਸਰੀ ਦੇ ਵਿੱਚ, ਸਰਬੱਤ ਦਾ ਭਲਾ ਜਿਹੜੀ ਸਾਡੀ ਜਥੇਬੰਦੀ ਹੈ, ਉਹ ਸੇਵਾ ਅਸੀਂ ਐਤਵਾਰ ਨੂੰ ਕਰਦੇ ਹਾਂ ਅਤੇ 2 ਵਰ੍ਹੇ ਹੋ ਗਏ ਅਤੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਵੀ ਹੈ, ਉਹਦਾ ਮੈਂਬਰ ਬਣ ਕੇ ਨਾਲ ਸਾਡੇ ਆਇਆ ਕਰੋ, ਖੁੱਲ੍ਹਾ ਸੱਦਾ ਸਭ ਨੂੰ। ਉੱਥੇ ਦੱਸਿਆ ਕਿਉਂਕਿ ਨਾਲ ਟੈਕਸੀ ਆਪਰੇਟਰ ਨੇ ਮੁੰਡੇ ਜਿਹੜੇ, ਉਹ ਕਹਿੰਦੇ ਵੀ ਲੈ ਕੇ ਅੰਦਰੋਂ ਮਤਲਬ ਸਰੀ ਪਲੇਸ ਮਾਲ ਦੇ ਵਿੱਚ ਜਿਹੜਾ ਪਾਸਪੋਰਟ ਆਫਿਸ ਦੇ ਵਿੱਚੋਂ ਬਾਹਰ ਆ ਕੇ ਕਿੰਗ ਜਾਰਜ 'ਤੇ ਸੱਜੇ ਪਾਸੇ ਨੂੰ 100 ਐਵਨਿਊ ਤੱਕ ਲਾਈਨ ਸੀ, ਕਹਿੰਦੇ ਇੱਕ ਦਿਨ 100 ਐਵਨਿਊ ਤੱਕ। ਉਹ ਕਦ ਲੱਗੂਗੀ ਲਾਈਨ, ਉਹ ਕਦ ਮਿਲੂਗਾ ਉਹਨਾਂ ਦਾ ਕਦ? ਤੇ ਜਦੇ ਉਸੇ ਸਮੇਂ ਮਾਰਕੀਟ ਪਲੇਸ 'ਤੇ 400, 800, 1200, 1400 ਡਾਲਰ, $35 ਘੰਟੇ ਦੇ। ਤੁਹਾਡੀ ਜਗ੍ਹਾ ਅਸੀਂ ਮੜਕ ਕੇ ਰੱਖਾਂਗੇ, ਜਦ ਅਸੀਂ ਨੇੜੇ ਆ ਕੇ ਤੁਹਾਨੂੰ ਫੋਨ ਕਰਾਂਗੇ, ਤੁਸੀਂ ਆ ਜਾਓ। ਯਾਰ ਕਮਾਲ ਹੋ ਗਈ। ਬੌਬੀ ਸਿੱਧੂ ਜੀ, ਹੈਲੋ, ਸਤਿ ਸ਼੍ਰੀ ਅਕਾਲ ਅਜੀਤ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇਹ ਬਾਈ ਸਾਰਾ ਸਿਸਟਮ ਕੋਲੈਪਸ ਆ, ਇਨਫਰਾਸਟ੍ਰਕਚਰ ਜ਼ੀਰੋ ਆ। ਮੈਨੂੰ ਆਏ ਨੂੰ ਹੋ ਗਏ 20 ਸਾਲ ਤੋਂ ਉੱਤੇ ਜੀ। ਅੰਦਾਜ਼ਾ ਤੁਸੀਂ ਵੀ ਉਹਦੇ ਲਾਗੇ ਤੱਕ ਆਏ ਹੋਗੇ। ਆਪਾਂ ਦੇਖਿਆ ਹਸਪੀਟਲ, ਸਕੂਲਸ, ਰੋਡਸ, ਕਿੰਨੀ ਚੀਜ਼ਾਂ ਦੀ ਲੋੜ ਆ ਜੀ, ਕਿੰਨੇ ਗਣਾਈਏ। ਲਿਬਰਲ ਨੇ ਪੱਠਾ ਬਿਠਾ ਕੇ, ਮੈਂ ਇਮੀਗ੍ਰੇਸ਼ਨ ਦੇ ਟੋਟਲੀ ਅੰਗੇਂਸਟ ਨਹੀਂ ਆ, ਕਿਉਂਕਿ ਮੈਂ ਵੀ ਇਮੀਗ੍ਰੈਂਟ ਆਇਆ ਸੀ, ਪਰ ਪ੍ਰਪੋਰਸ਼ਨੇਟਲੀ ਇਨਫਰਾਸਟ੍ਰਕਚਰ ਵੀ ਹੋਣਾ ਚਾਹੀਦਾ। ਇੱਥੇ ਬੰਦੇ ਮਿਲਾ ਕੇ ਤੁਸੀਂ ਇੱਥੇ ਸਿੱਟੀ ਜਾਂਦੇ ਹੋ, ਤੇ ਇੱਥੇ 100 ਨੂੰ 2 ਬੈਡਰੂਮ ਦੀ ਇੱਥੇ ਬੇਸਮੈਂਟ ਹੋਈ ਪਈ ਡੈਲਟੇ 'ਚ। ਸਰੀ 'ਚ ਵੀ ਆਈ ਬਲੀਵ 1800 ਦੀ ਆ। ਬਿਲਕੁਲ, ਬੰਦੇ ਰਹਿਣ ਕਿੱਥੇ ਆ? ਉਤੋਂ ਆਹ ਇੰਟਰਸਟ ਰੇਟ ਚੱਕ ਕੇ ਇਹਨਾਂ ਨੇ ਇੰਨੀ ਟਾਈਟ ਕਰਤੀ ਮਾਰਕੀਟ, ਹੁਣ ਰੈਂਟਲ ਦੇਖਿਓ ਵੱਧਦੇ, ਕਿਉਂਕਿ ਬਣਨੇ ਘਰ ਘੱਟ ਹੋ ਜਾਣੇ, ਕਿਉਂਕਿ ਜਦੋਂ ਇੰਨੇ ਇੰਟਰਸਟ ਤੇ ਬਣਾਓ ਕੌਣ ਜਦੋਂ ਵਿਕ ਨਹੀਂ ਰਹੇ। ਸੋ ਇਹ ਵਾਈਸ ਵਰਸਾ ਇਫੈਕਟ ਆ। ਇਹ ਕੋਈ ਦਿਮਾਗ ਨਹੀਂ ਯੂਜ਼ ਕਰ ਰਿਹਾ। ਟਰੂਡੋ ਸਿਰਫ ਇਮੀਗ੍ਰੇਸ਼ਨ ਤੇ ਟੂਰਿਜ਼ਮ ਤੇ ਚਲਾਉਣਾ ਚਾਹੁੰਦਾ ਮੁਲਕ। ਇੱਥੇ ਮੁਲਕ ਨਹੀਂ ਚੱਲਦੇ। ਹੀ ਹੈਜ਼ ਟੂ ਐਕਸਪਲੋਇਟ ਹਿਜ਼ ਓਨ ਰਿਸੋਰਸਿਸ। ਆਪਣੇ ਗੈਸ ਦੇਖੋ, ਕੋਲਾ ਉੱਧਰ ਭੇਜੀ ਜਾਂਦਾ ਗੈਸ ਦੇ। ਇੱਥੇ ਹੁਣ ਹਰ ਆਦਮੀ ਇਲੈਕਟ੍ਰਿਕ ਵਾਹਨ ਅਫੋਰਡ ਨਹੀਂ ਕਰ ਸਕਦਾ ਵੀ ਜੀ। ਸੋ ਇਹ ਟਰੁੱਥ ਆ, ਇਹ ਆਉਣਾ ਪੈਣਾ। ਕੋਈ MP ਕੁਛ ਨਹੀਂ ਬੋਲਦਾ, ਲੋਕ ਘੁੰਗਣੀਆਂ ਪਾਈ ਬੈਠੇ ਨੇ। ਪਾਸਪੋਰਟ ਦਾ ਇਹੀ ਹਾਲ ਆ, ਉਧਰ ਨੈਕਸਸ ਦਾ ਇਹੀ ਹਾਲ ਆ, ਹੈਲਥ ਸੈਕਟਰ ਦਾ ਬੇੜਾ ਗਰਕ ਹੋਇਆ। ਤੁਹਾਡੇ ਉੱਤੇ ਬੈਠੇ 8-8 ਘੰਟੇ ਦੀ ਵੇਟਾਂ 'ਚ ਲੋਕ ਐਮਰਜੈਂਸੀ 'ਚ ਵਾਪਸ ਚਲੇ ਜਾਂਦੇ ਨੇ, ਰਾਈਟ। ਸੋ ਕੋਈ ਕਿਸੇ ਨਾਲ ਇਨੀਸ਼ੀਏਟਿਵ ਤਾਂ ਲੈਣਾ ਪੈਣਾ। ਥੈਂਕ ਯੂ ਜੀ। ਥੈਂਕ ਯੂ ਬਾਈ ਜੀ। ਸਰ ਗੁਰਵਿੰਦਰ ਸਿੰਘ ਕੰਗ ਜੀ, ਲਾਈਨ ਨੰਬਰ 2। ਹੈਲੋ ਜੀ। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੰਗ ਸਾਹਿਬ। ਗਿੱਲ ਸਾਹਿਬ ਤੋਂ ਇਹਨਾਂ ਨੂੰ ਸੱਦ ਲਓ, ਇਹਨਾਂ ਕੋਲ ਤਾਂ ਜਵਾਬ ਪੂਰੇ ਘੜੇ ਘੜਾਏ ਹੈਗੇ ਆ ਜੀ। ਇਹਨਾਂ ਨੂੰ ਜੋ ਮਰਜ਼ੀ ਕਰ ਲਓ, ਬੇਸ਼ਰਮ ਹੈ ਜੀ। ਇਹ ਬੇੜਾ ਗਰਕ ਕਰਤਾ। ਆਪਾਂ ਦੋਨੇ ਗੌਰਮੈਂਟਾਂ ਦੇ ਕਹਿੰਦੇ ਆ, ਇੱਕ ਦਾ ਨਹੀਂ, ਇਹ ਦੋਨਾਂ ਦੇ ਹੀ ਕਹਿੰਦੇ ਆ ਜੀ। ਕਿਤੇ ਵੀ ਚੱਲ ਜਾਓ, ਸਾਰੇ ਥਾਈਂ ਬੁਰਾ ਹਾਲ ਹੀ ਕੀਤਾ ਪਿਆ ਵਾ। ਬਸ ਆਹ ਵਾਹ ਖੱਟੀ ਜਾਂਦੇ, ਫੁੱਲ ਜਿਹਾ ਲਾ ਕੇ ਭੀੜੀਆਂ ਚ ਕੰਜੀ ਪਾ ਕੇ ਜਾ ਵੜਦੇ, ਮੁੜ ਕੇ ਪਾਰਕਾਂ ਚ ਕਰਕੇ ਇਕੱਠੇ 4 ਬੰਦੇ ਕਹਿੰਦੇ ਲਓ ਜੀ ਅਸੀਂ ਆਹ ਕਰਤਾ, ਐਵੇਂ ਲੋਲੀਪੋਪ ਦੇਈ ਜਾਂਦੇ ਆ। ਪਿੱਛੇ ਜਿਹੜਾ ਚੈੱਕ ਜੀ ਦਿੱਤੀ ਸੀ, 3-4 MLA ਆ ਗਏ ਸੀ, ਆਹ ਦੇਖੋ ਜੀ ਅਸੀਂ ਰੀਬੇਟ ਦਿੱਤੀ। ਜੋ ਸਾਡੇ ਹੀ ਪੈਸੇ ਜਿਹੜੇ ICBC ਵਾਲੇ, ਉਹ ਸਾਡੇ ਹੀ ਪੈਸੇ ਸਾਨੂੰ ਉਦਾਂ ਵੀ ਉਹ ਵਾਪਸ ਆਉਣੇ ਸੀ। ਤੇ ਇਹ ਵਾਓ ਬਾਈ ਆਪਣਾ ਜਦੋਂ ਪੰਜਾਬ ਵਾਲੇ ਆਮ ਆਦਮੀ ਪਾਰਟੀ ਵਾਲੇ ਖੱਟਦੇ ਕਿ ਨਹੀਂ, ਕੋਈ ਮਰਜ਼ੀ ਗੱਲ ਹੁੰਦੀ ਤਾਂ ਮਸ਼ਹੂਰੀ ਗੱਲ ਆਪਾਂ ਤੇ ਏਦਾਂ ਹੀ ਇਹਨਾਂ ਦਾ ਹਾਲ ਆ। ਤੇ ਇਹਨਾਂ ਨੇ ਬੇੜਾ ਗਰਕ ਕੀਤਾ ਜੀ। ਇਹ ਤਾਂ ਲੋਕ ਹੀ ਆ, ਜੇ ਲੋਕ ਉੱਠ ਕੇ ਨਾ ਇੱਕ ਦਿਨ ਸਾਰੇ ਬਹਿ ਜਾਣ ਘਰੀ, ਵੀ ਕੋਈ ਕਾਰ ਨਾ ਚਲਾਵੇ ਤੇ ਕੰਮਾਂ ਤੇ ਜਾਣੋਂ ਬਹਿ ਜਾਣਾ, ਕਹਿਣਾ ਵੀ ਜਾਓ ਫਿਰ ਤੁਰੇ ਫਿਰੋ, ਹਨਾ। ਤੇ ਦੂਜੇ ਦਿਨ ਇਹਨਾਂ ਨੂੰ ਸੁਰ ਪੈ ਜਾਣੀ ਆ, ਤੇ ਆਪਦੀਆਂ ਤਨਖਾਹਾਂ ਤੇ ਚੁੱਪ ਚਪੀਤੇ ਵਧਾ ਲੈਂਦੇ ਆ ਜੀ। ਤੇ ਬਾਹਰ ਲੋਕਾਂ ਨੂੰ ਖੱਜਲ ਕਰਦੇ ਆ। ਡਰੱਗ ਆ ਉਹ ਭਾਵੇਂ ਜਿਹਦੇ ਮਰਜ਼ੀ ਘਰ ਭਰਤੀ ਲੈ ਲਓ ਨਾ ਜੀ, ਕਰਤੀ। ਉਹ ਕਹਿੰਦੇ ਹੁਣ 2.5 ਗ੍ਰਾਮ ਤਾਂ ਤੁਸੀਂ ਲੀਗਲ ਅਗਲੇ ਸਾਲ ਜਨਵਰੀ ਤੋਂ ਰੱਖ ਸਕਦੇ ਹੋ। 10 ਬੰਦੇ ਜੇ ਇਕੱਠੇ ਜਾਣਾ ਇੱਕ ਗੱਡੀ 'ਚ 25 ਗ੍ਰਾਮ ਹੋ ਗਈ, ਬਸ ਬੱਲੇ ਬੱਲੇ। ਸਾਹਿਬ ਕਿਤੇ ਇਹਨਾਂ ਕੋਲ ਛੋਟੀਆਂ ਡਿਸਪੈਂਸਰੀਆਂ ਬਣਾ ਨਹੀਂ ਹੋਈਆਂ, ਤੇ ਆਪਣਾ ਠੇਕੇ ਹਰੇਕ ਸਟਰੀਟ ਤੇ ਖੋਲ ਦਿੱਤੇ ਵੀ ਇਹੀ ਛੋਟੀਆਂ ਕਲੀਨਿਕਾਂ ਹੀ ਖੋਲ ਦਿੰਦੇ। ਆਮ ਆਦਮੀ ਵਾਲਿਆਂ ਕੋਈ ਆਈਡੀਆ ਲਿਆਉਣ, ਮਹੱਲਾ ਕਲੀਨਿਕ ਹੀ ਖੋਲ ਦੇਣ ਤੇ ਲੋਕਾਂ ਨੂੰ ਇਲਾਜ ਤਾਂ ਮਿਲ ਜਾਵੇ। ਦਾਰੂ ਤੋਂ ਕਹਿੰਦੇ ਭਾਵੇਂ ਹਰੇਕ ਮੋੜ ਤੋਂ ਲੈ ਲਓ, ਕੋਈ ਚੱਕਰ ਨਹੀਂ, ਜਿੱਥੋਂ ਮਰਜ਼ੀ ਮਿਲ ਜਾਂਦੀ ਹੈ ਜੀ। ਬਿਲਕੁਲ ਜੀ। ਕੰਗ ਸਾਹਿਬ, ਪ੍ਰੋਗਰਾਮ ਤੁਹਾਡੇ ਤੱਕ ਕੈਪਟਨ ਮੀਟ ਤੇ ਪੋਲਟਰੀ ਐਬਸਫੋਰਡ ਪਹੁੰਚਾ ਰਹੇ ਨੇ ਜੀ। 604 776 2880। ਹਰ ਕਿਸਮ ਦਾ ਮੀਟ, ਰॉ ਮੀਟ, ਉਹਦੇ ਬਾਅਦ ਮੈਰੀਨੇਟ ਕੀਤਾ ਮੀਟ। ਯਾਰ ਐਡਾ ਅਗਰੈਸ਼ਨ ਹੈ ਬਾਹਰ, ਲਾਈਨਾਂ ਸਭ ਫੁੱਲ ਹੋ ਗਈਆਂ। ਮੈਂ
ਹੈਰਾਨ ਹੋ ਗਿਆ ਵੀ ਇਹਦਾ ਮਤਲਬ ਕਮਿਊਨਿਟੀ ਬਹੁਤ ਮੁਸ਼ਕਿਲ 'ਚ ਲੰਘ ਰਹੀ ਹੈ। ਇਹ ਸਿੰਪਲ ਨਹੀਂ ਹੈ ਕਹਾਣੀ। ਕੈਪਟਨ ਮੀਟ ਤੇ ਪੋਲਟਰੀ, ਹਰ ਕਿਸਮ ਦਾ ਮੀਟ ਦਾ ਅਚਾਰ, ਮੈਰੀਨੇਟ ਕੀਤਾ ਮੀਟ ਰੈਡੀ ਟੂ ਬਾਰਬੀਕਿਊ ਜਾਂ ਬਾਰਬੀਕਿਊ ਉਹਨਾਂ ਤੋਂ ਕਰਾ ਕੇ ਵੀ ਐਬਸਫੋਰਡ ਵਾਲੀ ਲੋਕੇਸ਼ਨ 40 ਪਾਉਂਡ ਤੁਹਾਨੂੰ ਬਾਰਬੀਕਿਊ 20 ਮਿੰਟ 'ਚ ਕਰ ਦਿੰਦੇ ਆ ਚਿਕਨ। ਬਾਕੀ ਬੱਕਰਾ ਹਰ ਰੋਜ਼ ਬਣਦਾ ਹੈ। ਅਤੇ ਸੂਫ ਜਿਹੜਾ ਖਰੌੜਿਆਂ ਦਾ 3 ਕਿਸਮ ਦੀ ਜਲਤੋਰੀਆ, ਲੈਂਗਲੀ ਬਾਈਪਾਸ ਤੇ 200 ਸਟਰੀਟ, ਨਿਊਟਨ, ਪਾਇਲ ਬਿਜ਼ਨਸ ਸੈਂਟਰ ਤੇ ਐਬਸਫੋਰਡ 604 776 2880। ਸਰਦਾਰ ਜੋਗਾ ਸਿੰਘ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਇਹ ਐਨਡੀਪੀ ਨੂੰ ਬਾਈ ਜੀ ਬਖਸ਼ ਹੀ ਆ। 82 'ਚ ਮੈਂ ਤਾਂ ਨਹੀਂ ਆਇਆ ਸੀਗਾ, ਝੱਗੇ ਵਿੱਚ ਉਦੋਂ ਵੀ ਇਹ ਨਹੀਂ ਕਰਤੇ ਸੀਗੇ ਜਿਹੜੇ ਉਦੋਂ ਝੱਗੇ ਵਿੱਚ ਕੀਤੇ, ਹਾਲੇ ਤੱਕ ਮਤਲਬ ਤਾਬੇ ਨਹੀਂ ਆਏ ਹੈਗੇ, ਹੁਣ ਵੀ ਕਰ ਜਾਣਗੇ। ਤੇ ਦੂਸਰਾ, ਮੈਂ ਇੱਕ ਵਾਰ ਮਤਲਬ ਮੈਂ ਪੁਰਾਣੀ ਗੱਲ ਕਰਦਾ, ਸੇਲ ਤੇ ਲੱਗਾ ਗੈਸ ਪਵਾਇਆ ਸੀ 30/4 ਨੂੰ ਰੈਗੂਲਰ ਐਸਓ ਵਾਲਿਆਂ ਦੇ, ਮਤਲਬ 25-30 ਸਾਲ ਪੁਰਾਣੀ ਮੇਰਾ ਖਿਆਲ ਗੱਲ ਹੋਣੀ ਆ। 30/4 ਨੂੰ ਤਾਂ ਦੇਖੋ ਅੱਜ ਕੱਲ ਮੇਰੇ ਖਿਆਲ 2:35 ਨੂੰ ਆ। 2:35 ਆ ਜੀ। ਤੇ ਜਿੱਥੇ ਹੁਣ ਮੈਂ ਰਹਿਣਾ, ਤੁਸੀਂ ਘਰਾਂ ਦੀ ਗੱਲ ਕਰਦੇ ਆ, ਅਨਲੀਗਲ ਕੰਸਟਰਕਸ਼ਨ ਜਿੰਨੀ ਮਰਜ਼ੀ ਕਰ ਲਓ। ਸਕੂਲ ਦੇ ਵਿੱਚ ਬੱਚਾ ਦਾਖਲ ਕਰਾਉਣ ਜਾਂਦੇ ਆ ਜਾਂ ਹਸਪੀਟਲ ਜਾਂਦੇ ਆ, ਉਦੋਂ ਪਤਾ ਲੱਗਦਾ ਵੀ ਕਿਹੜੇ ਭਾਅ ਵਿਕਦੀ ਆ। ਐਮਰਜੈਂਸੀ ਚੱਲ ਜਾਓ, 7 ਘੰਟੇ ਤੋਂ ਪਹਿਲਾਂ ਵਾਰੀ ਨਹੀਂ ਆਉਂਦੀ। ਮੈਂ 4 ਵਾਰੀ ਮੇਰਾ ਬਾਹ ਪੈਟਿਆ। ਮਤਲਬ ਇੱਕ ਮੇਰੇ ਗੁਆਂਢ ਇੱਥੇ ਮਤਲਬ ਲਾਗੇ ਜਿੱਥੇ ਮੇਰਾ ਨਾ ਘਰ ਬਣਿਆ, ਉਹ ਘਰ ਉੱਪਰੋਂ ਥੱਲੇ ਡਬਲ ਕਰਤਾ। ਉਹਦੇ ਪਿੱਛੇ ਜਿਹੜਾ ਵੈਨਕੂਵਰ ਘਰ ਹੁੰਦਾ ਸੀ ਨਾ, ਰੋ ਹਾਊਸ ਹਾਂਜੀ, ਉਹ ਉਹਦਾ ਮਗਰ ਇੱਕ ਘਰ ਬਣਾਤਾ। ਔਰ ਘਰ ਮਤਲਬ ਜਿਹੜਾ ਪਹਿਲਾਂ ਸੀ ਉਹਨੂੰ ਪੂਰਾ ਮਤਲਬ 3 ਸਾਲ ਤੋਂ ਰੈਨੋਵੇਟ ਹੋ ਰਿਹਾ। ਔਰ ਘਰ ਲੁੱਕ ਛਿਪੇ ਨਹੀਂ ਹੈਗਾ, ਮੇਨ ਰੋਡ ਦੇ ਉੱਤੇ ਆ। ਉੱਥੇ ਮਰਸੀਡੀਆਂ ਮੂਹਰੇ ਖੜੀਆਂ ਹੁੰਦੀਆਂ, ਮਤਲਬ 2-3 ਕਾਰਾਂ ਹੋਰ ਖੜੀਆਂ ਹੁੰਦੀਆਂ, ਨੰਬਰ ਪਲੇਟ ਕਦੇ ਇੱਕ ਦੀ ਲੱਗੀ ਹੁੰਦੀ। ਤੇ ਉਹ ਪੈਸਾ ਮਤਲਬ ਵੀ ਉਹ ਮੇਰੇ ਕਹਿਣ ਦਾ ਮਤਲਬ ਜਿਹੜਾ ਤੁਸੀਂ ਜਾਂ ਮੈਂ ਦਿਹਾੜੀਦਾਰ ਨੇ ਨਹੀਂ ਉਹ ਬਣਾਉਣਾ। ਜੀ ਜੋਗਾ ਸਿੰਘ, ਧੰਨਵਾਦ ਜੀ। ਤੇ ਇੱਕ ਨਾ 70 ਕਿੱਲੇ ਜ਼ਮੀਨ ਵਿਕਾਊ ਹੈ। ਜੇ ਤੁਸੀਂ 2000 ਸਕੁਅਰ ਫੁੱਟ ਘਰ ਹੈ ਤੇ 10,000 ਸਕੁਅਰ ਫੁੱਟ ਬਾਰਨ ਹੈ ਜੀ, ਸਪੇਸ ਸਟੋਰੇਜ 50,000 US ਤੇ ਚੜਿਆ ਹੋਇਆ। ਮਿੰਟ 10 ਲੱਖ ਦੇ ਐਸਓਮਸ ਬਾਰਡਰ ਤੋਂ। ਸਹਿਜ ਵਿਰਕ ਨਾਲ 604 825 7879 ਤੇ ਗੱਲਬਾਤ ਕਰਿਓ। 604825 7879। ਵਧੀਆ ਫਾਰਮ ਵਿਕਾਊ ਹੈ। ਸਰਦਾਰ ਬਲਜਿੰਦਰ ਸਿੰਘ ਜੀ, ਲਾਈਨ ਨੰਬਰ 4। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੰਗਾ ਸਾਹਿਬ। ਹਾਂਜੀ, ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਹੁੰਦਾ ਹਮੇਸ਼ਾ। ਅੱਛਾ ਦੇਖੋ, ਤੁਸੀਂ ਇਹ ਗੱਲ ਤੋਰੀ ਆ ਮਹਿੰਗਾਈ ਦੀ। ਮਹਿੰਗਾਈ ਤਾਂ ਇੰਨੀ ਹੋ ਗਈ ਹੈ ਜੀ, ਕੈਨੇਡਾ ਦੇ ਵਿੱਚ ਆਮ ਬੰਦੇ ਦਾ ਰਹਿਣਾ ਤਾਂ ਬਹੁਤ ਮੁਸ਼ਕਲ ਹੋ ਗਿਆ। ਮੈਂ 96 ਚ ਆਇਆ ਤੇ 96 ਤੋਂ ਹੀ ਆਪਣੇ ਆ ਜਿਹੜੇ ਦੇਸੀ MLA MPਆਂ ਤੋਂ ਸੁਣਦਾ ਹਜੇ ਸਰੀ ਹਸਪਤਾਲ ਬਣ ਜਾਣਾ ਤੇ 26-27 ਸਾਲ ਤਾਂ ਮੈਨੂੰ ਸੁਣਦੇ ਨੂੰ ਹੋ ਗਏ ਆ। ਸੋ ਇਹਨਾਂ MLA MPਆਂ ਨੇ ਸਾਡਾ ਇੰਨਾ ਬੇੜਾ ਗਰਕ ਕਰ ਦਿੱਤਾ ਨਾ, ਦੱਸਣ ਦੀ ਤਾਂ ਮੈਨੂੰ ਬਹੁਤੀ ਲੋੜ ਹੀ ਨਹੀਂ ਕਿ ਸਾਰਿਆਂ ਨੂੰ ਪਤਾ ਹੀ ਆ। ਜੇ ਕਿਤੇ ਇਹੀ MLA MP ਤੁਹਾਡੇ ਸ਼ਹਿਰ ਦੇ ਨਾ ਕਿਤੇ ਮੇਅਰ ਬਣ ਗਏ, ਫੇਰ ਤੁਸੀਂ ਹਾਲ ਦੇਖਿਓ ਆਪਣਾ ਕਿੰਨਾ ਮਾੜਾ ਹੋਣਾ। ਇਹ ਬਚ ਜਾਓ। ਮੈਂ ਇੱਕੋ ਹੀ ਲੀਡਰ ਦੇਖਿਆ ਡੱਗ, ਜਿਹੜੇ ਬੰਦੇ ਨੇ ਵਾਅਦਾ ਕੀਤਾ ਸੀ ਮੈਂ ਆਪਣੀ ਲੋਕਲ ਪੁਲਿਸ ਵੀ ਲੈ ਕੇ ਆਊਂਗਾ ਤੇ ਸਕਾਈ ਟ੍ਰੇਨ ਵੀ ਬਣਾਊਂਗਾ, ਉਸ ਬੰਦੇ ਨੇ ਉਹ ਵਾਅਦਾ ਕੀਤਾ। ਆਪਣੇ MLA MP ਦਾ ਇੱਕ ਵੀ ਵਾਅਦਾ ਦੱਸ ਦਿਓ ਜਿਹੜਾ ਉਹਨਾਂ ਨੇ 26-27 ਸਾਲਾਂ 'ਚ ਪੂਰਾ ਕੀਤਾ ਹੋਵੇ। ਸੋ ਹੁਣ ਇਹ ਨਾ ਫੈਡਰਲ ਲੈਵਲ ਤੇ ਕੁਛ ਕਰ ਸਕੇ, ਨਾ ਪ੍ਰੋਵਿੰਸ਼ੀਅਲ ਲੈਵਲ ਤੇ ਕਰ ਸਕੇ ਆ। ਹੁਣ ਇਹਨਾਂ ਨੇ ਗੰਦ ਆਪਣੇ ਸਿਟੀ ਦੇ ਵਿੱਚ ਪਾਣਾ। ਮੈਂ ਸਾਰੀ ਆਪਣੀ ਕਮਿਊਨਿਟੀ ਨੂੰ ਬੇਨਤੀ ਅਪੀਲ ਹੀ ਕਰਦਾ, ਬਚ ਜਾਓ। ਆਪਾਂ ਡੱਗ ਦਾ ਦੇਣਾ ਦੇ ਨਹੀਂ ਸਕਦੇ ਕਦੇ ਵੀ। ਜੇ ਡੱਗ ਹਾਰ ਗਿਆ, ਸਾਡਾ ਰਹਿਣਾ ਕੱਖ ਨਹੀਂ ਹੈਗਾ। ਤੁਸੀਂ ਇਹ ਦੇਖ ਲਿਓ। ਬਾਕੀ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਮਰਜ਼ੀ ਕਰੀ ਜਾਓ। ਥੈਂਕ ਯੂ ਬਾਈ ਜੀ। ਥੈਂਕ ਯੂ ਜੀ ਸਿੰਘਾ ਸਾਹਿਬ। ਪ੍ਰੋਗਰਾਮ ਤੁਹਾਡੇ ਤੱਕ ਕੁਲਵੀਰ ਸਿੰਘ ਸੋਹਤਾ ਡਾਂਸੀਵਾਲ ਪਹੁੰਚਾਉਂਦੇ ਨੇ ਜੀ। ਪਲੈਨਟ ਗਰੁੱਪ ਰਿਐਲਿਟੀ ਦੇ ਕੁਲਵੀਰ ਸਿੰਘ ਸੋਹਤਾ। ਇਨਾਮ ਜਿਹੜੇ ਨੇ ਭਰਿਆ ਪਿਆ। ਲਿਵਿੰਗ ਰੂਮ, ਪ੍ਰੀ ਸੇਲ ਟਾਊਨ ਹਾਊਸ, ਫਾਰਮ ਲਾਟਸ ਤੇ ਹਰ ਇੱਕ ਪ੍ਰੋਪਰਟੀ, ਖਾਸ ਤੌਰ 'ਤੇ ਸਰੀ ਦੇ ਵਿੱਚ ਘਰ ਨੇ ਜਿਹੜੇ ਉਹ ਤੇ ਡੈਲਟਾ ਦੇ ਵਿੱਚ, ਉਹਨਾਂ ਦੀ ਬੜੀ ਮੁਹਾਰਤ ਹੈ। ਕੁਲਵੀਰ ਸਿੰਘ ਸੋਹਤਾ ਡਾਂਸੀਵਾਲ 778 863 2472 778 863 2472। ਕੁਲਵੀਰ ਸਿੰਘ ਸੋਹਤਾ ਡਾਂਸੀਵਾਲ ਰੀਅਲਟਰ। ਡਾਕਟਰ ਜੰਡੀ ਜੀ, ਲਾਈਨ ਨੰਬਰ 5। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਜਿਹੜਾ ਲੋਕਾਂ ਦਾ ਤੋਰੀ ਫੁਲਕਾ ਚੱਲ ਰਿਹਾ ਨਾ ਇਸ ਵੇਲੇ, ਉਹ ਸਿਰਫ ਜਿਹੜੇ ਬੱਚੇ ਜਾਂ ਇਮੀਗ੍ਰੈਂਟ ਆ ਰਹੇ ਉਹਨਾਂ ਦੇ ਸਿਰ ਤੇ ਚੱਲ ਰਿਹਾ। ਜੇ ਉਹ ਆਉਣੇ ਅੱਜ ਬੰਦ ਹੋ ਜਾਣ, ਮੈਂ ਤੁਹਾਨੂੰ ਗਰੰਟੀ ਕਰਦਾ 80% ਜਿਹੜੇ ਆਹ ਮੈਕਡੋਨਲਡ ਤੋਂ ਲੈ ਕੇ ਜਿੰਨੇ ਫਾਸਟ ਫੂਡ ਚੇਨਾਂ ਤੋਂ ਲੈ ਕੇ ਰੈਸਟੋਰੈਂਟ, 80% ਤਾਂ ਹੀ
ਬੰਦ ਨਾ ਹੋਣਗੇ, ਬੰਦ ਹੋਣ ਦੇ ਲਾਗੇ ਪਹੁੰਚ ਜਾਣਗੇ। ਇਹੀ ਬੱਚੇ ਕਰ ਰਹੇ। ਹਾਂਜੀ, ਇਹ ਬੱਚਿਆਂ ਦੇ ਸਿਰ ਤੇ ਹੀ ਚੱਲਦੀ ਆ। ਬੱਚਿਆਂ ਦੇ ਸਿਰ ਤੇ ਆਪਾਂ ਰੋਟੀ ਖਾ ਰਹੇ ਹਾਂ, ਆਪਾਂ ਨਹੀਂ ਰੋਟੀ ਬੱਚਿਆਂ ਨੂੰ ਖਿਲਾ ਰਹੇ, ਬੱਚੇ ਆਪਾਂ ਨੂੰ ਰੋਟੀ ਖਿਲਾ ਰਹੇ ਆ। ਇਹ ਆਪੋਜ਼ਿਟ ਆ। ਆਪਣੀ ਸੋਚ ਹੀ ਬਹੁਤ ਛੋਟੀ ਜਿਹੀ ਆ। ਮੈਂ ਐਟਲੀਸਟ ਏਦਾਂ ਦੇ ਅਦਾਰਿਆਂ ਨੂੰ ਜਾਣਦਾ ਜਿਨ੍ਹਾਂ ਕੋਲੇ 80 ਤੋਂ ਲੈ ਕੇ 100% ਤਾਈਂ ਬੱਚੇ ਹੀ ਆ ਜਿਹੜੇ ਜਿਨ੍ਹਾਂ ਦੇ ਬੱਚਿਆਂ ਦੇ ਸਿਰ ਤੇ ਚੱਲਦਾ, ਇਨਕਲੂਡਿੰਗ ਜਿੱਦਾਂ ਆਪਣੇ ਟੇਸਟੀ ਵਾਲੇ ਮੁੰਡੇ ਹੈਗੇ ਹਰਮਨ ਹੋਣੀ, ਉਹਨਾਂ ਕੋਲ 80 ਤੋਂ 100% ਹੀ ਉਹਨਾਂ ਕੋਲ ਸਟੂਡੈਂਟ ਹੀ ਆ। ਜੇ ਉਹਨਾਂ ਕੋਲ ਇੱਕ ਦਿਨ ਲਈ ਬੰਦ ਹੋ ਜਾਣ ਤੇ ਸਟੂਡੈਂਟ ਹੈ ਨਹੀਂ, ਉਹ ਏਡਾ ਵੱਡਾ ਇੱਕ ਅਦਾਰਾ ਬੰਦ ਹੋਣ ਦੇ ਕਿਨਾਰੇ ਆ ਜਾਂਦਾ ਹੈ ਨਾ। ਪਰ ਡਾਕਟਰ ਸਾਹਿਬ ਮਹਿੰਗਾਈ ਜਿਹੜੀ ਹੋ ਰਹੀ ਹੈ ਇਹਦੀ ਗੱਲ ਲੋਕ ਕਰ ਰਹੇ ਨੇ। ਇਮੀਗ੍ਰੇਸ਼ਨ ਤਾਂ ਚਲੋ ਖੈਰ ਮਹਿੰਗਾਈ ਗਿਲ ਸਾਹਿਬ, ਮੈਂ ਬੜਾ ਤੁਹਾਡੇ ਦਾ ਤੁਸੀਂ ਜਾਣਦੇ ਪੁਰਾਣੇ, ਮੈਂ ਬੜਾ ਆਨੈਸਟ ਬੰਦਾ, ਆਪਣੇ ਤੋਂ ਬੇਸ਼ਰਮ ਬੰਦਾ ਕੋਈ ਨਹੀਂ ਦੁਨੀਆ 'ਚ ਜਿਹੜੇ ਆਪਾਂ ਇੱਥੇ ਬੈਠੇ ਆ। ਠੀਕ ਹੈ, ਮਤਲਬ ਮੈਂ ਬੜਾ ਇੱਕ ਮੈਨੂੰ ਜਾਣਦਾ ਬੰਦਾ, ਮੈਨੂੰ ਕੱਲ ਕਿਸੇ ਬੰਦੇ ਦਾ ਫੋਨ ਆਇਆ, ਕਹਿੰਦਾ ਡਾਕਟਰ ਸਾਹਿਬ ਵੀ ਉਹਨਾਂ ਦੇ ਕਿਸੇ ਨੇ ਆਉਣਾ ਵੀ ਉਹ ਬੰਦੇ ਦੇ ਉਹਨੇ ਘਰ 'ਚ ਜਿੱਦਾਂ ਬੱਚਿਆਂ ਨੂੰ ਘਰ ਦਿੱਤਾ 10 ਬੈਡਰੂਮ ਦਾ ਘਰ ਆ, ਹੈ ਤਾਂ ਮਤਲਬ ਮਿਡਲ ਏਜ ਤੋਂ ਮੀਡੀਅਮ ਏਜ ਆ, ਹੋਣਾ 30 ਸਾਲ ਪੁਰਾਣਾ ਹੈ, ਚਲੋ ਠੀਕ ਆ। ਤਾਂ ਉਹਨੂੰ ਕਹਿੰਦਾ ਵੀ ਉਹਨਾਂ ਕੋਲੇ ਵੀ ਕਹਿ ਕੇ ਤਾਂ ਉਹਨਾਂ ਨੂੰ ਇੱਕ ਵੀ ਸਾਡੇ ਪਿੰਡ ਦੀ ਕੁੜੀ ਉਹਨੂੰ ਇੱਕ ਉੱਥੇ ਰੂਮ ਦਵਾ ਦਿਓ। ਮੈਂ ਕਿਹਾ ਚੱਲ ਮੈਂ ਉਹਨੂੰ ਕਹਿ ਦੂੰ, ਮੈਂ ਉਹਨੂੰ ਨਾਲੇ ਬੰਦਾ ਜਾਣਦਾ ਉਹਨੂੰ, ਮੈਂ ਕਿਹਾ ਬਈ ਕਿੱਦਾਂ ਬਈ ਯਾਰ ਵੀ ਸਮੇਂ ਜਾਣ ਪਛਾਣ ਵਾਲੇ ਉਹਨਾਂ ਦੇ ਬੱਚੀ ਨੇ ਆਉਣਾ, ਬਈ ਇੱਕ ਰੂਮ ਦੀ ਹੈਗੀ ਸਪੇਸ। ਮੈਨੂੰ ਉਹਦਾ ਬੰਦੇ ਦਾ ਆਨਸਰ ਸੀ ਇਹ ਨਹੀਂ ਵੀ ਉਹ ਬੰਦਾ ਆਪਣੇ ਆਪ ਨੂੰ ਮਿਲੀਅਨੇਅਰ ਤੋਂ ਲੈ ਕੇ ਮਲਟੀ ਮਿਲੀਅਨੇਅਰ ਸ਼ੋ ਕਰਦਾ, ਉਹ ਜਿਹੜੇ ਆਹ ਡੱਬੇ ਵਾਲੀ ਮਰਸਡੀਜ਼ ਚਲਾਉਂਦੇ ਆ, ਉਹ ਉਹਨਾਂ ਦੇ ਵਿੱਚੋਂ ਆਉਂਦਾ ਉਹ। ਤਾਂ ਉਹ ਬੰਦਾ ਮੈਨੂੰ ਕਹਿੰਦਾ ਡਾਕਟਰ ਸਾਹਿਬ ਵੀ ਏਦਾਂ ਵੀ ਹੁਣ ਮੈਂ ਉਹਦਾ ਰੇਟ $1200 ਕਰ ਦਿੱਤਾ ਇੱਕ ਰੂਮ ਦਾ। ਤਾਂ ਓਦਾਂ ਚਲੋ ਵੀ ਉਹਨੂੰ ਤੁਸੀਂ ਕਿਹਾ ਕਰਕੇ ਮੈਂ ਉਹਨੂੰ ਪੁਰਾਣੇ ਰੇਟ 'ਚ $900 ਦੇ ਵਿੱਚ ਕਮਰਾ ਦੇ ਦਿੰਦਾ। ਮਤਲਬ ਯਾਰ ਇੰਨੀ ਬੇਸ਼ਰਮੀ ਵੀ ਕਿਸੇ ਲੈਵਲ ਤੇ ਤੁਸੀਂ ਕਿੱਥੇ ਲੈ ਜਾਣੇ ਪੈਸੇ, ਕਿਤੇ ਨਹੀਂ ਨਾਲ ਜਾਣੇ। ਇੱਥੇ ਜਿੱਦਣ ਰਿਵਰ ਰੋਡ ਤੇ ਜਾਣਾ ਕੱਲਿਆਂ ਨੂੰ ਹੱਥ ਮਾਰਦੇ ਜਾਣਾ, ਕੱਲਿਆਂ ਨੂੰ ਉੱਥੋਂ ਘਰਦਿਆਂ ਨੇ ਵੀ ਛੱਡ ਕੇ ਆ ਜਾਣਾ ਵੀ ਚੰਗਾ ਵੀ ਹੁਣ ਤੇਰੇ ਗਾਂ ਕੀਰਤਪੁਰ ਸਾਹਿਬ ਛੱਡ ਆਵਾਂਗੇ ਤੈਨੂੰ। ਇਸ ਕਰਕੇ ਆਪਾਂ ਨੂੰ ਵੀ ਥੋੜਾ ਆਪਾਂ ਨੂੰ ਜ਼ਿਆਦਾ ਕਰਨ ਦੀ ਲੋੜ ਆ। ਆਪਾਂ ਬੱਚਿਆਂ ਨੂੰ, ਬੱਚੇ ਤਾਂ ਵਿਚਾਰੇ ਜਿੰਨੇ ਕੁ ਦੇ ਸਕਦੇ ਉਹ ਤਾਂ ਹੁਣ ਫਸੇ ਹੋਆ, ਉਹਨਾਂ ਨੂੰ ਤਾਂ ਦੇਣੇ ਹਨਾ। ਕਈ ਵਾਰੀ ਤੁਹਾਨੂੰ ਆਪਣੇ ਆਪ, ਮੈਂ ਵੀ ਸਟੂਡੈਂਟ ਆਇਆ ਸੀ 91 'ਚ, ਮੈਨੂੰ ਪਤਾ ਕਿਉਂਕਿ ਮੇਰੇ ਕੋਲ ਤਾਂ ਚਲੋ ਇੰਨਾ ਨਹੀਂ ਸੀ, ਸਾਨੂੰ ਯੂਨੀਵਰਸਿਟੀ ਵੱਲੋਂ ਫੈਲੋਸ਼ਿਪ ਮਿਲਦਾ ਸੀ, ਵਧੀਆ ਸੀ ਸਾਰਾ ਕੁਛ, ਮਤਲਬ ਵਧੀਆ ਗੁਜ਼ਾਰਾ ਚੱਲਦਾ। ਪਰ ਬੱਚਿਆਂ ਦਾ ਵੀ ਗੁਜ਼ਾਰਾ ਕਿੱਥੋਂ ਕਰਨਾ, ਬੱਚਿਆਂ ਲਈ ਵੀ ਬਹੁਤ ਔਖਾ ਹੋ ਰਿਹਾ। ਇਸ ਕਰਕੇ ਆਪਾਂ ਨੂੰ ਵੀ ਥੋੜਾ ਜਿਹਾ ਬੈਕ ਟੂ ਆਉਣਾ ਚਾਹੀਦਾ, ਜਿੱਥੇ ਕਿ ਆਪਾਂ ਰੀਜ਼ਨੇਬਲ ਹੋਈਏ ਬਈ ਚਲੋ $500 ਦੇ ਰੂਮ ਦਾ ਲੈ ਲਓ, ਦੈਟਸ ਓਕੇ ਆ। $5,000 ਤੁਹਾਡਾ ਘਰ ਰੈਂਟ ਹੋ ਗਿਆ, ਦੈਟਸ ਫਾਈਨ। ਪਰ ਤੁਸੀਂ $1200 ਦੇ ਵਿੱਚ $12,000 ਇੱਕ $1.2 ਮਿਲੀਅਨ ਦੇ ਘਰ ਦੇ ਵਿੱਚੋਂ ਕਮਾ ਰਹੇ ਹੋ, ਉਹ ਤੁਹਾਡੇ ਲਈ ਵੀ ਇੱਕ ਸ਼ੇਮਫੁਲ ਦੀ ਚੀਜ਼ ਹੈ। ਬਾਕੀ ਜਿੱਥੋਂ ਦਾ ਇਹ ਗੱਲ ਆ ਇਹ ਆ ਜੀ ਗਿੱਲ ਸਾਹਿਬ, ਆਪਾਂ ਨੂੰ ਚਾਹੀਦਾ BC ਗਵਰਨਮੈਂਟ ਤੇ ਪਾਓ, ਕੋਈ ਬੰਦਾ ਮੋਹਰੇ ਹੋ ਕੇ ਲੱਗੋ ਉਹਦੇ ਵਿੱਚ। ਇਹ ਆ ਜਿਹੜਾ ਹੁਣ ਉਹ ਜਿਹੜਾ ਅਜਾਇਬ ਘਰ ਆ ਉਹਦੇ ਵਾਲੇ ਪੈਸੇ ਜਿਹੜੇ ਉਹ ਸਰੀ ਹਸਪੀਟਲ ਦੇ ਵਿੱਚ ਡਿਵਾਈਡ ਕਰਾਓ, ਵੀ ਸਰੀ ਨੂੰ ਹਸਪੀਟਲ ਪਹਿਲੋਂ ਬਣਾਓ। ਉਹ ਜਿਹੜਾ ਤੁਹਾਡਾ ਮਤਲਬ ਉਹ ਜੋ ਵੀ ਮਿਊਜ਼ੀਅਮ ਆ ਉਹਨੂੰ ਬਾਅਦ ਵਿੱਚ ਜਦੋਂ ਪੈਸੇ ਹੋਣਗੇ ਉਦੋਂ ਉਹਦੇ ਵਿੱਚ ਕੱਢ ਲਿਓ, ਨੰਬਰ ਦਿਓ ਤੇ ਉਹ ਕੋਈ ਉਹਦੇ ਵਿੱਚ BC ਦਾ ਕੋਈ ਮਿਊਜ਼ੀਅਮ ਨਹੀਂ। ਉਸ ਮਿਊਜ਼ੀਅਮ 'ਚ ਕਿਤੇ ਕਾਮਾ ਘਾਟਾ ਮਾਰੂ ਦਾ ਜ਼ਿਕਰ ਨਹੀਂ, ਉਹ 'ਚ ਕਿਤੇ ਚਾਈਨੀਜ਼ ਹੈਡ ਟੈਕਸ ਦਾ ਕੁਛ ਨਹੀਂ ਹੈਗਾ। ਉਹ ਸਿਰਫ ਇੱਕ ਚਿੱਟਿਆਂ ਦੀ ਹਿਸਟਰੀ ਆ, ਉਹਦੇ ਵਿੱਚ 10% ਤੋਂ ਵੀ ਘੱਟ ਜੇ ਹਿਸਟਰੀ ਹੈਗੀ ਤਾਂ ਉਹ ਨੇਟਿਵ ਦੀ ਹੋਊਗੀ, ਉਹ ਵੀ ਮੇਰੇ ਖਿਆਲ 5 ਤੋਂ 10% ਸਪੇਸ ਹੈ ਉਹਦੀ ਜੀ। ਬਾਕੀ ਉਹਦੇ ਉੱਤੇ ਕਲੋਜ਼ ਟੂ $1 ਬਿਲੀਅਨ ਖਰਚਣਾ ਮੇਰੇ ਖਿਆਲ ਕੋਈ ਉਹਦੇ ਵਿੱਚ ਕੋਈ ਅਕਲਮੰਦੀ ਵਾਲੀ ਗੱਲ ਨਹੀਂ। ਉਹਦੇ 'ਚ ਇੱਕ ਚਿੱਟੀ ਹਿਸਟਰੀ ਨੂੰ ਪ੍ਰੀਜ਼ਰਵ ਕਰਨ ਲਈ ਇੱਕ ਸਟੇਟ ਦਾ ਇੰਨਾ ਪੈਸਾ ਖਰਚ ਕਰਨਾ ਉਹ ਬੜੀ ਵਧੀਆ ਗੱਲ ਨਹੀਂ। ਇਹਦੇ ਉੱਤੇ ਡੈਫੀਨੇਟਲੀ ਇਹ ਇੱਕ ਮੁੱਦਾ ਬਣਨਾ ਚਾਹੀਦਾ ਜੀ। ਥੈਂਕ ਯੂ ਸਰ। ਥੈਂਕ ਯੂ ਜੀ। ਭੁਲਿੰਦਰਪਾਲ ਸਿੰਘ ਜੀ, ਲਾਈਨ ਨੰਬਰ 6। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਚਲੋ ਜਿਹੜੇ ਪੈਸੇ ਬਚ ਜਾਣ, ਜਿਹੜੀ ਲਾਈਨ ਲੱਗਦੀ ਆ ਨਾ ਵੀ ਆਪਾਂ ਕਹਿੰਦੇ ਵੀ ਆਨਲਾਈਨ ਵਿਕਦੀਆਂ ਨੇ ਪਾਸਪੋਰਟ ਦਫ਼ਤਰ ਦੇ ਬਾਹਰ, ਉਹ ਲਾਈਨ ਸਿਰਫ ਵਾਕ ਇਨ ਲਾਈਨ ਆ। ਉਹ ਜਿਹੜੀਆਂ ਜੇ ਅਪੁਆਇੰਟਮੈਂਟ ਬਣੀਆਂ ਤਾਂ ਭਾਵੇਂ ਤੁਹਾਡੀ ਵਾਰੀ ਆ ਜਾਣੀ ਆ, ਜਿਹਦੀ ਅਪੁਆਇੰਟਮੈਂਟ ਬਣੀ ਆ ਜੋ ਵੀ ਹੈਗਾ ਉਹਦੀ ਵਾਰੀ ਆ ਜਾਣੀ ਆ। ਪਰ ਜਿਹੜੀ ਵਾਕ ਇਨ ਲਾਈਨ ਆ 10 ਤੋਂ 15 ਮਸਾਂ ਜਾਂਦੀਆਂ ਨੇ ਮਸਾਂ, ਤੇ ਲਾਈਨ ਲੱਗੀ ਹੁੰਦੀ ਆ ਉੱਥੇ 200 300 ਬੰਦੇ ਦੀ, ਬੰਦੇ ਜਾਂ ਕਿਸੇ ਹੋਰ ਦਾ, ਕਿਉਂਕਿ ਫਸਟ ਹੈਂਡ ਐਕਸਪੀਰੀਅੰਸ ਆ। ਤੇ ਉਹ ਪੈਸੇ ਨਾ ਖਰਾਬ ਕਰਿਓ। 10 ਤੋਂ ਪਹਿਲੇ 15 ਦੀ ਵਾਰੀ ਆਉਂਦੀ ਆ, ਬਾਕੀ ਸਾਰੇ ਉੱਥੋਂ ਗਾਲਾਂ ਕੱਢ ਕੇ ਜਾਂਦਾ। ਜੇ ਕੋਈ ਅੰਦਰ ਸੋਫੇ ਤੇ ਬਹਿ ਕੇ ਨਾ ਜੱਗੀ ਗੁੱਸੇ ਵਰਗਾ ਬੈਠ ਜਾਓ, ਕਹਾਣੀ ਲਿਖ ਦੂ ਉਹਦੇ ਨਾਵਲ। ਏਦਾਂ ਉੱਥੇ ਹਿਸਾਬ ਕਿਤਾਬ ਚੱਲਦਾ ਵਾ, ਰੌਲਾ ਰੱਪਾ ਇੰਡੀਆ ਸਟਾਈਲ ਚੱਲਦਾ ਕੰਮ ਉੱਥੇ ਪੂਰਾ। ਪੁਲਿਸ ਵਾਲਿਆਂ ਨਾਲ, ਸੌਰੀ ਪੁਲਿਸ ਵਾਲੇ ਨਹੀਂ, ਜਿਹੜੇ ਆਪਣੇ ਸਿਕਿਉਰਿਟੀ ਵਾਲੇ ਚੱਲਦਾ ਪੁਲਿਸ ਵਾਲੇ। ਪੰਜਾਬ ਸਰਕਾਰ ਆਪਣੇ SSP DGP ਲੈਵਲ ਵਾਲੇ ਬੰਦੇ ਖੜੇ ਆ ਨਾ ਉੱਥੇ, ਜਿਹੜੇ ਐ ਜਿਵੇਂ ਆਪਣੇ ਪੰਜਾਬੀ ਮੂਹਰੇ ਕਰਤੇ ਗਾਲਾਂ ਕੱਢਣ ਨੂੰ, ਰੌਲਾ ਪਾਉਣ ਨੂੰ, ਲੋਕਾਂ ਨੂੰ ਗਾਲਾਂ ਖਾਣ ਨੂੰ, ਗਾਲਾਂ ਪਾਉਣ ਨੂੰ।
ਚਲੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਅਪੁਆਇੰਟਮੈਂਟ ਬਣਾ ਲਓ, ਜਿਹਨੂੰ ਜ਼ਰੂਰੀ ਨਹੀਂ ਹੈਗਾ ਉਹ ਲੋਕਲ ਸਰਵਿਸ ਕੈਨੇਡਾ ਜਾ ਕੇ ਆਪਦੇ ਪੇਪਰ ਦੇ ਆਓ। ਅੱਗੇ ਮਹੀਨੇ 'ਚ ਆ ਜਾਂਦਾ ਸੀ, ਹੁਣ 1.5 ਤੋਂ 2 ਮਹੀਨੇ ਲੱਗਦੇ ਆ। ਜਿਹਨੂੰ ਕਾਹਲੀ ਨਹੀਂ ਹੈਗੀ, ਜਿਹਨੂੰ ਕਾਹਲੀ ਆ ਉਹ ਉਹੀ ਆਪਦਾ ਲਾਈਨ 'ਚ ਲੱਗੇ। ਸਵੇਰੇ 3 ਵਜੇ ਲੱਗੋਗੇ, ਪਹਿਲੇ 10 ਤੋਂ 15 ਬੰਦੇ ਦੀ ਵਾਰੀ ਆਉਂਦੀ ਆ, ਬਾਕੀ ਕਿਸੇ ਦਾ ਲੱਗਣ ਦਾ ਕੋਈ ਫਾਇਦਾ ਨਹੀਂ। ਦਿਹਾੜੀ ਖਰਾਬ ਕਰ ਦਿਓ, ਪੈਸੇ ਖਰਾਬ ਕਰ ਦਿਓ, ਠੰਡ 'ਚ ਖੜੇ ਰਹਿੰਦੇ ਹੋ। ਧੰਨਵਾਦ ਜੀ। ਤੁਹਾਡੇ ਨਾਲ ਮੈਂ ਪਹਿਲੇ ਵਿਸ਼ੇ 'ਤੇ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਸੀ ਉਹ ਕਰਦਾ। ਸਰਦਾਰ ਤਰਲੋਚਨ ਸਿੰਘ ਜੀ, ਤੁਸੀਂ ਏਅਰ 'ਤੇ ਹੋ। ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਨਾ ਇੱਕ ਪਰਸਨਲ ਆਪਦਾ ਤੁਹਾਡੇ ਨਾਲ ਇੱਕ ਸਾਂਝਾ ਕਰਨਾ ਚਾਹੁੰਦਾ ਹੈਗਾ ਇਸ ਵਿਸ਼ੇ ਤੇ ਜੀ। ਮੈਂ ਨਾ ਜੀ ਪਿਛਲੇ ਅਗਸਤ ਸਤੰਬਰ ਦੇ ਵਿੱਚ ਆਈ ਥਿੰਕ ਟਿਕਟਾਂ ਲਈਆਂ ਸੀ ਇੰਡੀਆ ਜਾਣ ਨੂੰ। ਅੱਛਾ ਜੀ। ਤੇ ਉਹ ਏਜੰਟ ਕੋਲ ਜਦੋਂ ਮੈਂ ਬੈਠਾ ਤੇ ਉੱਥੇ ਆ ਗਿਆ ਜੀ ਇੱਕ ਇਮੀਗ੍ਰੇਸ਼ਨ ਵਾਲਾ, ਜਾਣੀ ਉਹਦੀ ਹੋਣੀ ਇਮੀਗ੍ਰੇਸ਼ਨ ਦੀ ਕੋਈ ਸ਼ੌਪ ਵਗੈਰਾ ਹੋਣੀ ਉਹਦੀ। ਉਹਦਾ ਨਾ ਕੋਈ ਟਿਕਟਾਂ ਦਾ ਇਸ਼ੂ ਸੀਗਾ। ਤੇ ਉਹ ਟਰੈਵਲ ਏਜੰਟਾਂ ਦਾ ਕਹਿੰਦਾ, ਉਹਨੂੰ ਕਹਿੰਦਾ ਵੀ ਤੁਸੀਂ ਤੁਹਾਡੀ ਚੱਲਦੀ ਆ, ਤੁਸੀਂ ਟਰੂਡੋ ਨੂੰ ਕਹੋ ਵੀ ਏਅਰ ਇੰਡੀਆ ਚਲਾ ਦੇਵੇ। ਤੇ ਉਹਦੇ ਪਤਾ ਹੀ ਸ਼ਬਦ ਕੀ ਸੀ, ਉਹ ਕਹਿੰਦਾ ਵੀ ਸਾਡੇ ਵੱਲੋਂ ਟਰੂਡੋ ਭਾਵੇਂ ਸਾਰਾ ਮੁਲਕ ਖਾ ਜੇ, ਅਸੀਂ ਉਹਨੂੰ ਕੁਛ ਨਹੀਂ ਕਹਿਣਾਗਾ। ਉਹਨਾਂ ਦੀ ਮਾਨਸਿਕਤਾ ਦੇਖੋ ਜੀ ਕਿੱਥੋਂ ਕਿੱਥੇ ਜਾਂਦੀ ਆ, ਵੀ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨੀ ਗਾ। ਜਿਹੜਾ ਇਹਨਾਂ ਨੇ ਕੰਮ ਚਲਾਇਆ ਸੀ LMO ਵੇਚਣ ਦਾ, ਉਹਨਾਂ ਨੂੰ ਪੈਸੇ ਬਣਦੇ ਸੀਗੇ। ਉਹਨਾਂ ਨੂੰ ਇਹ ਨੀਗਾ ਵੀ ਟਰੂਡੋ ਗਲਤ ਕਰ ਰਿਹਾ ਜਾਂ ਸਾਡੇ ਬੱਚਿਆਂ ਦੇ ਆਉਣ ਵਾਲੇ ਦੇਸ਼ ਤੇ ਕੀ ਅਸਰ ਪਊਗਾ। ਥੈਂਕ ਯੂ ਵੀਰ ਜੀ। ਧੰਨਵਾਦ ਜੀ। ਤਾਂ ਸਾਹਮਣੇ ਆ ਜੀ 100 ਮਿਲੀਅਨ ਦੇ ਜਿਹੜੇ ਬਿਜ਼ਨਸ ਨੇ ਲੋਕਾਂ ਦੇ ਸਾਹਮਣੇ ਨੇ, ਤੇ 20-22 ਸਾਲਾਂ ਦੇ ਸਫ਼ਰ ਦੇ ਦੌਰਾਨ ਇਸ ਤਰ੍ਹਾਂ ਇੰਨਾ ਪੈਸਾ ਜਿਹੜਾ ਉਹ ਡਾਲਰ ਇੰਨੇ ਬਣਨੇ, ਤੇ ਉਹ ਜਿਹੜਾ ਲੁਕਮਾ ਤਾਂ ਕੁਛ ਨਹੀਂ ਹੈ, ਸਰਕਾਰਾਂ ਨੂੰ ਵੀ ਪਤਾ ਹੈ, ਪਰ ਸਰਕਾਰਾਂ ਵੱਡਿਆਂ ਬੰਦਿਆਂ ਦੇ ਨਾਲ ਐਮਨੈਸਟੀ ਕਰਦੀਆਂ। ਫਿਰ ਰੈਵਨਿਊ ਕੈਨੇਡਾ ਇਹ ਵੀ ਕਹਿੰਦਾ ਹੈ, ਜਿਵੇਂ ਜਿਹੜਾ ਟੈਕਸ ਹੇਵਨ ਦੇ ਵਿੱਚ ਬਹੁਤ ਫੜੇ ਗਏ, KPMG ਦੀਆਂ ਕਿੰਨੀਆਂ ਕਹਾਣੀਆਂ ਤੁਹਾਨੂੰ ਸੁਣਾਈਆਂ, ਬਹੁਤ ਵੱਡੀ ਫਰਮ ਆ ਅਕਾਊਂਟੈਂਟਸ ਦੀ, ਅਤੇ ਹੁਣ ਮਨੀ ਬਾਹਰ ਜਿਹੜੀਆਂ ਸ਼ੈਲ ਕੰਪਨੀਆਂ, ਇੱਕ ਬਹੁਤ ਵੱਡੀ ਸਟੋਰੀ ਸੀ ਆਇਲ ਆਫ ਮੈਨ ਦੀ, ਉਹਨਾਂ ਨਾਲੋਂ ਕਹਿੰਦੇ ਵੀ ਯਾਰ ਤੁਹਾਡੇ ਵਾਲਾ ਇੰਨਾ ਕੁ ਬਣਦਾ, ਇੰਨਾ ਕੁ ਦੇ ਦਿਓ ਬਸ। ਅਮਰੀਕ ਥਿੰਦ ਜੀ, ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਭਾਈ ਜੀ। ਜੀ ਸਤਿ ਸ਼੍ਰੀ ਅਕਾਲ ਭਾਈ। ਹੁਣ ਮੈਨੂੰ ਨਹੀਂ ਪਤਾ ਕਿ ਇੱਥੋਂ ਅੱਗੇ ਅਸੀਂ ਕਿੱਥੇ ਨੂੰ ਜਾਣਾ ਆ। ਮਤਲਬ ਕਿ ਅਸੀਂ ਇੱਥੇ ਦੇ ਲੀਡਰਾਂ ਨੂੰ ਬਿਲਕੁਲ ਪੰਜਾਬ ਦੇ ਲੀਡਰਾਂ ਦਾ ਮਤਲਬ ਝੂਠਾ ਖਿਲਾਤਾ ਆ। ਕੋਈ ਰਿਸਪੌਂਸਿਬਿਲਿਟੀ ਨਹੀਂ ਜੀ, ਕੁਛ ਵੀ ਹੋ ਰਿਹਾ ਆ, ਮਤਲਬ ਪੱਲਾ ਝਾੜ ਗਏ ਆ। ਦੇਖ ਲਓ ਜਦੋਂ ਦੀਆਂ ਚੋਣਾਂ ਹੋਈਆਂ ਆ, MPs ਨੇ ਕਿਸੇ ਨੇ ਵੀ ਕੋਈ LMI ਵਾਲੇ ਜਿਹੜਾ ਸਕੈਮ ਚੱਲ ਰਿਹਾ ਆ ਉੱਥੇ ਕਿਸੇ ਨੇ ਗੱਲ ਕੀਤੀ, ਕਿਸੇ ਨੇ ਨਹੀਂ ਕੀਤੀ ਜੀ। ਸਰੀ ਹਸਪੀਟਲ ਵਾਲੇ ਤੇ ਮੁੱਦੇ ਤੇ ਕਿਸੇ ਨੇ ਗੱਲ ਨਹੀਂ ਕੀਤੀ ਜੀ। ਉਲਟਾ ਮਤਲਬ ਆਪਣੀਆਂ ਡਿਊਰਿੰਗ ਕੋਵਿਡ 2 ਵਾਰੀ ਪਿਆਂ ਵਧਾਤੀਆਂ MP ਸਾਹਿਬ, MPਆਂ ਦੀਆਂ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੇ। ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ, ਨਾ ਉੱਤੇ ਬਹਿਸ ਹੋਈ, ਨਾ ਕੋਈ ਬਿੱਲ ਪਾਸ ਹੋਇਆ। ਮਤਲਬ ਜੇ ਹੋਇਆ, ਮਤਲਬ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਜਦੋਂ ਲੋਕੀ ਭੁੱਖ ਨਾਲ ਤੜਫ ਰਹੇ ਸੀ, ਮਰ ਰਹੇ ਸੀਗੇ, ਉਦੋਂ ਇਹਨਾਂ ਨੇ ਉਸ ਪੀਰੀਅਡ ਦੌਰਾਨ ਆਪਣੀਆਂ 2 ਵਾਰੀ ਤਨਖਾਹਾਂ ਵਧਾਤੀਆਂ। ਬਸ ਸਾਨੂੰ ਅੰਨੇ ਇੱਕ ਗੱਲ ਤੇ ਕਰ ਦਿੰਦੇ ਆ, ਜਦੋਂ ਇਹ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਆ। ਤੇ ਸਾਡੇ ਤੁਹਾਨੂੰ ਪਤਾ ਧਰਮ ਦੇ ਨਾਂ ਤੇ ਸਭ ਤੋਂ ਵੱਧ ਪੰਜਾਬੀਆਂ ਦੇ ਹਿਰਦੇ ਬਦਲਦੇ ਹੋਏ ਜਾਂਦੇ ਆ। ਤੇ ਜਦੋਂ ਸਾਡੀਆਂ ਬੇਸਿਕ ਲੋੜਾਂ ਦੀ ਕੋਈ ਗੱਲ ਚੱਲਦੀ ਆ, ਇਹ ਵਿਸਾਖੀ ਵਾਲੇ ਦਿਨ ਪੱਗਾਂ ਬੰਨ੍ਹ ਕੇ ਬਸ ਵਾਹ ਜੀ ਵਾਹ, ਟਰੂਡੋ ਬਹੁਤ ਸੋਹਣਾ ਲੱਗਦਾ ਸੀ ਪੱਗ ਬੰਨੀ ਉਹਦੇ। ਉਹ ਸੋਹਣੇ ਹੁੰਦਾ ਅਸੀਂ ਛੱਡ ਕੇ ਆਏ ਜੀ ਇੰਡੀਆ ਤੋਂ, ਉਹਨਾਂ ਤੋਂ ਸੋਹਣਿਆਂ ਤੋਂ ਤੰਗ ਹੋ ਗਏ ਤਾਂ ਅਸੀਂ ਇੱਥੇ ਆਏ ਹਾਂ। ਅਸੀਂ ਇੱਥੋਂ ਗਾ ਹੁਣ ਕਿਤੇ ਸਮੁੰਦਰ ਤੇ ਹੀ ਜਾਵਾਂਗੇ, ਹੈ ਨਾ। ਮਤਲਬ ਕਿ ਇਹ ਤੁਸੀਂ ਦੇਖੋ ਜੀ, ਕੋਈ ਪ੍ਰੋਵਿੰਸ਼ੀਅਲ ਲੈਵਲ ਲੀਡਰ ਜਾਂ ਫੈਡਰਲ ਲੈਵਲ ਦਾ ਲੀਡਰ ਉਹ ਹੁਣ ਮੇਅਰ ਦੀ ਚੋਣ ਲਈ ਤਿਆਰੀ ਕਰ ਰਿਹਾ ਹੋਵੇ ਤਾਂ ਉਹਦੇ ਦਿਲ 'ਚ ਕੀ ਹੋਊਗਾ ਜੀ, ਦੱਸੋ ਮੈਨੂੰ। ਮਤਲਬ ਕਿ ਉਹ ਆਪਣੀ ਪੋਕਟ ਮਨੀ ਲਈ ਤੜਫ ਰਿਹਾ ਹੈ ਕਿ ਪੋਕਟ ਮਨੀ ਇਸ ਲੈਵਲ ਤੇ ਘੱਟ ਆ ਤੇ ਮੈਂ ਇਸ ਲੈਵਲ ਤੇ ਫਾਈਟ ਕਰੂੰਗਾ ਤਾਂ ਹੀ ਮੇਰਾ ਬਿਜ਼ਨਸ ਗਰੋ ਹੋਊਗਾ। ਮਤਲਬ ਕਿ ਨੇਰੀ ਸ਼ਾਇ ਪਿਆ ਆ। ਜੇ ਤਾਂ ਅਸੀਂ ਹੁਣ ਜਾਗਰੂਕ ਹੋ ਗਏ ਠੀਕ ਆ, ਨਹੀਂ ਤਾਂ ਫਿਰ ਤੋਂ ਅੱਗੇ ਤਾਂ ਸਮੁੰਦਰ ਆ, ਸਮੁੰਦਰ 'ਚ ਹੀ ਜਾਵਾਂਗੇ। ਸਰ ਥੈਂਕ ਯੂ। ਸਰ ਮਨਮੋਹਨ ਸਿੰਘ, ਲਾਈਨ ਨੰਬਰ 4, ਆਖਰੀ ਕਾਲਰ ਨੇ ਜੀ। ਸਤਿ ਸ਼੍ਰੀ ਅਕਾਲ ਸਰ। ਮੈਂ ਥੋੜੀ ਦੇਰ ਪਹਿਲਾਂ ਨਾ ਫੋਟੋ ਐਮਰਜੈਂਸੀ ਗਿਆ ਜੀ, ਤੇ ਉੱਥੇ ਇੱਕ ਸਟੂਡੈਂਟ ਸੀਗਾ, ਗੁਰਦੁਆਰਾ ਸਾਹਿਬ ਆਇਆ ਤੇ ਮੇਰੇ ਰਿਸ਼ਤੇਦਾਰ ਹੈਗੇ, ਉਹ ਕਹਿੰਦਾ ਬੇਸਮੈਂਟ ਨਹੀਂ ਮਿਲਦੀ। ਬੇਸਮੈਂਟ ਤਾਂ ਲੈਣ ਗਏ ਤੇ ਇਹ ਗੋਰੇ ਕੋਲ ਗਏ, ਗੋਰਾ ਕਹਿੰਦਾ ਵੀ ਮੈਂ ਦਊਂਗਾ 1400 ਰੁਪਏ ਸਿੰਗਲ ਬੈਡਰੂਮ ਦੀ, ਤੇ ਉਹਨੇ 400 ਰੁਪਏ ਐਡਵਾਂਸ ਲੈ ਲਿਆ। ਤੇ ਸ਼ਾਮੀ ਮੁੰਡਾ ਉਹ ਚਲ ਗਿਆ ਉਹਦੇ ਸਮਾਨ ਲੈ ਕੇ ਰੱਖਣ ਲਈ, ਤੇ ਕਹਿੰਦਾ ਪਹਿਲਾਂ 1000 ਰੁਪਇਆ ਹੋਰ ਦੇ ਤਾਂ ਅੰਦਰ ਬਣ ਦੇਣਾ।
ਉਹ ਗੁਰਦੁਆਰਾ ਸਾਹਿਬ ਦੇ ਸੀਗੇ ਨਾਲ ਬੰਦੇ, ਉਹਨਾਂ ਨੇ 1000 ਰੁਪਏ ਦੇ ਕੇ ਸਮਾਨ ਦਿਖਾਤਾ ਵੀ 2 ਮਹੀਨੇ ਰਿਹਾ ਮੁੰਡਾ ਉੱਥੇ। ਹੁਣ ਮੂਵ ਕੀਤਾ, ਹੁਣ ਤੋਂ ਆਇਆ ਗੁਰਦੁਆਰਾ ਸਾਹਿਬ ਵਾਲਿਆਂ ਦੇ ਇੰਨੀ ਜ਼ਿਆਦਾ ਮੰਦੀ ਹੋ ਗਈ। ਉਹਦਾ ਇਹਨੂੰ ਛੋਟਾ ਜਿਹਾ ਕਸਬਾ ਆਇਆ ਬਹੁਤ ਦੂਰ ਨਾਲ, ਇੱਥੇ ਲੋਕਲ ਨਹੀਂ, ਬਾਹਰ। ਹਾਂਜੀ ਬਾਹਰ ਕਰਨੀ। ਬੜਾ ਹੁਣ $4000 ਐਵਰੇਜ ਤੁਹਾਨੂੰ ਚਾਹੀਦਾ ਹੈ ਜੇ ਤੁਸੀਂ ਬੇਸਮੈਂਟ 'ਚ ਵੀ ਰਹਿਣਾ। ਗਰੋਸਰੀ, ਰੈਂਟ ਅਤੇ ਉਸ ਤੋਂ ਬਾਅਦ ਤੁਹਾਡਾ ਇੰਟਰਨੈਟ, ਫੋਨ, ਅਤੇ ਇਹਦੇ ਵਿੱਚ ਕੁਛ ਵੀ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਡਾਈਨ ਆਊਟ ਜੇ ਅਤੇ ਬਹੁਤ ਸਾਰਾ ਕੁਛ ਇਹਦੇ ਵਿੱਚ ਇੰਨਾ ਖਰਚਾ। ਤੁਸੀਂ ਹੁਣ ਜਾਇਓ, ਅੱਜ ਟਰਾਈ ਕਰਿਓ, ਤੁਸੀਂ ਕਿਸੇ ਜਿਹੜਾ ਵਧੀਆ ਸਟੋਰ ਹੈ ਉਹਦੇ ਵਿੱਚੋਂ 2-2 ਪਾਊਂਡ 2.5 ਪਾਊਂਡ ਫਰੂਟ ਲਿਓ, 3-4 ਕਿਸਮ ਦੇ। ਸੇਬ ਲੈ ਲਿਓ, ਸੰਤਰੇ ਲੈ ਲਿਓ, ਨਾਸ਼ਪਾਤੀ ਲੈ ਲਿਓ, ਨਾਖ ਜਿਹਨੂੰ ਕਹਿੰਦੇ ਨੇ, ਅਤੇ ਕੇਲੇ ਲੈ ਲਿਓ। $22 ਤੋਂ $25 ਨੇ, ਅਤੇ ਕਿਸੇ ਸਮੇਂ $25 ਤੁਸੀਂ ਆਪਣੇ ਭਾਰਤੀ ਸਟੋਰ ਤੋਂ $25 ਦੇ ਨਾਲ ਤੁਹਾਡੀ ਕਾਰਟ ਜਿਹੜੀ ਬੱਗੀ ਪੂਰੀ ਭਰੀ ਹੁੰਦੀ ਸੀ ਜਾਂ ਅੰਦਰੋਂ ਨਿਕਲਦੇ ਹੋ 20-22 ਸਾਲ ਪਹਿਲਾਂ। ਕਿਹਦੇ 'ਚ ਫਰਕ ਪਿਆ? ਕਿਸੇ ਦੇ ਪ੍ਰੋਫਿਟ 'ਚ ਫਰਕ ਪਿਆ? ਨਹੀਂ, ਪ੍ਰੋਫਿਟ 'ਚ ਨਹੀਂ ਫਰਕ ਪਿਆ, ਲੋਕਾਂ ਦੀ ਜ਼ਿੰਦਗੀ। ਅੱਛਾ, ਜਿਹੜੇ ਹੁਣ ਉਹ ਸਟੋਰਾਂ ਵਾਲੇ ਨੇ ਉਹ ਕਹਿੰਦੇ ਅਸੀਂ ਕੀ ਕਰੀਏ, ਅਸੀਂ ਜੇ ਕਹੀਏ ਵੀ 10-20% ਨਾਲ ਸਾਡਾ 50% ਨਹੀਂ ਹੋ ਗਿਆ, ਸਾਨੂੰ ਸਮਾਨ ਉਹਨਾਂ ਮਿਲਦਾ। ਰੈਸਟੋਰੈਂਟ ਵਾਲਿਆਂ ਨੂੰ ਪੁੱਛ ਲਓ, ਉਹ 4-4, 5-5 ਗੁਣਾ ਕੀਮਤਾਂ ਕਹਿੰਦੇ ਨੇ ਸਾਡੀਆਂ ਵੱਧ ਗਈਆਂ। ਅਤੇ ਲਿਆਓ, ਮੈਂ ਕਿਹਾ, ਮੈਂ ਸ਼ੁਰੂ ਜਿਹੜੀ ਗੱਲ ਕੀਤੀ, ਰਿਫਿਊਜੀ ਲਿਆਓ ਦੁਨੀਆ ਤੋਂ, ਲਿਆਓ ਜਿਹੜਾ ਜ਼ਰੂਰਤ ਹੈ। ਤੁਸੀਂ ਵਧੀਆ ਦੇਸ਼ ਹੋ, ਲਿਆਓ ਯੂਕਰੇਨ ਤੋਂ, ਜਿੱਥੋਂ ਮਰਜ਼ੀ, ਉਹਦੇ ਕੋਲ ਪਾਸਪੋਰਟ ਵੀ ਨਹੀਂ, ਚਾਹੇ ਯੂਕਰੇਨੀਅਨ ਬੋਲਦਾ ਹੋਵੇ, ਅਤੇ ਉਹ ਆਉਣ 2-2 ਸਾਲ ਉਹਨੂੰ ਹੋਟਲ ਮੋਟਲ ਦੇ ਵਿੱਚ ਰੱਖੋ, 5 ਸਟਾਰਾਂ 'ਚ ਰਹਿਣ, ਉਹਨਾਂ ਦੇ ਮੈਡੀਕਲ ਕਵਰੇਜ ਕਰੋ ਤੁਹਾਨੂੰ ਪੂਰੀ, ਅਤੇ 2 ਸਾਲਾਂ ਬਾਅਦ ਸਾਨੂੰ ਦੱਸਿਓ ਗਿਣਤੀ ਵੀ ਉਹ ਕਿੰਨੇ ਮੁੜ ਕੇ ਗਏ ਨੇ। ਅਤੇ ਉਹਦੇ ਬਾਅਦ ਜਿਹੜੇ ਇੱਥੇ ਬੈਠੇ ਆ, ਜਿਨ੍ਹਾਂ ਦੇ ਧੀਆਂ ਪੁੱਤ ਤੁਹਾਨੂੰ ਕਮਾ ਕੇ $1,00,000 ਕਮਾ ਕੇ ਤੁਹਾਨੂੰ 30-30 ਹਜ਼ਾਰ ਸਾਲ ਦਾ ਦਿੰਦੇ ਆ, 35-35 ਹਜ਼ਾਰ, ਅਤੇ ਇਨਵੈਸਟ ਕਰਦੇ ਆ ਇੱਥੇ ਸਾਰਾ ਕੁਝ, ਉਹਨਾਂ ਦੇ ਮਾਪੇ ਤਰਸ ਰਹੇ ਨੇ ਇੱਕ ਮੈਡੀਕਲ ਕਵਰੇਜ ਦੇ ਲਈ। ਤੁਹਾਡਾ ਸਾਨੂੰ ਦਿੱਤੀ ਹੋਈ ਕੈਂਡੀ ਨਾ ਅਸੀਂ ਚੂਸਦੇ ਹਾਂ, ਨਾਲੇ ਸਾਡੇ ਬੁੱਲ ਲਿਬੜੇ ਹੋਏ ਨੇ। ਲਓ ਜੀ, ਤੁਸੀਂ ਪਹਿਲਾਂ ਤੰਗ ਸੀ ਸਾਡੇ ਮਰਿਆਂ, ਅਤੇ ਸਾਡੇ ਵਿਆਹ ਸ਼ਾਦੀਆਂ 'ਤੇ ਆਉਂਦੇ ਨਹੀਂ ਸੀ, ਤੜਫ ਗਏ ਸੀ, ਲਓ ਤੁਹਾਨੂੰ ਸੁਪਰ ਵੀਜ਼ਾ ਦਿੱਤਾ। ਹੁਣ ਜਿਸ ਕੈਨੀ ਨੇ ਉਹਨੇ ਸੁਪਰ ਵੀਜ਼ਾ ਦਿੱਤਾ। ਅੱਛਾ, ਉਹ ਹੁਣ ਉਹਨੂੰ ਪੁੱਛ ਲਓ, ਕਹਿੰਦਾ ਜ਼ਰੂਰਤ ਤੁਹਾਡੀ ਸੀ, ਤੁਸੀਂ ਉਹ ਕਹਿੰਦੇ ਸੀ ਪਹਿਲਾਂ ਜਿਹੜੇ ਕਰੈਚਾਂ ਦੇ ਸਮੇਂ ਪਾਰਲੀਮਾਰਟਾਂ ਦੇ ਕਿਸੇ ਨੂੰ ਵਿਜ਼ਿਟ ਵੀਜ਼ਾ ਮਿਲਦਾ ਹੀ ਨਹੀਂ ਸੀ। ਆਹ ਜਿਹੜੀ ਮੰਗ ਐਮਪੀਆਂ ਦੀ ਵਧੀਆ ਜ਼ਿਆਦਾ, ਜਿਹੜੀ ਨਾ ਇੱਕ ਸਲੇਵਰੀ ਹੈ, ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਨਾ, ਜਾਂ ਸਾਲਾਂ ਤੋਂ 20-20, 25-25 ਸਾਲਾਂ ਤੋਂ ਸਿਰਫ ਇੱਕ ਵਿਜ਼ਿਟ ਵੀਜ਼ਾ ਦਵਾਇਆ ਬਸ। ਉਹਦੇ 'ਤੇ ਉਹ ਕਹਿੰਦੇ ਵੀ ਜਿਹੜਾ ਕੁਛ ਤੂੰ ਕਹੇ ਕਰ ਦਾਂਗੇ, ਵੀ ਤੈਂ ਉਹ ਸਮੇਂ ਸਾਡਾ ਸਾਥ ਦਿੱਤਾ। ਇਹ ਨਹੀਂ ਸੋਚਿਆ ਵੀ ਜਿਹੜਾ ਇਹ ਕਲਮ ਹੈ ਜਿਹਦੇ ਨਾਲ ਦਸਤਖਤ ਕੀਤੇ, ਲੈ ਕੇ ਕਿਹਨੇ ਦਿੱਤੀ ਹੈ। ਅਤੇ ਉਹਦੇ ਬਾਅਦ ਬਸ ਚੱਲ ਸੋ ਚੱਲ ਹੈ। ਹੁਣ ਜਿਹਦਾ ਪਰਸਨਲ ਏਜੰਡਾ ਹੈ ਉਹਨੇ ਕੀ ਸਵਾਲ ਪੁੱਛ ਲੈਣਾ, ਅਤੇ ਜ਼ਰੂਰਤ ਹੈ ਨਹੀਂ ਸਵਾਲ ਪੁੱਛਣ ਦੀ ਕਿਸੇ ਕੋਲ, ਕਿਹਨੇ ਪੁੱਛ ਲੈਣੀ ਹੈ ਗੱਲ। ਅਸੀਂ ਤਾਂ ਕਿਤੇ ਵਿਆਹ ਸ਼ਾਦੀ 'ਚ ਆ ਜਾਵੇ, ਸਾਡੀਆਂ ਤਾਂ ਫੋਟੋਆਂ ਇੱਧਰੋਂ ਖਿੱਚ ਉੱਧਰੋਂ ਖਿੱਚ, ਅਤੇ ਸਾਡੇ ਸ਼ਗਨ ਬੰਦੇ ਦੇ ਗਏ ਅਤੇ ਖਤਮ ਕਹਾਣੀ ਬਸ। ਇਹ ਸਾਡਾ ਮਾਪਦੰਡ ਹੈ, ਹੋਰ ਸਾਡਾ ਕੀ ਮਾਪਦੰਡ ਹੈ? ਸਵਾਲ ਤਾਂ ਜਦ ਪੁੱਛੋਗੇ ਨਾ ਜੇ ਕੋਰੇ ਹੋਵੋਗੇ। ਅਤੇ ਉਹਨਾਂ ਕੋਲ ਵੀ ਹੈ ਕੱਖ ਨਹੀਂ, ਜਿਵੇਂ ਤੁਸੀਂ ਪਹਿਲਾਂ ਕਹਿ ਗਏ, ਇੱਕ ਖੂੰਜੇ ਬੈਠਿਆਂ ਨੇ ਕੀ ਉੱਥੇ ਬੋਲ ਲੈਣਾ, ਕੀ ਕਿਸੇ ਨੇ ਸੁਣ ਲੈਣੀ ਹੈ ਕਹਾਣੀ। ਪਹਿਲਾਂ ਤਾਂ ਸ਼ਬਦ ਨਹੀਂ ਜੁੜਨੇ, ਸ਼ਬਦ ਜੁੜ ਲਿਆ ਅਗਲਾ ਪੁੱਛਦਾ ਨਹੀਂ ਹੈ, ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ, ਬੜਾ ਅਲੱਗ ਚੱਕਰ ਹੋ ਗਿਆ। ਚਲੋ, ਮਹਿੰਗਾਈ ਦੇ ਵਿੱਚ ਇਕੱਲੇ ਪੰਜਾਬੀ ਆਪਾਂ ਨਹੀਂ ਪਿਸ ਰਹੇ, ਸਾਰੇ ਪਿਸ ਰਹੇ ਨੇ, ਪਰ ਵਿਜ਼ਿਟ ਵੀਜ਼ੇ ਅਤੇ ਸੁਪਰ ਵੀਜ਼ਿਆਂ 'ਤੇ ਸਾਡੇ ਮਾਪੇ ਆਏ ਹੋਏ ਨੇ, ਹੋਰਾਂ ਦੇ ਤਾਂ ਆਏ ਨਹੀਂ ਹੋਏ। ਬਹੁਤ ਜ਼ਿਆਦਾ ਜਿਹੜੇ ਨੇ ਇੱਥੇ ਦੇ ਰਹਿ ਰਹੇ ਲੋਕ ਨੇ। ਅਤੇ ਕਿਵੇਂ ਕਰੋਗੇ, ਕਿਵੇਂ ਤੁਹਾਡਾ ਇਹ ਸਮਾਂ ਕਿਵੇਂ ਸਹੀ ਆਊਗਾ? ਉਹ ਪੇਨ ਦੇ ਵਿੱਚ ਜਿਹੜਾ ਟੱਬਰ ਜਾ ਰਿਹਾ, ਉਹ ਕਿਵੇਂ ਠੀਕ ਕਿਵੇਂ ਹੋਊਗਾ? ਹਰ ਸਾਲ ਗਿਣਤਾ ਲੈਂਦੇ ਹਾਂ 12-15 ਹਜ਼ਾਰ ਬੰਦਾ ਸਰੀ 'ਚ ਆ ਰਿਹਾ, ਉਹ 15 ਹਜ਼ਾਰ ਦੀ ਰਿਹਾਇਸ਼, 15 ਹਜ਼ਾਰ ਦੀ ਸੜਕਾਂ, 15 ਹਜ਼ਾਰ ਦੇ ਜਵਾਕਾਂ ਨੂੰ ਸਕੂਲ, 15 ਹਜ਼ਾਰ ਨੂੰ ਹਸਪਤਾਲ, ਉਹ ਕਿਹਨੇ ਦੇਣਾ? ਪੈਸਿਆਂ ਵਾਲੇ ਜਾ ਕੇ ਪ੍ਰਾਈਵੇਟ ਕਲੀਨਿਕ ਤੋਂ ਜਾ ਕੇ ਦਵਾਈ ਲੈ ਆਉਣਗੇ। ਰਹਿਣਗੇ ਕੌਣ? ਤੁਹਾਡੇ ਮੇਰੇ ਵਰਗੇ ਵਰਕਿੰਗ ਕਲਾਸ ਬੰਦਿਆਂ ਦਾ ਜਿਉਣਾ ਦਿਨੋਂ ਦਿਨ ਖਰਾਬ ਹੋ ਰਿਹਾ। ਪਰ ਹੁਣ ਅਕਾਊਂਟੇਬਿਲਟੀ ਇਹਦੀ ਕਿਹਨੂੰ ਕਹੋਗੇ ਤੁਸੀਂ?
ਇਹ ਤਾਂ ਹੁਣ ਲੋਕਾਂ ਨੂੰ ਆਪਣੇ ਤੌਰ 'ਤੇ ਸੋਚਣਾ ਪੈਣਾ। ਫਿਰ ਜਦ ਬਿਲਕੁਲ ਇੰਤਹਾ ਹੋ ਗਈ, ਜਾਨੂੰ ਵੇਲਾ ਵਿਹਾ ਜਾਣਾ, ਜਾਨੂੰ ਟ੍ਰੇਨ ਨੇ ਤੁਰ ਜਾਣਾ। ਨਿੱਕ ਜੀ ਲਾਈਨ ਨੰਬਰ 1। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਇਮੀਗ੍ਰੇਸ਼ਨ ਬਾਰੇ ਸਾਰੀਆਂ, ਉਹ ਮੇਰੇ ਵੀ ਸਾਰੇ ਉਹੀ ਪੁਆਇੰਟ ਨੇ। ਉਹ ਕਹਿਣ ਡਿਆ ਮੇਰੇ ਤੋਂ ਉਹ ਸਾਰੀਆਂ ਗੱਲਾਂ ਉਹ ਮੈਂ ਕਹਿਣ ਡਿਆ ਵਾ ਜੀ ਕਿ ਸਰ ਮੈਂ ਰਿਪੀਟ ਨਹੀਂ ਕਰੂੰਗਾ। ਉਹ ਤੁਸੀਂ ਜੋ ਗੱਲਾਂ ਕੀਤੀਆਂ ਉਹ ਮੇਰੇ ਵਿਚਾਰ ਵੀ ਉਹੀ ਨੇ। ਪਰ ਇੱਕ ਗੱਲ ਇਹ ਵਾ, ਦੋ ਗੱਲਾਂ ਸਮਝ ਨਹੀਂ ਆਈਆਂ ਹਜੇ ਤੱਕ ਜੀ। ਅੱਛਾ, ਇੰਨੀ ਹੀ ਮਹਿੰਗਾਈ ਦੀ ਪਹਿਲੋਂ ਗੈਸ ਦੀ ਗੱਲ ਕਰ ਲੈਂਦੇ ਆ ਬਰੀਫਲੀ ਹਾਂਜੀ। ਗੈਸ ਬੜੀ ਮਹਿੰਗੀ ਮੈਂ ਤੇ ਵਿਕਟੋਰੀਆ ਚ ਕੋਈ ਮੈਂ ਡਿਕਲਾਈਨ ਇਨ ਟ੍ਰੈਫਿਕ ਵੇਖਿਆ ਹੀ ਨਹੀਂ ਹਾਲੇ ਤੱਕ। ਭਾਵੇਂ ਤੁਸੀਂ ਸਵੇਰੇ ਜਾਓ, ਦੁਪਹਿਰੀ ਜਾਓ, ਸ਼ਾਮ ਨੂੰ ਜਾਓ, ਉਨਾ ਹੀ ਟ੍ਰੈਫਿਕ ਹੈ ਸਾਰੀਆਂ ਸੜਕਾਂ ਤੇ ਡਿਕਲਾਈਨ ਤੇ ਹੈ ਹੀ ਨਹੀਂਗਾ। ਅੱਛਾ, ਦੂਜੀ ਗੱਲ ਜਿਹੜੀ ਮਹਿੰਗਾਈ ਦੀ ਗੱਲ ਕਰਦੇ ਹੋ ਨਾ ਵੀ 25% ਲੋਕਾਂ ਨੂੰ ਕੈਨੇਡਾ ਦੇ ਵਿੱਚ ਫੂਡ ਖਾਣਾ ਮੁਸ਼ਕਿਲ ਹੋ ਗਿਆ ਵਾ। ਪਰ ਤੁਸੀਂ ਜਦੋਂ ਰੈਸਟੋਰੈਂਟ ਜਾਂਦੇ ਹੋ ਜਾਂ ਪਬ 'ਚ ਜਾਂਦੇ ਹੋ, ਉਹ ਤਾਂ ਫੁੱਲ ਨੇ ਸਾਰੇ। ਬਾਈ ਜੀ ਹੁਣ ਉਹ ਪਰਸੈਂਟੇਜ ਆ ਨਾ ਜੀ ਨਿੱਕ ਜੀ, ਉਹ ਪਰਸੈਂਟੇਜ ਆ। ਕਿਹੜੀਆਂ ਗੱਡੀਆਂ ਚਲਾਉਣ ਦੀ, ਹੁਣ ਤੁਸੀਂ ਕੰਮ ਤੇ ਜਾਣਾ 20 ਕਿਲੋਮੀਟਰ, ਕਿਵੇਂ ਜਾਓਗੇ ਜੇ ਉੱਥੇ ਬੱਸ ਨਹੀਂ ਜਾਂਦੀ? ਦੱਸੋ ਮੈਨੂੰ। ਮੈਂ ਵਿਹਲੇ ਲੋਕਾਂ ਦੀ ਗੱਲ ਕਰਦੇ ਆ। ਨਾ ਵਿਹਲੇ ਕਾਹਨੂੰ ਗੱਡੀਆਂ ਚਲਾਉਂਦੇ ਫਿਰਦੇ ਆ ਜੀ? ਵਿਹਲੇ ਕੌਣ ਚਲਾਊਗਾ ਇਸ ਤਰ੍ਹਾਂ $2.5 ਦੀ ਗੈਸ ਪਾ ਕੇ? ਅੱਛਾ, ਉਹ ਪਬ ਦੇ ਰੈਸਟੋਰੈਂਟ ਲੇਕਿਨ ਉੱਥੇ ਹਫਤਾ ਰਿਜ਼ਰਵੇਸ਼ਨ ਨਹੀਂ ਮਿਲਦੀ। ਇਹ ਹਾਲ ਵਾ ਤੁਸੀਂ ਜੀ। ਅਮੀਰਾਂ ਦਾ ਸ਼ਹਿਰ ਆ ਜੀ ਤੁਹਾਡਾ ਨਿੱਕ ਜੀ। ਉਹ 5% ਲੋਕ ਨੇ ਜੀ। ਸਰੀ ਦਾ ਹੁਣ ਮੈਂ ਕਹਾਂ ਵੀ 7 ਲੱਖ ਲੋਕ ਨੇ ਇੱਥੇ ਵੱਸਦੇ, 8 ਲੱਖ ਲੋਕ ਨੇ, ਉਹ 'ਚੋਂ 10% ਨੇ। 80,000 ਬੰਦਾ, 80,000 ਬੰਦੇ ਜੇ ਖਾਣਾ ਖਾਣ ਗਏ ਨੇ, ਕੁਛ ਲਿਮਟਡ ਰੈਸਟੋਰੈਂਟ ਹੈ, ਉੱਥੇ ਲਾਈਨਾਂ ਨੇ। ਪਰ ਉਹ 90% ਤਾਂ ਘਰੇ ਹੀ ਹੋਲ ਵੀਟ ਤੇ ਛੋਲਿਆਂ ਦੀ ਦਾਲ ਛਕ ਰਹੇ ਨੇ ਜੀ। ਸਾਰੇ ਤਾਂ ਖਾਂਦੇ ਨਹੀਂ ਬਾਹਰ ਜਾ ਕੇ। ਅਤੇ ਉਹ ਕੋਈ ਮੋਢੇ 'ਤੇ ਤਮਗਾ ਵੀ ਨਹੀਂ ਵੀ ਬਾਹਰ ਖਾ ਕੇ ਤੁਸੀਂ ਬਹੁਤ ਮਹਿਸੂਸ ਕਰੋਗੇ। ਇਹ ਵੀ ਗੱਲ ਨਾਲ ਹੈ। ਕੋਈ ਉਹ ਤੁਹਾਡੀ ਸ਼ਾਨ ਨੂੰ ਨਹੀਂ ਵਧਾ ਸਕਦਾ। ਜਿਵੇਂ ਮਹਿੰਗੀਆਂ ਗੱਡੀਆਂ ਦਿਖਾ ਕੇ ਤੁਸੀਂ ਕਹੋ ਵੀ ਮੇਰੀ ਸ਼ਾਨ ਵੱਧ ਜੂ ਕੋਈ ਗੱਡੀ ਦਿਖਾ ਕੇ, ਇਸ ਤਰ੍ਹਾਂ ਨਹੀਂ ਹੁੰਦਾ ਕੁਛ। ਵਿਅਕਤੀਤਵ, ਗੁਣ ਤੁਹਾਡੇ ਅਤੇ ਤੁਹਾਡਾ ਪਿਛੋਕੜ ਅਤੇ ਹੁਣ ਕੀ ਹੋ ਰਿਹਾ, ਉਹ ਤਾਂ ਸ਼ੀਸ਼ੇ ਦੇ ਸਾਹਮਣੇ ਜਦ ਸਵੇਰੇ ਜਾਂ ਕੋਈ ਪੱਗ ਬੰਨ੍ਹਦਾ ਜਾਂ ਕੋਈ ਸ਼ੇਵ ਕਰਦਾ, ਉਹਨੂੰ ਪਤਾ ਹੁੰਦਾ ਵੀ ਮੈਂ ਕੀ ਕੀਤਾ ਹੋਇਆ। ਇਹ ਤਾਂ ਮਨ ਦੀ ਖੁਸ਼ਕਫਹਿਮੀ ਹੈ। ਹਾਂ, ਤੁਸੀਂ ਇੱਕ ਸੋਸ਼ਲ ਸਿਸਟਮ, ਸਮਾਜਿਕ ਜਿਹੜਾ ਸਿਸਟਮ ਆ, ਉਹਨੂੰ ਜ਼ਰੂਰ ਖਰਾਬ ਕਰ ਰਹੇ ਹੋ। ਇਹ ਗੱਲ ਪੱਕੀ ਹੈ। ਗੈਰੀ ਆਖਰੀ ਕਾਲਰ ਜੀ, ਲਾਈਨ ਨੰਬਰ 2। ਹਾਂਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਗੱਲ ਇਹ ਹੈ ਵੀ ਚਲੋ ਮਹਿੰਗਾਈ ਦੇ ਵਿੱਚ ਮੈਂ ਇੱਕ ਬੜੀ ਛੋਟੀ ਜਿਹੀ ਬੜੀ ਛੋਟੀ ਜਿਹੀ ਮਹਿੰਗਾਈ ਆ ਉਹ। ਮੈਂ ਹਵਾ ਭਰਾਉਣ ਗਿਆ ਗੈਸ ਸਟੇਸ਼ਨ 'ਚ, ਉਹ $2 ਦੀ ਕੀਤੀ ਹੋਈ ਹੈ। ਉਹ ਵੀ ਇਹਦੇ 'ਚ ਮਹਿੰਗਾਈ ਕਿੱਥੋਂ ਬੜੀ? ਹਾਂ, ਇਹ ਦੇਖ ਲਓ, ਫ੍ਰੀ ਜਿਹੜੀ ਸੀ ਉਹਨਾਂ ਨੂੰ ਵੀ $2.5 ਤੱਕ ਕਰਤੀ ਗੱਲ। ਨਾ ਤਾਂ ਗੈਸ ਸਟੇਸ਼ਨ ਵਾਲੇ ਦੇ ਕੋਈ ਇਲੈਕਟ੍ਰਿਸਿਟੀ ਦਾ ਬਿੱਲ ਵਧਿਆ, ਕਮਾਲ, ਕੋਈ ਬਿੱਲ ਵਧਿਆ, ਨਾ ਉਹਨੇ ਤਨਖਾਹ ਵਧਾਈ ਹੈ। ਤੁਸੀਂ ਡਬਲ ਕਰਤੀ, ਹਵਾ ਹੀ ਡਬਲ ਕਰਤੀ, ਦੱਸੋ। ਠੀਕ ਹੈ ਜੀ। ਸੋ ਇੱਥੇ ਕੋਈ ਨਹੀਂ ਪੁੱਛਣ ਵਾਲਾ, ਅੰਨੇ ਨੂੰ ਬੋਲਾ ਘੜੀਸੀ ਜਾਂਦਾ। ਅੱਛਾ, ਦੂਜੀ ਗੱਲ ਮੈਂ ਕਰਨੀ ਚਾਹਾਂਗਾ ਕਿ ਜਿੰਨੀਆਂ ਸੜਕਾਂ ਟੁੱਟੀਆਂ ਨੇ, ਮੇਰੇ ਖਿਆਲ 'ਚ ਇਹ 152 ਤੋਂ ਲੈ ਕੇ 120 ਤੇ 64 ਤੋਂ ਲੈ ਕੇ 112 ਐਨਵੀਨਿਊ ਦੇ ਵਿੱਚ। ਬਾਕੀ ਨਾ ਤੁਸੀਂ ਲੈਂਗਲੀ ਚਲੇ ਜਾਓ, ਤੁਸੀਂ ਵਾਈਟ ਰੌਕ ਚਲੇ ਜਾਓ, ਤੁਸੀਂ ਰਿਚਮੰਡ ਚਲੇ ਜਾਓ, ਡੈਲਟਾ ਚਲੇ ਜਾਓ, ਤੁਸੀਂ ਪਿਟਮੇਡੋ ਚਲੇ ਜਾਓ, ਕਿਟਲਮ ਚਲੇ ਜਾਓ, ਕਿਤੇ ਕੋਈ ਸੜਕ ਨਹੀਂ ਟੁੱਟੀਆਂ। ਨਹੀਂ, ਸਾਊਥ ਸਰੀ ਚਲੇ ਜਾਓ। ਜਾਂ ਤਾਂ ਇਸ ਏਰੀਏ ਦਾ ਠੇਕੇਦਾਰ ਮਾੜਾ। ਹੁਣ ਮੈਨੂੰ ਨਹੀਂ ਪਤਾ ਵੀ ਇੱਥੇ ਕੋਈ ਮੌਸਮ ਡਿਫਰੈਂਟ ਹੈ। ਉਹ ਜੀ ਬਹਾਨਾ ਜੀ, ਉਹ ਜੀ ਮੌਸਮ ਜੀ, ਉਹ ਗਰਮੀ ਪੈ ਗਈ ਜੀ, ਉਹ ਠੰਡ ਪੈ ਗਈ ਜੀ। ਕੀ ਇਸ ਏਰੀਏ 'ਚ ਗਰਮੀ ਠੰਡ ਪੈਂਦੀ ਹੈ? ਨਾ ਜੀ, ਫਰੇਜ਼ਰ ਹਾਈਟ ਚਲੇ ਜਾਓ ਤੇ ਸਾਊਥ ਸਰੀ ਚਲੇ ਜਾਓ, ਉੱਥੇ ਵੀ ਨਹੀਂ ਟੁੱਟੀਆਂ ਹੋਈਆਂ। ਸਭ ਠੀਕ ਹੈ। ਸੋ ਮਤਲਬ ਕਿ ਜਾਂ ਤਾਂ ਇਸ ਏਰੀਏ ਦਾ ਠੇਕੇਦਾਰ ਮਾੜਾ, ਜਾਂ ਪੈਚ ਵਰਕ ਹੀ ਹੁੰਦਾ। ਮੈਨੂੰ ਲੱਗਦਾ ਬਿਲਕੁਲ ਤਾਂ ਇੰਡੀਆ ਵਾਂਗੂ ਫਿਰ ਦੂਜੇ ਪੈ ਜਾਂਦੇ ਆ। ਚੰਨੀ ਹੋਣੀ ਪੈਚ ਵਰਕ ਕਰ ਰਹੇ ਨੇ। ਬਲਜੀਤ ਔਲਖ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜੀ, ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਮੈਂ ਵੀ ਸਰ ਬਾਈ ਜੀ ਨਾਲ ਸਹਿਮਤ ਹਾਂ, ਕਿਉਂਕਿ ਉਹ ਮੇਰਾ ਦੋਸਤ ਆਇਆ ਪਿਛਲੇ ਸਾਲ ਜੀ ਇੰਡੀਆ ਤੋਂ। ਹਾਂ, ਤੇ ਮੈਂ 132 ਤੇ ਰਹਿਣਾ। 132 ਤੋਂ ਅਸੀਂ ਉਹ ਕਿੰਗ ਜਾਰਜ ਤੱਕ 64 ਤੋਂ ਲਾ ਕੇ ਗਏ, ਤੇ ਉਹ ਮੈਨੂੰ ਕਹਿੰਦਾ ਯਾਰ ਤੁਹਾਡੇ ਤਾਂ ਇੱਥੇ ਪੈਚ ਲੱਗੇ ਪਏ ਸਾਰੇ, ਸਾਡੇ ਇੰਡੀਆ 'ਚ ਕਹਿੰਦਾ ਹੁਣ ਪੈਚ ਲੱਗਦਾ ਹੀ ਨਹੀਂ, ਨਿਊ ਬਣਦੀ। ਮੈਂ ਕਿਹਾ ਯਾਰ ਤੁਹਾਡਾ ਫਿਰ ਉਹੀ ਗੱਲ ਆ ਵੀ ਇੰਡੀਆ ਸਾਡੇ ਨਾਲ ਤਾਂ ਤੁਹਾਡਾ ਇੰਡੀਆ ਵਧੀਆ ਹੋ ਗਿਆ। ਤੇ ਇੱਕ ਮਹਿੰਗਾਈ ਦੀ ਗੱਲ ਕਰਦੇ ਸੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣ ਲੱਗਿਆ ਜੀ। ਏਅਰਪੋਰਟ ਤੇ ਕੰਮ ਕਰਦਾ ਮੈਂ, ਕੈਬ ਚਲਾਉਣਾ ਜੀ। ਉੱਥੇ ਕੈਬ ਇੱਕ ਚਲੋ ਮੈਂ ਕਹਾਂ ਮਿਡਲ ਈਸਟ ਤੋਂ ਹੈ ਬੰਦਾ, ਬਹੁਤ ਹੀ ਸਾਊ ਹੈ। ਉਹਨੇ ਕੀ ਕੀਤਾ ਜੀ, ਉਹਨੇ ਲਿਆ ਕੇ ਕਾਫੀ ਵਾਲਾ ਸਿਸਟਮ ਉਹਨੇ ਸਾਡੇ ਉੱਤੇ ਲੰਚ ਰੂਮ 'ਚ ਫਿੱਟ ਕਰਤਾ।
ਹੁਣ ਕਾਫੀ ਜੇ ਬਾਹਰੋਂ ਲੈਣ ਜਾਂਦੇ ਸੀ ਉਹ $2-2.5 ਦੀ ਸੀਗੀ। ਉਹਨੇ ਕੀ ਕੀਤਾ, ਜਦੋਂ ਕਾਫੀ ਵਾਲਾ ਸਿਸਟਮ ਕੱਪ ਰੱਖ ਤੇ ਸਾਰਾ ਸਿਸਟਮ ਉਹਨੇ ਲਿਆ ਕੇ ਉੱਥੇ ਰੱਖਤਾ ਤੇ ਉਹ ਕਹਿੰਦਾ ਵੀ 25 ਸੈਂਟ ਪਾਓ ਤੇ ਆਪਦਾ ਕਾਫੀ ਦਾ ਕੱਪ ਲੈ ਲਓ। ਤੇ ਹੈਰਾਨੀ ਦੀ ਗੱਲ ਇਹ ਹੈ ਵੀ ਮੈਂ ਦੇਖ ਰਿਹਾ ਵੀ ਮੈਜੋਰਿਟੀ ਜਿਹੜੇ ਟੈਕਸੀ ਵਾਲੇ ਆ ਵਿਚਾਰੇ ਉੱਥੋਂ ਕਾਫੀ ਲੈਣ ਲੱਗ ਗਏ। ਉਹ ਅਸੀਂ ਹੱਸਦਿਆਂ ਨਹੀਂ, ਮੈਂ ਕਿਹਾ ਵੀ ਇਹ ਕੀ ਗੱਲ ਆ, ਤੁਸੀਂ ਯਾਰ ਉੱਥੋਂ ਚੰਗੇ ਭਲੇ ਖਰੀਦਦੇ ਸੀ ਵੀ ਉੱਥੋਂ ਖਰੀਦ ਲਓ, ਕਿੱਡੀ ਗੱਲ। ਉਹ ਕਹਿੰਦੇ ਵੀ ਭਾਈ ਜੀ ਮਹਿੰਗਾਈ ਇੰਨੀ ਹੁੰਦੀ ਜਾਂਦੀ ਹੈ, ਕੀ ਕਰੀਏ। ਤੁਸੀਂ ਦੇਖੋ ਵੀ ਉਹ ਛੋਟੀ ਜੀ ਚਾਹੇ ਚੀਜ਼ ਹੈ, ਮੈਨੂੰ ਫੀਲ ਹੋਇਆ ਉਹ ਕਹਿੰਦੇ ਮਹਿੰਗਾਈ ਇੰਨੀ ਹੁੰਦੀ ਜਾਂਦੀ ਹੈ, ਇੱਕ ਤਾਂ ਗੈਸ ਉੱਥੇ ਜਾਵਾਂਗੇ ਜੇ ਟਿਮੀ ਦੇ ਉੱਥੋਂ ਚੱਕਣ ਲਈ ਕਾਫੀ ਉੱਥੇ ਪੈਸੇ ਲੱਗਣਗੇ, ਬਸ ਇੱਥੇ ਖੜੇ ਖੜਾਇਆਂ ਨੂੰ ਬੈਠਿਆਂ ਨੂੰ ਮਿਲਦੀ ਹੈ। ਤੇ ਸਾਡੇ ਫੇਅਰ 'ਚ ਕਹਿੰਦੇ ਕੋਈ ਵਾਧਾ ਨਹੀਂ ਹੋਇਆ, ਕੋਈ ਵਧਾ ਨਹੀਂ ਰਿਹਾ ਸਾਡੇ ਫੇਅਰ ਉਹੀ ਨੇ ਤੇ ਉਹ ਹਜੇ ਵੀ ਪੈਸੇ ਦਿੰਦੇ ਲੋਕ। ਉਹ ਕਹਿੰਦੇ ਨੇ ਬੜਾ ਫੀਲ ਹੋਇਆ ਮੈਨੂੰ। ਮੈਂ ਕਿਹਾ ਯਾਰ ਗੱਲ ਤਾਂ ਸਹੀ ਹੈ ਤੁਹਾਡੀ, ਮਹਿੰਗਾਈ ਤਾਂ ਸਾਰੇ ਕਿਸੇ ਲੱਕ ਤੋੜੀ ਜਾਂਦੀ ਹੈ ਜੀ ਸਾਰੇ ਬੰਦਿਆਂ ਦਾ। ਓਕੇ ਸਰ, ਥੈਂਕ ਯੂ। ਬਾਈ ਜੀ ਗੁਰਬਚਨ ਸਿੰਘ ਹੋਣੀ ਜਿਹੜੀ ਕਹਿ ਗਏ ਨੇ, ਦੇਖੋ ਇੱਕ ਗੈਸ ਸਟੇਸ਼ਨ ਤੋਂ ਤੁਸੀਂ ਗੈਸ ਪਾਉਂਦੇ ਹੋ, ਉੱਥੇ ਕਿਸੇ ਸਮੇਂ ਫ੍ਰੀ ਗੈਸ ਉਹ ਫ੍ਰੀ ਏਅਰ ਹੁੰਦੀ ਸੀ। ਉਹ ਕਹਿੰਦੇ ਯਾਰ ਇਹਨੂੰ ਸਾਂਭਦਾ ਨਹੀਂ ਸੀ ਕੋਈ, ਤੋੜਨ ਲੱਗ ਗਏ। ਫਿਰ 25 ਸੈਂਟ ਲਾਤੇ ਉਹਨਾਂ, ਫਿਰ 50 ਸੈਂਟ ਲਾਤੇ, ਫਿਰ $1 ਲਾਤਾ। ਹੁਣ ਉਹ ਕਹਿੰਦੇ ਟੂਨੀ ਪਾਓ ਅਤੇ ਉਹ 2 ਮਿੰਟ 3 ਮਿੰਟ ਸ਼ਾਇਦ ਚੱਲਦੀ ਹੈ ਅਤੇ ਉਹ 30 ਸੈਕਿੰਡ 'ਚ 40 ਸੈਕਿੰਡ 'ਚ ਹਵਾ ਭਰੀ ਜਾਂਦੀ ਹੈ ਇੱਕ ਟਾਇਰ 'ਚ ਅਤੇ ਬਾਅਦ 'ਚੋਂ ਚੱਲੀ ਜਾਂਦੀ ਹੈ। ਫਿਰ ਉਹ ਜੁੜਦਾ ਨਾ ਜੀ, ਬਹੁਤ ਕੁਝ ਜੁੜਦਾ ਹੈ। ਲੱਕੀ ਧਾਲੀਵਾਲ ਜੀ। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਜੀ ਕਸੂਰ ਕਿਸੇ ਦਾ ਨਹੀਂ, ਕਸੂਰ ਹੈਗਾ ਸਾਡਾ ਜੀ। ਅੱਗੇ ਅਸੀਂ ਵੋਟਾਂ ਪਈਆਂ ਤੇ ਫੋਟਾ ਫਾਟਾਂ ਬਾਵਾ ਸਾਰਿਆਂ ਨੇ ਕਰਾਈਆਂ ਵੀ ਆਹ ਸਾਡਾ ਆਹ ਗੋਤੀ ਆ, ਸਾਡਾ ਫਲਾਨਾ ਆ ਤੇ ਆਹ ਸਾਡਾ ਫਲਾਨਾ। ਹੁਣ ਉਹਨਾਂ ਨੇ ਮੇਰਾ ਦੀਆਂ ਇਲੈਕਸ਼ਨਾਂ ਲੜ ਰਹੇ, ਅਗਲੇ ਨਜ਼ਾਰੇ ਲੈ ਰਹੇ, ਤੁਹਾਡੇ ਰੋਡ ਚੱਲਣ, ਤੁਹਾਡੇ ਮਾਪੇ ਇੱਥੇ ਆਉਣ, ਟੈਕਸ ਉਹਦੇ ਕਾਰਨ ਤੁਸੀਂ ਭਰੋ ਚਾਹੇ ਨਾ ਭਰੋ। ਇਹਦਾ ਗਿੱਲ ਸਾਹਿਬ ਜੀ ਨਜ਼ਾਰੇ ਉਹ ਲੈਂਦੇ ਆ। ਗਾਂ ਉਹਨਾਂ ਦੇ ਗਾਂ ਨਿਆਣਿਆਂ ਨੇ ਮੰਤਰੀ ਬਣਨਾ, ਗਾਂ ਉਹਨਾਂ ਦੇ ਗਾਂ ਦੋਤੇ ਦੋਤੀਆਂ ਨੇ ਪੋਤੇ ਪੋਤੀਆਂ ਨੇ ਬਣਨਾ। ਜਿਹੜੇ ਸਾਡੇ ਜਿਹੜੇ ਇੰਡੀਆ ਲਾ ਲਓ, ਇੱਥੇ ਲਾ ਲਓ, ਅਸੀਂ ਇੱਕ ਉਸ ਚੀਜ਼ ਦੇ ਭੁੱਖੇ ਆ ਵੀ ਲਾ ਜੀ ਮੇਰੀ ਫਲਾਨੇ ਮੰਤਰੀ ਨਾਲ ਫੋਟੋ ਖਿੱਚ ਲਈ ਤਾਂ ਮੈਂ ਲਿਵਿੰਗ ਰੂਮ 'ਚ ਵੱਡੀ ਕਰਕੇ ਲਗਾਉਣੀ ਆ। ਸਾਨੂੰ ਕੋਈ ਟੈਕਸ ਦਾ ਨਹੀਂ, ਸਾਡੇ ਕੋਲ ਮਾਪਿਆਂ ਦਾ ਕੋਈ ਉਹਦੇ ਕਾਰਨ ਚਾਹੇ ਇੱਥੇ ਮਰਨ ਜੋ ਮਰਜ਼ੀ ਕਰਨ, ਅਸੀਂ ਉਹ ਚੀਜ਼ਾਂ ਦੀ ਨਾ ਗੱਲ ਕਰੀਏ ਨਾ ਕਰਾਂਗੇ। ਕਿੰਨੇ ਆਪਣੇ ਰੇਲਵੇ ਦੇ ਆਉਂਦੇ ਆ ਜਾਂ ਹੋਰ ਚੀਜ਼ਾਂ ਦੇ ਵੀ ਆਉਂਦੇ ਆ, ਇੱਕ ਕੋਈ ਵੀ ਆਪਣੀ ਇਹ ਚੀਜ਼ ਕਰਦਾ। ਸਾਡੇ 80 ਦਾ ਰੋਡ ਸੀ ਜੀ, ਅਸੀਂ ਨਵੇਂ ਘਰ ਪਾਏ, ਅਸੀਂ ਉੱਥੇ ਜਿਹੜੀ ਪੇਮੈਂਟ ਕਰਨੀ ਸੀ ਉਹ ਕਹਿੰਦੇ ਵੀ ਆ ਉੱਥੇ ਪਹਿਲਾਂ ਪੈਡ ਜਿਹਾ ਲੱਗ ਗਿਆ ਸੀ, ਕਹਿੰਦੇ ਪੇਮੈਂਟ ਕਰੋ ਤੇ ਤੁਹਾਡੇ ਪੈਸੇ ਪੂਸੇ ਫੇਰ ਦੇਣੇ ਆ। ਅਸੀਂ ਕਿਹਾ ਵੀ ਆਹ ਦੇਖੋ ਇੰਨੀ ਤਾਂ ਅਸੀਂ ਜਿਹੜੀ ਆਹ 104 ਫੁੱਟ ਆ ਮੋਰੇ 2 ਘਰ ਬਣੇ ਸਾਡੇ। ਮੈਂ ਕਿਹਾ ਇਹ ਤਾਂ ਪੇਮੈਂਟ ਕਰ ਦਿਆਂਗੇ, ਆ ਜਿਹੜੀ ਬਾਕੀ 80 ਦੀ ਉਹ ਦੱਸੋ ਕਿੰਨੀ ਕੁ ਵਧੀਆ ਆ। ਇਹ ਤੁਸੀਂ ਜਿਹੜਾ ਉਹਨਾਂ ਨੇ ਪੈਪ ਕੱਢੇ ਲਾਈਨਾਂ ਜੀਆਂ ਪਾਈਆਂ ਉਹ ਤਾਂ ਉਹਨਾਂ ਨੇ ਪੇਵ ਕਰ ਦਿੱਤੀ ਤੇ ਜਿਹਨਾਂ ਨੇ ਇੱਕ ਕੰਪਨੀ ਸੀਗੀ, ਤੇ ਸਾਨੂੰ ਉਹ ਪੈਸੇ ਹਜੇ ਤੱਕ ਸਾਡੇ ਰੱਖੇ ਸੀ ਵੀ ਆਹ ਕੰਮ ਕਰੋ ਤੇ ਫੇਰ ਪੈਸੇ ਤੁਹਾਡੇ ਦੇਣੇ ਆ ਜੀ। ਬਿਲਕੁਲ ਨਹੀਂ ਮਿਲਦੇ। ਤੁਸੀਂ ਤੁਸੀਂ ਬਾਕੀ ਵੀ 80 ਦਾ ਜਿਹੜਾ 167 ਰੋ ਸਾਰਾ ਇੱਧਰ ਕਿੰਨਾ ਉਹ ਕਿੰਨੇ ਕੁ ਵਧੀਆ ਕੀ ਗੱਲ ਆ, ਉਹ ਚੀਜ਼ਾਂ ਕੋਈ ਨਹੀਂ ਵੀਰ ਜੀ। ਜਿੰਨਾ ਚਿਰ ਅਸੀਂ ਆਪਣਿਆਂ ਨੂੰ ਵੋਟਾਂ ਪਾਉਣਾ ਹਟਾਂਗੇ ਉਹਨਾਂ ਚੱਕ ਕੱਖ ਨਹੀਂ ਹੋਣਾ ਇੱਥੇ। ਸਾਡੇ ਲੋਕਾਂ 'ਚ ਇਹੋ ਹੀ ਆ ਵੀ ਮੈਂ ਇਲੈਕਸ਼ਨ ਜਿੱਤ ਜਮਾ ਪੈਲਸਣਾ ਮੈਨੂੰ ਲੱਗ ਜਾਣੀਆਂ, ਬਾਕੀ ਖੂਬ ਢੱਠੇ ਖੂਜ ਪੈਣ। ਸੌਰੀ ਜੀ ਗਿੱਲ ਸਾਹਿਬ, ਧੰਨਵਾਦ ਜੀ। ਧੰਨਵਾਦ ਜੀ। ਅੱਛਾ, ਇੱਕ ਵਿਚਾਰ ਤਾਂ ਇਹ ਕਰਨ ਵਾਲੀ ਹੈ ਬਈ ਸਾਊਥ ਸਰੀ ਅਤੇ ਫਰੇਜ਼ਰ ਹਾਈਟ ਦੀਆਂ ਸੜਕਾਂ ਅਤੇ ਬਾਕੀ ਸ਼ਹਿਰ ਦੇ 64 ਤੋਂ ਲੈ ਕੇ 104 ਦੇ ਵਿਚਲੀਆਂ ਸੜਕਾਂ ਜਿਹੜੀਆਂ ਨੇ ਉਹਨਾਂ 'ਤੇ ਕੀ ਹੋਇਆ ਹੋਇਆ। ਇਹ ਸ਼ਹਿਰ ਵਾਲੇ ਉਹ ਸਵਾਲ ਤਾਂ ਪੁੱਛ ਸਕਦੇ ਨੇ ਸਰੀ 'ਚ ਰਹਿਣ ਵਾਲੇ। ਅਤੇ 120 ਟੱਪਦਿਆਂ ਹੀ ਉਹ ਸਬ ਡਿਵੀਜ਼ਨਾਂ ਦੇ ਵਿੱਚ ਕਿਵੇਂ ਰਾਤ ਨੂੰ 911 ਵਾਲੇ ਗੱਡੀਆਂ ਲੰਘ ਸਕਦੀਆਂ, ਕਿਸ ਤਰ੍ਹਾਂ ਇੱਕ ਬੇਸਮੈਂਟ ਦਾ ਮਤਲਬ ਇੱਕ ਬੇਸਮੈਂਟ ਆ, ਕਿਸ ਤਰ੍ਹਾਂ ਤੁਸੀਂ 2 ਫੁੱਟ ਬਾਈ 2 ਫੁੱਟ ਵੀ ਵਧਾ ਕੇ ਦਿਖਾਓ ਸੜਕ ਆਪਣੇ ਕੰਧ। ਅਤੇ ਇੱਥੇ ਉਹ ਕਹਿੰਦੇ ਵੀ ਨਾ ਇੱਥੇ ਤਾਂ ਬਣੇ ਬਣਾਏ ਘਰ, ਤੁਸੀਂ ਚਾਹੇ ਛੱਤ ਦੇ ਪਿੱਛੇ ਕਿਹੜਾ ਪੁੱਛਦਾ। ਉੱਥੇ ਟਾਸਕ ਫੋਰਸ ਹੁਣ ਬਣ ਗਈ, ਜਾਨੂੰ ਤਾਂ ਛੱਤ 'ਤੇ ਲੋਕਾਂ ਨੇ ਕਿਵੇਂ ਢਾਹੋਗੇ ਕਿਸੇ ਦੇ। ਇਹ ਤਾਂ ਗੱਲਾਂ ਹੈ ਸਭ, ਨਹੀਂ ਢਾਹ ਹੋਣੇ। ਹਾਂ ਉਹ ਜ਼ਰੂਰ ਆ ਬਈ ਲੋਟ ਕਹਿ ਕੇ ਕੌਂਡੋ ਬਣਾ ਲਓ, ਕੌਂਡੋ ਵਾਲਿਆਂ ਦੇ ਟਾਊਨ ਹਾਊਸ ਬਣਾ ਲਓ, ਟਾਊਨ ਹਾਊਸ ਵਾਲਿਆਂ ਦੇ ਹਾਈ ਰਾਈਜ਼ੇ ਬਣਾ ਲਓ, ਉਹ ਗੱਲਾਂ ਅਲੱਗ ਨੇ। ਉਹ ਫਿਰ ਜਿਹਦੀ ਚੱਲਦੀ ਆ ਉਹ ਚਲਾਉਂਦਾ ਅਗਲਾ।
ਤੇ ਮੁੱਕਣੇ ਨਹੀਂ ਹੈ। ਪਹਿਲਾਂ ਮਿਲੀਅਨ, ਫਿਰ 2, ਫਿਰ 5, ਫਿਰ 50, ਫਿਰ 100, ਫਿਰ 200, ਫਿਰ 300, ਫਿਰ 400, ਫਿਰ 500, 500 ਮਿਲੀਅਨ। ਜੇ ਪੁੱਛੋ ਕਿਸ ਨੂੰ ਕੀ ਕਰਨਾ, ਕਹਿੰਦਾ ਬੈਂਕ 'ਚ ਪਏ ਨੇ, ਮੇਰੇ ਤਾਂ ਜੇਬ 'ਚ 20-50 ਹੀ ਨੇ, ਹੋਰ ਤਾਂ ਕੁਛ ਨਹੀਂ ਹੈ। ਤੇ ਫਿਰ ਕਾਹਦੇ ਲਈ ਬੰਦਾ ਹੌਕਲ ਤਾਇਆ ਕਿਉਂ ਤੋੜਦਾ, ਕਿਉਂ ਆਪਣੀ ਘੰਡੀ ਤੋੜਨ ਤੱਕ ਕਿਉਂ ਜਾਂਦਾ ਹੈ, ਸਮਝ ਨਹੀਂ ਆਉਂਦੀ। ਇਹ ਸਭ ਤੋਂ ਵੱਡੀ ਤੁਹਾਡੀ ਪਾਵਰ ਹੈ। ਅਖੀਰ 'ਚ ਮੈਂ ਤੁਹਾਨੂੰ ਦੱਸਾਂ ਇੱਕ, ਉਹ ਪਾਵਰ ਹੈ ਤੁਹਾਡੀ ਵੋਟ ਦੀ। ਦਿਖਾਇਆ ਨਾ ਪੰਜਾਬ 'ਚ ਅਗਲੇ ਨੇ ਬਈ ਆ ਪਿਤਾ ਪੁਰਖੀ 10 ਟੱਬਰ ਅਗਲੇ ਚੱਕ ਕੇ ਮਾਰੇ, ਇੱਕ ਸਟੇਜ 'ਤੇ ਅਦਾਕਾਰ ਬੰਦਾ ਉਹਨੂੰ CM ਬਣਾ ਦਿੱਤਾ। ਤੁਹਾਡੀ ਸ਼ਕਤੀ ਹੈ, ਪਰ ਤੁਹਾਡਾ ਜਿਹੜਾ ਮਾਪਦੰਡ ਉਸ ਸਮੇਂ ਤਾਂ ਇਹ ਆ ਨਾ, ਫਿਰ ਮੈਨੂੰ ਮੇਰੇ ਲਈ ਕਿਹਨੇ ਕੀ ਕੀਤਾ, ਬਸ ਉਹ ਫਿਰ ਸਾਡੇ 'ਤੇ ਅਗਲੇ ਦਾ ਅਹਿਸਾਨ ਹੈ, ਅਹਿਸਾਨ ਖਾਤਰ ਫਿਰ ਸਾਡਾ ਔਖਾ ਹੈ। ਕਰੋ ਫਿਰ, ਜਿਹਦੇ ਚਾਰ ਪੈਸੇ ਜੇਬ 'ਚ ਹੋਣਗੇ, $2-2.5 ਲੱਖ, ਉਹ ਜਵਾਕਾਂ ਨੂੰ ਡਿਗਰੀ ਕਰਾ ਲੂ ਬਾਹਰ ਭੇਜ ਕੇ। ਤੁਹਾਡੇ ਵਾਲਿਆਂ ਨੇ ਨਹੀਂ ਕਰਨੀ। ਤੁਹਾਡੇ ਵਾਲੇ ਵਾਲਮਾਰਟ 'ਚ ਲੱਗਣਗੇ, ਤੁਹਾਡੇ ਵਾਲੇ ਕਿਸੇ ਹੋਰ ਵਧੀਆ ਸਟੋਰ 'ਚ ਲੱਗਣਗੇ, ਤੁਹਾਡੇ ਸਾਹਮਣੇ ਹੀ ਆ, ਦੇਖ ਲਿਓ, ਇੱਥੇ ਹੀ ਹੈ। ਰੱਬ ਸੁੱਖ ਰੱਖੇ 10-12 ਸਾਲ 8-10 ਸਾਲ ਜੇ ਹੋਰ ਲਾਏ, ਤੁਸੀਂ ਦੱਸੋਗੇ ਆਪ ਹੀ ਆ ਕੇ ਵੀ ਬਣਿਆ ਨਹੀਂ ਬਈ ਕੁਛ ਜਵਾਕਾਂ ਦਾ। ਅਤੇ ਜਿਹਦੀ ਜੇਬ ਦੇ ਵਿੱਚ ਨੇ ਉਹ ਭੇਜ ਕੇ ਕਰਾ ਲੂਗਾ। ਅਤੇ ਫਿਰ ਤੁਸੀਂ ਜਾਂ ਤੁਹਾਨੂੰ ਜੇ ਤੁਸੀਂ ਸਵਾਲ ਨਹੀਂ ਪੁੱਛਣੇ, ਫਿਰ ਅਗਲੇ ਮਰਜ਼ੀ ਕਰਦੇ ਆ। ਇਹ ਤਾਂ ਲੋਕਤੰਤਰ ਹੈ, ਸਵਾਲ ਤਾਂ ਤੁਸੀਂ ਪੁੱਛ ਸਕਦੇ ਹੋ, ਪਰ ਸਵਾਲ ਜਾਂ ਪੁੱਛਣੇ ਜਦ ਤਾਂ ਫਿਰ ਜਾਮ ਖੜਕਾਉਣਾ ਆਪਾਂ ਉਸ ਸਮੇਂ ਤਾਂ ਉਹ ਕਹਿੰਦੇ ਕੀ ਪੁੱਛਣਾ, ਇਹ ਬੰਦਾ ਸਾਡਾ ਆਪਣਾ। ਕਿਸੇ ਜਨਤਕ ਇਕੱਠ 'ਚ, ਕਿਸੇ ਤੁਹਾਡੇ ਵਿਆਹ ਸ਼ਾਦੀ 'ਚ ਤੁਸੀਂ 70% ਤਾਂ ਬੰਦੇ ਉਹ ਨੇ ਜਿਹੜੇ ਨਿੱਜੀ, ਜਿਨ੍ਹਾਂ ਦੇ ਕੰਮ ਹੋਏ ਆ ਬਸ। ਨਿੱਜੀ ਇੱਥੇ ਕੰਮ ਕੀ ਨੇ, ਮਤਲਬ ਇਲੀਗਲ ਕਰਾਉਣਾ ਕੁਛ। ਅਤੇ ਇਹਨਾਂ ਦੇਸ਼ਾਂ 'ਚ ਜੇ ਇਲੀਗਲ ਕਰਾਉਣਾ, ਫਿਰ ਕਾਹਨੂੰ ਛੱਡ ਕੇ ਆਏ ਸੀ ਪਿੱਛੋਂ। ਇੱਕ ਮੈਨੂੰ WhatsApp 'ਤੇ ਫੋਟੋ ਭੇਜੀ ਹੈ, ਨਾਲ ਉਹਦੇ ਥੱਲੇ ਨਿਊਜ਼ ਦੀ ਕਵਰੇਜ ਹੈ ਕਿ ਇੱਕ ਡਕਟ ਟੇਪ ਜਿਹੜੀ ਹੈ ਨਾ, ਉਹ ਲਾਈ ਹੋਈ ਹੈ ਕਲੋਵਰਡੇਲ ਦੇ ਵਿੱਚ 176A ਤੇ 57 ਐਵਨਿਊ 'ਤੇ। 15 ਦਿਨ ਹੋ ਗਏ ਕਹਿੰਦੇ ਇਹਨੂੰ ਡਕਟ ਟੇਪ, ਜਿਹੜਾ ਪੋਟ ਹੋਲ ਆ, ਬਹੁਤ ਸਾਰਾ ਖੱਡਾ ਬੜਾ ਹੈ, ਉਹਦੇ ਉੱਪਰ ਟੇਪ ਲਾਈ ਹੋਈ ਹੈ। ਫੋਟੋ ਵੀ ਭੇਜੀ ਆ ਕਿਸੇ ਨੇ, ਗੁਆਂਢੀ ਨੇ। ਉਹ ਕਹਿੰਦੇ 15 ਦਿਨ ਹੋ ਗਏ, ਨਿਊਜ਼ ਵੀ ਨਾਲ ਹੈ। ਡਕਟ ਟੇਪਡ ਪੋਟ ਹੋਲ ਔਨ ਸਰੀ ਸਟਰੀਟ ਹੈਜ਼ ਹੈਲਡ ਫॉर 15 days ਐਜ਼ ਟੈਂਪਰੇਰੀ ਰਿਪੇਅਰ। ਅਤੇ ਇਹ ਤਾਂ ਹਾਲ ਹੈ ਤੁਹਾਡੇ ਸ਼ਹਿਰ ਦਾ। ਬਾਕੀ ਸ਼ਹਿਰਾਂ 'ਚ ਵੀ ਹੋ ਤੁਸੀਂ, ਪਰ ਸ਼ਹਿਰਾਂ ਦੇ ਅਲੱਗ-ਅਲੱਗ ਏਰੀਏ ਦੇ ਵਿੱਚ ਅਲੱਗ-ਅਲੱਗ ਸੇਵਾਵਾਂ ਨੇ। ਇਹ ਜ਼ਰੂਰ ਫਰਕ। ਮਹਿੰਗੇ ਅਤੇ ਅਮੀਰ ਅਤੇ ਗਰੀਬ ਏਰੀਏ ਜਿਹੜੇ ਸੋ ਕਾਲਡ ਨੇ, ਉਹਦੀਆਂ ਸਹੂਲਤਾਂ ਦਾ ਫਰਕ ਹੈ। ਇਹ ਹੁਣ ਇਹਨੂੰ ਮਹਿਸੂਸ ਕਰਨਾ ਹੈ। ਅਤੇ ਆਮ ਵੀ ਹਰ ਪੱਧਰ 'ਤੇ MLAਆਂ ਨੂੰ, MPਆਂ ਨੂੰ, ਸ਼ਹਿਰ ਦੇ ਪਤਵੰਤੇ ਜਿਹੜੇ ਨੇ, ਉਹਨਾਂ ਨੂੰ ਪੁੱਛੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਕਹੋ, ਸਵਾਲ ਪੁੱਛੋ। ਪਿਛਲੇ ਹਿੱਸੇ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕੀਤੀ, ਉਹਦੀ ਡਿਸਕਸ਼ਨ ਜਿੰਨੀ ਮਰਜ਼ੀ ਆਪਾਂ ਕਰ ਲਈ, ਉਹਦਾ ਸਲਿਊਸ਼ਨ ਤੁਹਾਡੇ ਕੋਲ ਆ, ਤੁਹਾਡੇ ਹੱਥ ਦੇ ਵਿੱਚ। ਜਦ ਵੋਟ ਪਾਉਣ ਦਾ ਸਮਾਂ ਆਉਂਦਾ ਕਿਸੇ ਵੀ ਲੈਵਲ 'ਤੇ, ਉਸ ਸਮੇਂ ਐਕਟ ਕਰੋ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣਾ। ਅਤੇ ਜੇ ਅਸੀਂ ਆਪਣੇ ਨਿੱਜ ਕਰਕੇ ਇਸ ਨੂੰ ਬਈ ਮੇਰੀ ਬਣਦੀ ਆ ਉਹ ਰੱਖਣਾ, ਉਹ ਤੁਹਾਡੀ ਮਰਜ਼ੀ ਹੈ। ਹੁਣ ਤੀਸਰੇ ਘੱਲੂਘਾਰੇ ਦੀ ਆਖਰੀ ਕੜੀ ਅੱਜ ਦੀ ਤੁਹਾਡੇ ਸਨਮੁਖ ਹੈ। 6 ਜੂਨ ਦੇ ਸਵੇਰੇ 9:30-10 ਵਜੇ ਦੇ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਕਲ ਕੇ ਬਾਹਰ, ਜਿੱਥੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਨੇ, ਉੱਥੇ ਆ ਕੇ ਸ਼ਹੀਦੀ ਦਿੱਤੀ। 2004 ਵਜੇ ਤੋਂ ਲੈ ਕੇ 4 ਜੂਨ ਦੇ ਸਵੇਰ ਦੇ 4:30 ਵਜੇ ਤੋਂ ਲੈ ਕੇ 1984 ਤੋਂ ਅੱਜ 38 ਵਰ੍ਹਿਆਂ ਦਾ ਸਮਾਂ। ਇਹਦੇ ਕਾਰਨ ਆਪਾਂ ਬਹੁਤ ਪੜਚੋਲ ਤੇ ਅਲੱਗ-ਅਲੱਗ ਕਾਰਨ ਗਿਣੇ ਸੀ ਕਿ ਐਮਰਜੈਂਸੀ ਦੇ ਦੌਰਾਨ ਗ੍ਰਿਫਤਾਰੀਆਂ, ਜਾਂ ਪੰਜਾਬ ਦਾ ਅਮੀਰ ਹੋਣਾ, ਜਾਂ ਪੰਜਾਬ ਦਾ ਖਾਣਾ ਦਾਣੇ ਦੇ ਵਿੱਚ ਮੋਹਰੀ ਹੋਣਾ, ਟਰਾਂਸਪੋਰਟ 'ਚ ਮੋਹਰੀ ਹੋਣਾ, ਮਿਲਟਰੀ ਦੇ ਵਿੱਚ ਉਹਨਾਂ ਦੇ ਜਰਨੈਲਾਂ ਦਾ ਹੋਣਾ, ਅਤੇ ਸੈਂਟਰ ਨੂੰ, ਇੰਦਰਾ ਗਾਂਧੀ ਨੂੰ ਜੇ ਸਭ ਤੋਂ ਵੱਧ ਕਿਸੇ ਨੇ ਐਮਰਜੈਂਸੀ ਦੇ ਦੌਰਾਨ
ਜਿਹੜੀ ਉਹਦੇ ਬਗਾਵਤ ਕੀਤੀ ਤਾਂ ਪੰਜਾਬ ਨੇ ਕੀਤੀ। ਇੱਦੋਂ ਉੱਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜਾ 4 ਸਦੀਆਂ ਦਾ 5 ਸਦੀਆਂ ਦਾ ਇੱਕ ਬਹੁਤ ਲੰਮਾ ਇਤਿਹਾਸ ਹੈ, ਉਹ ਇਤਿਹਾਸ ਜਿਹੜਾ ਬਰਾਬਰਤਾ ਦੀ ਗੱਲ, ਜਿਹੜਾ ਵਰਨ ਵੰਡ ਦੀ ਗੱਲ, ਊਚ ਨੀਚ ਦੀ ਗੱਲ, ਜਾਤ ਪਾਤ ਦੀ ਗੱਲ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਇੱਕ ਸਰਬੱਤ ਦੇ ਭਲੇ ਦੇ ਫਲਸਫੇ 'ਤੇ ਖੜਾ ਇੱਕ ਰਾਜ, ਜਿਸ ਨੇ ਦੁਨੀਆ ਦੇ ਵਿੱਚ ਜਾ ਕੇ ਕਿਸੇ ਵੀ ਧਰਮ ਦੇ ਜਿਹੜੇ ਨਵੀ ਨੇ, ਕਿਸੇ ਵੀ ਧਰਮ ਦੇ ਆਗੂ ਨੇ, ਉਹ ਆਪਣਾ ਖਿੱਤਾ ਛੱਡ ਕੇ ਦੂਜਿਆਂ ਖਿੱਤਿਆਂ ਦੇ ਵਿੱਚ ਬਹੁਤ ਘੱਟ ਇਤਿਹਾਸ ਹੈ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਜਿਹੜੀਆਂ ਧਰਤ ਨੂੰ ਸੋਧਣ ਦੇ ਲਈ ਤੇ ਸਾਰੀ ਲੁਕਾਈ ਨੂੰ ਵਧੀਆ ਰੱਖਣ ਦੇ ਲਈ ਹਰ ਜਗ੍ਹਾ ਸਰਬੱਤ ਦੇ ਭਲੇ ਦੇ ਫਲਸਫੇ ਦੇ ਐਡਾ ਗਾਡੀ ਰਾਹ ਉਸ ਦਾ ਸ਼ੁਰੂ ਕੀਤਾ ਕਿ ਗੁਰੂ ਕਾਲ ਨੇ ਆਪਣੇ ਸਮਿਆਂ ਦੇ ਦੌਰਾਨ ਇਸ ਨੂੰ ਜਿਉਂਦਿਆਂ ਰੱਖਿਆ। ਜਿਹੜੀ ਗੁਰੂ ਦੀ ਪਹਿਲ ਤਾਜ਼ਗੀ ਹੈ, ਗੁਰੂ ਤੋਂ ਬਾਅਦ ਉਹਦੇ ਵਿੱਚ ਗਿਰਾਵਟ ਦਾ ਕਾਰਨ ਹੈ ਕਿ ਉਸ ਨੂੰ ਉਹਦੇ ਪੈਰੋਕਾਰ ਜਦ ਉਸ 'ਤੇ ਨਿਸ਼ਚੈ ਛੱਡ ਕੇ ਪਦਾਰਥਵਾਦੀ ਯੁੱਗ ਜਿਹੜਾ ਵਿਪਰ ਹੈ, ਵਿਪਰ ਦਾ ਕੀ ਹੈ? ਵਿਪਰ ਗਿਆਨ ਇੰਦਰੀਆਂ ਤੇ ਆਪਣੇ ਰਾਜ ਤੇ ਦੁਨਿਆਵੀ ਗਿਆਨ ਦੇ ਸਿਰ 'ਤੇ ਲੋਕਾਂ 'ਤੇ ਰਾਜ ਕਰਨਾ ਚਾਹੁੰਦਾ ਹੈ, ਤੇ ਖਾਲਸਾ ਜਿਹੜਾ ਸੁਤੰਤਰ ਹੈ, ਸਰਬੱਤ ਦੇ ਭਲੇ ਲਈ ਖੁਦਾਈ ਆਗਮਨ ਦੀ ਉਸ ਦੀ ਗੱਲ ਹੈ, ਤੇ ਉਹਦਾ ਫਰਕ ਹੈ। ਉਹਦਾ ਰੂਪ ਅਲੱਗ-ਅਲੱਗ ਹੋ ਸਕਦਾ, ਤੇ ਉਹਦਾ ਸ਼ਾਸਤਰ ਤੇ ਸ਼ਸਤਰ ਦੀ ਗੱਲ, ਪਹਿਲਾਂ ਪੜ੍ਹਾਈ ਦੇ ਨਾਲ ਮਾਰਨ ਦੀ ਗੱਲ, ਉਸ ਤੋਂ ਬਾਅਦ ਸ਼ਸਤਰਾਂ ਨਾਲ ਮਾਰਨ ਦੀ ਗੱਲ ਵੀ ਚੱਲਦੀ ਹੈ। ਪਚਕਾਰ ਕੇ, ਪੈਸਾ ਧੇਲਾ ਦੇ ਕੇ, ਫੁੱਟ ਪਾ ਕੇ, ਤੇ ਜਾਂ ਫਿਰ ਵਿਸ਼ੀਅਸਲੀ ਅਖੀਰ ਸ਼ਸਤਰ ਦੀ ਵਰਤੋਂ ਕਰਕੇ ਇਹ ਕਤਲੋ-ਗਾਰਤ ਉਸ ਖਿੱਤੇ 'ਚ ਹੁੰਦੀ ਰਹੀ ਹੈ। ਜਦ ਹੁਣ 70 ਗੁਰੂ ਘਰਾਂ ਦੀ ਲਿਸਟ ਬਣ ਚੁੱਕੀ ਹੈ ਵੀ 1984 'ਚ ਉੱਥੇ ਹਮਲੇ ਹੋਏ ਨੇ, ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਤੇ ਹੋਰ ਹਥਿਆਰਬੰਦ ਸੰਘਰਸ਼ੀਲ ਯੋਧੇ ਨਹੀਂ ਸੀ, ਉੱਥੇ ਵੀ ਹਮਲੇ ਹੋਏ ਨੇ। ਨਿਸਲ ਹੋਈ ਕੌਮ ਨੂੰ, ਸਿੱਧੀ ਹੋਈ ਕੌਮ ਨੂੰ ਉਸਦੇ ਫਲਸਫੇ ਮੀਰੀ ਤੇ ਪੀਰੀ ਨਾਲ ਜੋੜਨ ਦੇ ਲਈ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ, ਜਿਹੜੀ ਉਹਨਾਂ ਦੀ ਗੱਲ ਸ਼ਿਕਾਰੀ ਬਹੁਤ ਨੇ, ਪੰਛੀ ਇਕੱਲਾ ਹੈ, ਉਹਨਾਂ ਦੀ ਧਾਰਨਾ, ਉਹਨਾਂ ਨੂੰ ਪਤਾ ਸੀ ਕਿ ਆਲੇ ਦੁਆਲੇ ਕੀ ਹੋ ਰਿਹਾ, ਅਕਾਲੀ ਕੀ ਕਰ ਰਹੇ ਨੇ। ਪਹਿਲਾਂ ਵੀ ਪੰਥ ਖਤਰੇ 'ਚ ਆਉਂਦਾ, ਪਰ ਜਿੱਦਣ ਉਹਨਾਂ ਦੀਆਂ ਮਿਨਿਸਟਰੀਆਂ ਮਿਲ ਜਾਂਦੀਆਂ ਪੰਥ ਖਤਰੇ ਤੋਂ ਬਾਹਰ ਹੋ ਜਾਂਦਾ। ਪਰ ਇਸ ਵਾਰ ਜਿਹੜਾ ਪਹਿਰਾ ਲਾ ਕੇ ਬੈਠਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੇਵਾਦਾਰ ਬਣ ਕੇ, ਉਸ ਦੇ ਖੀਸੇ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਪਾਇਆ ਹੋਇਆ, ਉਸ ਗੱਲੋਂ ਸਾਰੇ ਜਿਹੜੇ ਜ਼ੀਰੋ ਹੋ ਗਏ। ਜ਼ੀਰੋ ਤਾਂ ਪਹਿਲਾਂ ਹੀ ਹੋ ਗਏ ਸੀ ਜਦ ਕਪੂਰੀ ਵਾਲਾ ਮੋਰਚਾ ਆ ਕੇ ਸੰਤਾਂ ਦੇ ਮੋਰਚੇ ਨਾਲ ਜਿਹੜੇ ਆਪਣੇ ਸਿੰਘ ਛਡਾਉਣ ਦੇ ਲਈ ਉੱਥੇ ਪਹੁੰਚੇ ਹੋਏ ਸੀ। ਭਾਈ ਅਮਰੀਕ ਸਿੰਘ, ਠਾਰਾ ਸਿੰਘ ਤੋਂ ਉਦੋਂ ਪਹਿਲਾਂ 3 ਸਿੰਘ ਜਿਹੜੇ ਨੇ, ਅਸਲ ਤਾਂ ਉਹਨਾਂ ਕਰਕੇ ਉੱਥੇ ਆਏ ਹੋਏ ਸੀ। ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦ ਅਰਦਾਸ ਕਰ ਦਿੱਤੀ ਕਿ ਜੇ ਮੇਰਾ ਨਿੱਜ ਹੋਵੇ ਤਾਂ ਕਦੇ ਜਿੱਤ ਨਾ ਮੇਰੀ ਪੀਰੀ ਦੇ ਮਾਲਕਾ ਦਿਓ। ਇਹ 1978 ਦੇ ਵਿੱਚ 1978 ਕੀ ਹਰ ਵਿਸਾਖੀ ਨੂੰ ਦਮਦਮੇ ਟਕਸਾਲ ਦਾ ਮੁਖੀ ਆਪਣੇ ਜਥੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਨੇ। ਉਸ ਦਿਨ ਵੀ ਆਏ ਹੋਏ ਸੀ ਜਦ 1978 ਦੇ ਵਿੱਚ ਨਰਕਧਾਰੀਆਂ ਨੂੰ ਸ਼ਰੇਆਮ ਕੱਢ ਕੇ, ਤੇ ਬਾਦਲ ਉਹਨਾਂ ਨੂੰ ਕਹਿੰਦੇ ਬੰਬਈ ਨੇ, ਤੇ ਬਾਦਲ ਹੋਣੀ ਸਰਕਟ ਹਾਊਸ 'ਚ ਬੈਠੇ ਸੀ। ਪੱਤਰਕਾਰ ਦਲਵੀਰ ਸਿੰਘ ਮਿਲਿਆ ਜਾ ਕੇ, ਤੇ ਉਮਰਾ ਨੰਗਲ ਨੂੰ ਕਿਹਾ, ਉਹ ਕਹਿੰਦਾ ਮੈਂ ਨਹੀਂ ਰੋਕ ਸਕਦਾ। ਚਿੱਟੇ ਚਾਦਰੇ, ਚਿੱਟੇ ਕੁੜਤੇ ਤੇ ਚਿੱਟੇ ਫਰਲੇ ਵਾਲੀਆਂ ਪੱਗਾਂ ਦੇ ਨਾਲ, ਨਵੀਨ ਬਿਲਕੁਲ ਲਾਇਸੈਂਸ ਨਵੀਨ ਹਥਿਆਰਾਂ ਦੇ ਨਾਲ 13 ਸਿੰਘਾਂ ਨੂੰ ਸ਼ਹੀਦ ਕਰਕੇ ਨਰਕਧਾਰੀਏ ਦਾ ਕੇਸ ਕਰਨਾਲ ਕਰਕੇ ਮੂਵ, ਤੇ ਉਸ ਤੋਂ ਬਾਅਦ ਉਹ ਬਰੀ ਕੀਤਾ ਜਾਂਦਾ। ਚੀਜ਼ਾਂ ਤਾਂ ਆਲੇ ਦੁਆਲੇ ਵੇਖੋ ਸਾਨੂੰ, ਕਿਉਂਕਿ ਸਾਨੂੰ ਗਿਆਨ ਜਿਹੜਾ ਪੱਛਮ ਦਾ ਗਿਆਨ ਹੈ ਜਿਹੜਾ, ਉਹ ਪੱਛਮ ਦੇ ਗਿਆਨ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਠੀਕ ਨਹੀਂ ਲੱਗਦੀਆਂ ਕਿ ਕੌਣ ਕਿੱਥੇ ਕੋਈ ਰਹਿ ਰਿਹਾ। ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਤੋਂ ਪਰਾਂ ਕਰਕੇ ਬਿਲਕੁਲ ਤੁਸੀਂ ਵੇਖ ਨਹੀਂ ਸਕਦੇ। ਅਕਾਲ ਤਖਤ ਸਾਹਿਬ ਦੇ ਵਿੱਚ ਬੈਠਿਆਂ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ। ਦਰਬਾਰ ਸਾਹਿਬ ਦੇ ਵਿੱਚ ਜਿਹੜਾ ਗੁਰੂ ਦਾ ਵਜ਼ੀਰ ਬੈਠਾ, ਉਹਨੂੰ ਅਕਾਲ ਤਖਤ ਸਾਹਿਬ ਨਹੀਂ ਦਿਖਦਾ।
ਬਹੁਤ ਖੁੱਲ੍ਹਾ ਸੀ। 3 ਪਿੰਡ ਜਿਹੜੇ ਖਰੀਦੇ, ਗਿੱਲਵਾਲੀ, ਗਮਟਾਲਾ ਤੇ ਸੁਲਤਾਨਵਿੰਡ, ਤਿੰਨੇ ਖਰੀਦ ਕੇ 700 ਰੁਪਈਏ ਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਦੀ ਆਪਣੀ ਨਗਰੀ ਖੁਦ ਖਰੀਦ ਕੇ ਵਰਸਾਈ ਹੋਈ ਹੈ। ਤੇ ਅਕਾਲ ਤਖਤ ਦੀ ਸਿਰਜਣਾ ਕਿਤੇ ਵੀ ਹੋ ਸਕਦੀ ਸੀ, ਪਰ ਸ਼੍ਰੀ ਦਰਬਾਰ ਸਾਹਿਬ ਦੇ ਪੈਰਾਂ ਦੇ ਵਿੱਚ ਉਸ ਨੂੰ ਪਰਿਕਰਮਾ 'ਚ ਬਣਾਇਆ ਤੇ ਮੀਰੀ ਭਗਤੀ ਨੂੰ ਉੱਤਮ ਰੱਖ ਕੇ, ਭਗਤੀ ਨੂੰ ਸਾਂਭਣ ਲਈ ਸ਼ਕਤੀ ਦੀ ਗੱਲ 44 ਤੇ 42 ਇੰਚ ਦੀਆਂ ਸ੍ਰੀ ਸਾਹਿਬਾਂ ਜਿਹੜੀਆਂ ਸਿੱਧੇ ਪਾਸੇ ਭਗਤੀ ਦੀ ਉਪਾਈ ਆ। ਹਲੇ ਵੀ ਉਸ ਸਮੇਂ ਸੋ ਇਹ ਜਿਹੜੀ ਤੇ ਸ਼ਸਤਰ ਜਿਹੜੇ ਨੇ ਕਿਹੜੇ ਗੁਰੂ ਸਾਹਿਬ ਤੋਂ ਪਰਾਂ ਹੋਏ ਨੇ। ਕਹਿੰਦੇ 5ਵੇਂ ਪਾਤਸ਼ਾਹ ਮਾਓ ਸਾਹਿਬ ਜਦ ਢੁੱਕੇ ਵਿਆਹ ਦੇ ਲਈ ਤਾਂ ਕਿੱਲਾ ਪੱਟਣ ਦੀ ਇੱਕ ਰਸਮ ਸੀ, ਜਨ ਬੰਨ੍ਹਤੀ ਕਿੱਲਾ। ਮਾੜੀ ਇਹ ਗੱਲ ਕੀਤੀ ਕਿ ਕਰੀਰ ਘੜੇ ਦੇ ਉੱਪਰ ਕਿੱਲਾ ਨਹੀਂ, ਕਰੀਰ ਦੇ ਦਰਖਤ ਦਾ ਕਿੱਲਾ ਬਣਾਤਾ। ਤੇ ਗੁਰੂ ਸਾਹਿਬ ਨੇ ਕਿਹਾ ਉਹ ਕਾਹਨੂੰ ਆਪਣੀਆਂ ਜੜ੍ਹਾਂ ਪਟਾਉਂਦੇ ਹੋ, ਤੇ ਐਡੇ ਜ਼ੋਰ ਦੇ ਨਾਲ ਬਲੀ ਗੁਰੂ ਸਾਹਿਬ ਨੇ ਨੇਜਾ ਜਦ ਗੱਡਿਆ ਕਰੀਰ ਦੇ ਦਰਖਤ ਦੇ ਵਿੱਚ, ਦਰਖਤੇ ਸੀ ਉਹ, ਪਰ ਜਦ ਤੱਤੀ ਤਵੀ ਤੇ ਬੈਠ ਕੇ ਉਹਦੇ ਭਾਣੇ ਦੀ ਗੱਲ ਕੀਤੀ। ਇਸੇ ਤਰ੍ਹਾਂ ਹੀ ਇਤਿਹਾਸ ਹੈ ਇਹ, ਜਦ ਸਿੱਖ ਦੀ ਹਿੰਸਾ ਤੇ ਅਹਿੰਸਾ ਦੇ ਵਿੱਚ ਜਦ ਤੱਕ ਰੂਹਾਨੀਅਤ ਹੈ ਤਾਂ ਉਨਾ ਚਿਰ ਤੱਕ ਉਹ ਗਜ਼ਬ ਕਰ ਸਕਦੀ ਹੈ, ਹਿੰਸਾ ਵੀ ਤੇ ਅਹਿੰਸਾ ਵੀ। ਜਦ ਰੂਹਾਨੀਅਤ ਤੋਂ ਪਰਾਂ ਹੋ ਗਈ ਤਾਂ ਉਹ ਕਹਿਰ, ਉਹ ਜ਼ੁਲਮ ਹੈ। ਸਿੱਖ ਦੀ ਜੰਗ ਜਿਹੜੀ ਰੂਹਾਨੀ ਹੈ, ਜੇ ਰੂਹਾਨੀ ਨਾ ਹੋਵੇ, 125 ਸਿੰਘ ਤੇ 4 ਡਿਵੀਜ਼ਨਾਂ ਵਿੱਚੇ ਗੋਤਾਖੋਰ ਤੁਰੇ ਫਿਰਦੇ ਨੇ, ਵਿੱਚੇ ਵਿਜੇਤਾ ਟੈਂਕ ਫਿਰੇ ਫਿਰਦੇ ਨੇ, ਬਖਤਰਬੰਦ ਗੱਡੀਆਂ ਫਿਰਦੀਆਂ ਨੇ, ਵਿੱਚੇ ਨੈਵਲ ਡਾਈਵਰਸ ਫਿਰਦੇ ਨੇ, ਵਿੱਚੇ ਪੈਰਾ ਕਮਾਂਡੋ ਤੁਰੇ ਫਿਰਦੇ ਨੇ, ਤੇ 48 ਘੰਟੇ ਨੇੜੇ ਨਾ ਲੱਗਣ ਦਿੱਤਾ। ਤੇ ਅਖੀਰ ਫਿਰ ਤੋਪ ਦੇ ਗੋਲਿਆਂ ਦੇ ਸਾਹਮਣੇ ਤਾਂ ਬੰਦਾ ਹੈ ਨਹੀਂ ਨਾ ਕੁਛ। ਇਹ 'ਚ ਰੂਹਾਨੀਅਤ ਹੈ। ਤੇ ਉਹ ਇੱਕ ਅਜਿਹਾ ਪ੍ਰਭਾਵ, ਇੱਕ ਅਜਿਹਾ ਇਤਿਹਾਸ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਹੋਰਾਂ ਨੇ ਸਿਰਜਿਆ ਕਿ ਉਸ ਤੋਂ ਬਾਅਦ 11 ਵਰ੍ਹੇ ਪੰਜਾਬ ਦੇ ਵਿੱਚ ਨਾ ਕਿਤੇ ਜੰਗਲ ਹੈ, ਨਾ ਕਿਤੇ ਪਹਾੜ ਹੈ। ਉਹਦੇ ਵਿੱਚ ਜ਼ਾਲਮ ਦਾ ਟੋਕਾ ਵੀ ਵਰਨੋਂ ਨਹੀਂ ਹਟਿਆ, ਤੇ ਜ਼ਾਲਮ ਦੇ ਟੋਕੇ ਨੂੰ ਫੜਨ ਵਾਲੇ ਵੀ 500 ਤੋਂ 700 ਦੀ ਗਿਣਤੀ ਸਦਾ ਰਹੀ। ਉਹ ਰੂਹਾਨੀ ਤੇ ਬਿਸਮਾਦੀ ਤੇ ਉਹ ਰੂਹਾਂ ਜਿਹੜੀਆਂ ਉਸ ਸੰਘਰਸ਼ ਦੇ ਵਿੱਚੋਂ ਪੈਦਾ ਹੋਈਆਂ। ਪਹਿਲੀ ਉਹ, ਦੂਜੀ ਉਹ ਯੋਧੇ ਜਿੱਥੇ 18 ਹੋਈਆਂ, ਜਿਨ੍ਹਾਂ ਨੂੰ ਪਤਾ ਸੀ ਘਲਾੜੀ ਦੇ ਵਿੱਚ ਦੀ ਕੱਢ ਦੇਣਾ ਸਾਨੂੰ। ਉਹਨਾਂ 18 ਦੇ ਜਵਾਕ ਜੱਲਿਆਂ ਨੇ ਜਦ ਉਸ ਮੀਰੀ ਪੀਰੀ ਦੇ ਮਾਲਕ ਕੌਮ ਦੇ ਜਥੇਦਾਰਾਂ ਦੇ ਦਰਸ਼ਨ ਕੀਤੇ, ਉਹਨਾਂ ਨੂੰ ਚਾਹ ਪਾਣੀ ਪਿਲਾਏ, ਦੁੱਧ ਛਕਾਇਆ। ਦੂਜੀ ਜਿਹੜੀ ਪੀੜ੍ਹੀ ਫਿਰ ਉਹ ਕਾਇਮ ਹੋਈ ਜਿਨ੍ਹਾਂ ਨੇ ਇੱਕ ਕਨਸੈਪਟ ਦੇਖਿਆ, ਜਿਹਦੇ 'ਚ ਗਰੀਬ ਦੀ ਰੱਖਿਆ ਦੀ ਗੱਲ, ਜਰਵਾਣੇ ਦੀ ਭੱਖਿਆ ਦੀ ਗੱਲ, ਤੇ ਜਿਹੜਾ ਗਾਡੀ ਰਾਹ, ਚਾਹੇ ਬਾਬਰ ਨੂੰ ਜਾਬਰ ਕਹਿਣ ਦਾ ਪਹਿਲੇ ਪਾਤਸ਼ਾਹ ਤੋਂ ਸ਼ੁਰੂ ਹੋਇਆ, ਜਾਂ 10ਵੇਂ ਪਾਤਸ਼ਾਹ ਨੇ ਰੰਗੇ ਨੂੰ ਜ਼ਫਰਨਾਮੇ 'ਚ ਵੀ ਕਿਹਾ। ਲੜਾਈਆਂ ਵੀ ਲੜੀਆਂ, 14 ਲੜਾਈਆਂ 'ਚੋਂ 12 ਲੜਾਈਆਂ ਉਹਨਾਂ ਨਾਲ ਸੀ ਜਿਹੜੇ ਪਹਾੜੀ ਰਾਜੇ ਸੀ, ਜਿਨ੍ਹਾਂ ਦੇ ਦਾਦਿਆਂ ਨੂੰ 6ਵੇਂ ਪਾਤਸ਼ਾਹ ਗਵਾਲੀਅਰ 'ਚੋਂ ਛੁਡਾ ਕੇ ਆਏ। ਕਿਰਤ ਘਣਤਾ ਦੀ ਹੱਦ ਹੈ। ਪਰ ਸਾਮ ਦਾਮ ਦੰਡ ਭੇਦ ਸਾਰੀ ਚੀਜ਼ ਜਿਹੜੀ ਉਹ ਕੀਤੀ ਗਈ। 3 ਦੇਸ਼ਾਂ ਦੀਆਂ ਇੰਟੈਲੀਜੈਂਸੀਆਂ ਜਿਹੜੀਆਂ ਇਜ਼ਰਾਈਲ ਦੀਆਂ, ਰੂਸ ਦੀਆਂ, ਪਰ UK ਦੀਆਂ, ਉਹ ਕੁਝ ਕੁ ਮੁੱਠੀ ਪਰ ਸਿੰਘਾਂ ਨੇ ਜਿਨ੍ਹਾਂ ਨੇ ਚਮਕੌਰ ਸਾਹਿਬ ਨੂੰ ਦੁਬਾਰਾ ਜਿਹੜਾ ਉਸ ਗੜੀ ਨੂੰ 10 ਲੱਖ ਫੌਜ ਦੀ ਗੱਲ, ਤੇ ਕਮੀ ਇੱਥੇ ਵੀ ਨਹੀਂ ਹੋਈ 2 ਦਿਨ। ਤੇ ਕਿੱਡੀ ਝੂਠ ਤੇ ਕਿੱਡੀ ਅਕਿਰਤ ਘਣਤਾ, ਕਿੱਡੀ ਸਾਮ ਦਾਮ ਦੰਡ ਭੇਦ ਦੀ ਗੱਲ ਦੇਸ਼ ਦੀ ਪ੍ਰਧਾਨ ਮੰਤਰੀ ਕਰ ਰਹੀ ਹੈ, ਜਿਹੜੀ 2 ਤਰੀਕ ਨੂੰ ਉੱਧਰੋਂ ਤਾਂ ਮੋਬਿਲਾਈਜ਼ ਕਰ ਰਹੀ ਹੈ ਸਾਰੀ ਮਿਲਟਰੀ, ਤੇ 2 ਤਰੀਕ ਨੂੰ ਵੀ ਹਲੇ ਕਹਿ ਰਹੀ ਹੈ ਨਫ਼ਰਤ ਤਿਆਗ ਦਿਓ। ਤੇ 1 ਸਾਲ ਕਿਵੇਂ ਪੋਲੀਟੀਕਲ ਲੀਡਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਉਹਦੇ ਪਿੱਛੇ ਬੈਰ ਰੱਖ ਕੇ ਤੁਰ ਰਹੀ ਹੈ। ਜਿਹੜੇ 4 ਮੇਨ ਬੰਦੇ ਜਿਹੜੇ ਮੀਟਿੰਗਾਂ ਕਰ ਰਹੇ ਨੇ, ਉਹਨਾਂ ਨੂੰ ਵੀ ਨਹੀਂ ਦੱਸਿਆ ਕੀ ਕਰ ਰਹੀ ਹੈ। ਸੇਠੀ ਦਿੱਲੀ 'ਚ ਬੈਠ ਕੇ, ਜਿਵੇਂ ਜਨਰਲ ਬਰਾੜ ਨੇ ਕਿਹਾ, ਸੇਠੀ ਨੇ ਵੀ ਕਿਹਾ, ਕਹਿੰਦਾ ਜਿਹੜੇ ਢੋਲਕੀਆਂ ਬਜਾ ਕੇ ਗੱਪੇ ਹਾਂਕਤੇ ਹੈ ਨਾ, ਗੱਪੇ
ਢਾਡੀਆਂ ਨੂੰ ਕਿਹਾ ਸੀ, ਕਹਿੰਦਾ ਨਾਨੀ ਚੇਤੇ ਆ ਜੂ ਜਿੱਦਣ ਅਸੀਂ ਜਾ ਕੇ ਖੜੇ। ਇਉਂ ਹੀ ਜਰਨੈਲ ਬਰਾੜ ਕਹਿੰਦਾ ਪਤਲੂਨਾਂ ਦੇ ਵਿੱਚ ਲੱਤਾਂ ਕੰਬਦੀਆਂ। ਗੁਰਦੇਵ ਸਿੰਘ ਬਰਾੜ ਨੇ ਕਿਹਾ, ਕਹਿੰਦੇ ਤੁਹਾਨੂੰ ਪਤਾ ਨਹੀਂ ਕਿਹਦੇ ਕੋਲ ਨੂੰ ਚੱਲੇ ਹੋ ਤੁਸੀਂ। ਫੇਰ ਵੀ ਅਹਿੰਸਾ ਅਤੇ ਹਿੰਸਾ, ਫੇਰ ਵੀ ਹਿੰਸਾ ਨਹੀਂ ਕੀਤੀ। ਉਹਨਾਂ ਕਈ ਕੋਸ਼ਿਸ਼ ਕੀਤੀ ਕਿ LMGਆਂ ਉਨੀਆਂ ਨੀਵੀਆਂ ਬੀੜਿਓ ਵੀ ਕੱਲ੍ਹ ਨੂੰ ਫੌੜੀਆਂ 'ਤੇ ਤੁਰੇ ਫਿਰਨ ਅਤੇ ਮਰਨ ਨਾ। ਫੇਰ ਵੀ ਦੂਰੋਂ ਰੋਕੋ, ਜਿਹੜੇ ਆ ਪੌੜੀਆਂ ਦੇ ਕੋਲੋਂ 3-4-5 ਇੰਚ ਉੱਚੀ ਰੱਖ ਕੇ ਫਾਇਰਿੰਗ ਕਰੋ ਬਈ ਮੁੜ ਜਾਣ। ਜਦ ਫਿਰ ਨਾ ਮੁੜੇ, ਫਿਰ ਆਪਣੇ ਹੱਥੀਂ ਆਪਣੇ ਅੱਖੀਂ ਜਨਰਲ ਬਰਾੜ ਨੇ ਕਿਹਾ ਵੀ ਕਤਲਗਾਹ ਸਾਡੀ ਬਣੀ ਆ ਦਰਸ਼ਨੀ ਡਿਊਟੀ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਾ ਹਿੱਸਾ। ਤੇ ਉਹ ਸਿਰਜੀ ਹੋਈ ਗੱਲ ਤੇ ਉਸ ਤੋਂ ਬਾਅਦ ਦਾ ਜਿਹੜਾ ਉਸ ਦੇ ਦੌਰਾਨ ਇੱਕ ਅੱਗੇ ਵੀ ਤੁਹਾਨੂੰ ਕਿਹਾ ਵੀ ਸ਼ੌਕ ਡਾਕਟਰੀਨ ਇੱਕ ਕਿਤਾਬ ਹੈ ਪੜ੍ਹਨ ਵਾਲੀ, ਜੇ ਕੋਈ ਪੜ੍ਹ ਸਕਦਾ, ਨੇਓਮੀ ਕਲੈਨ ਦੀ। ਬਈ ਇਹ ਜਦ ਸਦਮੇ ਦੇ ਸਿਧਾਂਤ ਦੇ ਵਿੱਚੋਂ ਫਿਰ ਨਵੀਂ ਪੁੱਠ ਕਿਵੇਂ ਚਾੜ੍ਹੀ ਜਾਂਦੀ ਹੈ, ਕਿਸ ਤਰ੍ਹਾਂ ਕੈਟਰੀਨਾ ਤੋਂ ਪਹਿਲਾਂ 40 ਜਿਹੜੇ ਗੌਰਮੈਂਟ ਸਕੂਲ ਸੀ ਅਤੇ ਕੈਟਰੀਨਾ ਤੋਂ ਬਾਅਦ ਫਿਰ 4 ਗੌਰਮੈਂਟ ਸਕੂਲ ਅਤੇ 36 ਪ੍ਰਾਈਵੇਟ ਸਕੂਲ ਕਿਵੇਂ ਬਣਦੇ ਆ। ਕੁਦਰਤ ਦੀ ਤਰਾਸਦੀ ਨੂੰ ਜਾਂ ਫਿਰ ਤੁਹਾਡੇ ਵੱਲੋਂ ਢਾਏ ਹੋਏ ਜ਼ੁਲਮ ਨੂੰ ਕਿਵੇਂ ਫਿਰ ਦੁਬਾਰਾ ਪਰਤ ਦੇ ਵਿੱਚ ਪਾਇਆ ਜਾਂਦਾ ਹੈ, ਕਿਵੇਂ ਕੌਮੀ ਇਤਿਹਾਸ ਅਤੇ ਕੌਮੀ ਜੰਗਜੂ ਯੋਧਿਆਂ ਦੀ ਜਗ੍ਹਾ ਜਿਹੜੀ ਉਹ ਰੋਲੀ ਜਾਂਦੀ ਹੈ। 3 ਚੀਜ਼ਾਂ ਵੱਡੀਆਂ ਜਿਹੜਾ ਇਨਫਰਾਸਟਰਕਚਰ ਜਾਂ ਵੈਸਟਰਨਾਈਜ਼ਡ ਵਰਲਡ ਜਿਹੜਾ ਹੈ ਉਹ ਜੀ ਮੈਕਡੋਨਲਡ ਜੀ ਅਤੇ ਜੇ ਅਤੇ ਜੀ ਬੋ, ਅਤੇ ਉਹ ਤੁਹਾਡੇ ਖਰੇ ਸਿਧਾਂਤ ਨੂੰ ਖੋਰਾ ਲਾਉਂਦਾ। ਤੁਸੀਂ ਆਪਣੇ ਆਪ 'ਚੋਂ ਨਿਕਲ ਕੇ ਉਹ ਧਰਮ ਦੇ ਵਿੱਚ ਜਿਹਦੇ 'ਚ ਸਾਦਗੀ ਹੈ, ਜਿਹਦੇ 'ਚ ਬਰਾਬਰਤਾ ਹੈ, ਜਿਨ੍ਹਾਂ ਨੂੰ ਸ਼ੇਰ ਅਤੇ ਸ਼ਹਿਜ਼ਾਦੀਆਂ ਦਾ ਲਕਬ ਦਿੱਤਾ ਸਿੰਘ ਅਤੇ ਕੌਰ ਨੂੰ, ਉਹ ਦੁਨਿਆਵੀ ਚੀਜ਼ਾਂ ਦੇ ਵਿੱਚ ਫਸ ਜਾਂਦੇ ਨੇ ਜਦ ਉਹਨਾਂ ਨੂੰ ਕੀਤਾ ਜਾਂਦਾ ਹੈ। ਸ਼ੌਕ ਡਾਕਟਰੀਨ ਦੇ ਵਿੱਚ ਹੈ, ਉਹਦੇ ਵਿੱਚ ਅਜਿਹਾ ਉਹਨਾਂ ਨੂੰ ਸੰਗੀਤ ਪਰੋਸਿਆ ਜਾਂਦਾ ਜਿਹਦੇ ਵਿੱਚ ਉਹ ਸਿਰਫ ਖੁਸ਼ਕਫਹਿਮੀ 'ਚ ਜਿਉਂਦੇ ਨੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਹੋਣ ਵਾਲੀ ਪੀੜ੍ਹੀ ਉਹਨਾਂ ਦੇ ਸੰਕਲਪ ਨੂੰ ਨਹੀਂ ਜਾਣਦੀ। ਹਾਂ, ਉਹਨਾਂ ਦੇ ਹੱਥ ਦੇ ਤੀਰ ਨੂੰ ਮੌਜ਼ਰ ਪਾਏ ਨੂੰ ਤਾਂ ਉਸੇ ਪਾਸੇ 3.5 ਫੁੱਟ ਦੀ ਪਾਈ ਸ੍ਰੀ ਸਾਹਿਬ ਨੂੰ ਵੇਖ ਕੇ ਜਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਖੁਸ਼ ਨੇ, ਪਰ ਉਹ ਸ਼ਕਤੀ ਆਈ ਕਿੱਥੋਂ? ਉਹ ਭਗਤੀ ਦੇ ਸਾਲ ਜਿਹੜੇ ਜ਼ਿੰਦਗੀ ਦੇ ਵਿੱਚ ਹਲ ਵਾਹੁੰਦਿਆਂ ਨੇ, ਕੁਤਰਾ ਕਰਦਿਆਂ ਨੇ, ਅਤੇ ਇੱਕ 6 ਖਣਾਂ ਦੇ ਜਿਹ 'ਚ ਸਰਕੜਾ ਪਾਇਆ ਹੈ, ਜਿਹਦੇ 'ਤੇ ਪੁਰਾਣੀਆਂ ਸ਼ਤੀਰੀਆਂ ਪਾਈਆਂ ਨੇ, ਅਤੇ ਵਿੱਚੋਂ ਡਿੱਗਦੀ ਮਿੱਟੀ ਦੇ ਵਿੱਚ ਉਸ ਘਰ ਨੂੰ ਨਹੀਂ ਵੇਖਿਆ ਉਸ ਕੌਮ ਦੇ ਮਹਾਨ ਜਰਨੈਲ ਨੂੰ, ਜਿਹਨੇ ਕੋਲ ਪਤਾ ਹੀ ਨਹੀਂ ਖੀਸਿਆਂ 'ਚ ਕੀ ਕੁਛ ਆਇਆ ਅਤੇ ਉਹ ਕਿੱਥੇ ਲਾਇਆ। ਅਤੇ ਮੀਡੀਆ ਦੀ ਐਡੀ ਬਦਕਾਰ ਭੂਮਿਕਾ ਜਿਹੜੀ ਉੱਥੇ ਅਤੇ ਹੁਣ ਵੀ ਇੱਥੇ ਨਿਭਾਈ ਜਾ ਰਹੀ ਹੈ ਜੀ। ਦੇਖੋ ਜੀ, ਉੱਥੇ ਤਾਂ ਘੜਾ ਲਾਇਆ ਹੋਇਆ ਜੀ, ਉੱਥੇ ਹਿੱਟ ਲਿਸਟ ਬਣੀ ਹੈ ਜੀ, ਉਹ ਘੜੇ 'ਚੋਂ ਪਰਚੀ ਨਿਕਲਦੀ ਹੈ ਅਤੇ ਉਹ ਨਾ ਕਿਸੇ ਨੇ ਘੜਾ ਵੇਖਿਆ, ਨਾ ਕਿਸੇ ਨੇ ਹਿੱਟ ਲਿਸਟ ਵੇਖੀ। ਹਿੰਦੂ ਵੀਰ ਜਿਹੜੇ ਨੇ ਅੰਮ੍ਰਿਤਸਰ ਸਾਹਿਬ ਦੇ, ਉਹ ਗਏ, ਉਹ ਕਹਿੰਦੇ ਦਿਖਾਓ, ਆ ਜਾਓ, ਦੇਖੋ, ਬਹਿ ਜਾਓ ਮੇਰੇ ਅੰਦਰ ਆ ਕੇ, ਦੱਸਿਓ ਮੈਨੂੰ ਕਿੱਥੇ ਆ ਤੁਹਾਡਾ ਘੜਾ ਜਿਹੜਾ ਤੁਹਾਨੂੰ ਕਹਿੰਦੇ। ਕੌਣ ਕਿਹਦੇ ਨਾਂ 'ਤੇ ਉੱਥੇ ਚਿੱਠੀਆਂ ਪਾ ਲਵੇ। ਇੱਕ ਬੰਨੇ ਸਰਕਾਰੀ ਤੰਤਰ ਹੈ, ਪੱਤਰਕਾਰਾਂ ਦੇ ਰੂਪ 'ਚ ਸਾਰੀਆਂ ਸੂਈਆਂ ਏਜੰਸੀਆਂ ਅੰਮ੍ਰਿਤਸਰ ਸਾਹਿਬ ਬੈਠੀਆਂ ਨੇ ਆ ਕੇ। ਐਡੀ ਵਿਨਾਸ਼ਕਾਰੀ ਬੁੱਧੀ ਹੈ। ਜਿੱਥੋਂ ਸ਼ੁਰੂਆਤ ਹੋਈ ਜਿਹੜਾ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਦਰਜਾ ਕਰਾਰ ਦੇਣ ਦੇ ਲਈ, ਉਹਦੇ 'ਤੇ ਸਾਰੇ ਦਸਤਖਤ ਨੇ। ਹਿੰਦੂ ਜਥੇਬੰਦੀਆਂ ਨੇ, ਦਰਗਿਆਣਾ ਮੰਦਰ ਦੇ ਨੇ, ਕਮਿਊਨਿਸਟਾਂ ਦੇ ਨੇ, ਸਤਪਾਲ ਡਾਂਗ ਦੇ ਨੇ, ਬਲਦੇਵ ਪ੍ਰਕਾਸ਼ ਦੇ ਨੇ, ਸਿੱਖ ਸੰਸਥਾਵਾਂ ਦੇ ਨੇ। ਪਰ ਜਦ ਉਹ ਭੇਜਿਆ ਗਿਆ ਡਿਸਪੈਚ, ਤਾਂ ਪ੍ਰੇਮ ਭਾਟੀਆ ਜਿਹੜਾ ਉਹ ਟ੍ਰਿਬਿਊਨ ਦੇ ਵਿੱਚ ਲਿਖਦਾ ਕਿ ਅੰਮ੍ਰਿਤਸਰ ਸਾਹਿਬ ਸਿਰਫ ਸਿੱਖਾਂ ਲਈ ਹੀ ਪਵਿੱਤਰ ਹੈ। ਜੇ ਬਨਾਰਸ ਨੂੰ ਪਵਿੱਤਰ ਦਰਜਾ ਦੇਣਾ, ਦਵਾਰਕਾ ਨੂੰ ਪਵਿੱਤਰ ਦਰਜਾ ਦੇਣਾ, ਤਾਂ ਉਹਦੇ ਲਈ ਦਸਤਖਤਾਂ ਦੀ ਲੋੜ ਨਹੀਂ ਹੈ। ਮੁੜ ਕੇ ਜਿਹੜਾ ਸਾਰਾ ਢਾਹ ਕੇ, ਕਤਲੋਗਾਰਤ ਕਰਕੇ, ਅਤੇ ਜਿਹੜਾ ਟਰਾਂਸਮੀਟਰ ਲਾ ਕੇ ਉੱਥੋਂ ਕੀਰਤਨ ਚਲਾ ਕੇ ਲੋਕਾਂ ਨੂੰ ਸੁਣਾਉਂਦੇ ਸੀ, ਅਤੇ ਉਹ ਕੀਰਤਨ ਚਲਾਉਣ ਦੇ ਲਈ ਜੇ ਪਹਿਲਾਂ ਕੋਈ ਮੰਗ ਦੇ ਵਿੱਚ ਸੀ, ਤਾਂ ਉਹ ਮੰਗ ਉਸ ਸਮੇਂ ਕਿਉਂ ਨਾ ਮੰਨੀ ਗਈ? ਜਿਨ੍ਹਾਂ ਨਾਲ ਤੁਹਾਡੀ ਲੜਾਈ ਸੀ ਉਹਨਾਂ ਨੂੰ ਤੁਸੀਂ ਮਾਰ ਦਿੱਤਾ, ਉਜਾੜ ਦਿੱਤੇ। ਫਿਰ ਜਿਹੜੇ ਜਵਾਕ ਜੱਲਾ ਅਤੇ ਸੁਆਣੀਆਂ ਜਿਹੜੀਆਂ ਕਮਰੇ 'ਚ ਬੰਦ ਸੀ 3 ਦਿਨਾਂ ਦੀਆਂ, ਜਿਹੜੀਆਂ ਪਿਆਸ ਕੋਲੋਂ ਮਰ ਗਈਆਂ,
ਜਿਨ੍ਹਾਂ ਨੇ ਮਿੱਝ ਚੱਕ ਕੇ ਚੱਟ ਕੇ ਸਮਝ ਕੀਤਾ, ਉਹਨਾਂ ਦੇ ਜਵਾਕਾਂ ਨੂੰ ਕੰਧਾਂ ਨਾਲ ਮਾਰਨ ਦੀ ਕੀ ਲੋੜ ਸੀ, ਮੁਸ਼ਕਾਂ ਬੰਨ੍ਹ ਕੇ ਗੋਲੀਆਂ ਮਾਰਨ ਦੀ ਕੀ ਲੋੜ ਸੀ, ਭਰ ਕੇ ਟਰੱਕ ਲਾਸ਼ਾਂ ਦੇ ਜਾ ਕੇ ਸਮੂਹਕ ਜਿਹੜਾ ਉਹ ਸੰਸਕਾਰ ਕਰਨ ਦੀ ਕੀ ਲੋੜ ਸੀ। ਉਹਨਾਂ ਤਾਂ ਕੁਛ ਨਹੀਂ, ਉਹ ਤਾਂ ਮੱਥਾ ਟੇਕਣ ਆਏ ਸੀ। ਉਹ ਤੁਸੀਂ ਉਹ ਅਲਾਓ ਕੀਤਾ ਉਹਨਾਂ ਨੂੰ 3 ਤਰੀਕ ਨੂੰ ਵੀ ਆ ਜਾਓ ਜਿੰਨੇ ਵੜ ਸਕਦੇ ਹੋ। ਅਤੇ ਜਦ ਉਹਨਾਂ ਨੂੰ ਕੱਢਣ ਲਈ ਅਗਾਊਂ ਜਿਹੜੀ ਇਨਫੋਰਮੇਸ਼ਨ ਦਿੱਤੀ ਗਈ ਉਹ ਇੰਨੀ ਘੱਟ ਸੀ ਕਿ ਜਿਹੜੀ ਪਹੁੰਚ ਨਾ ਸਕੀ। ਇਹ ਮੈਂ ਨਹੀਂ ਕਹਿ ਰਿਹਾ, ਤੱਤ ਨੇ ਜਿਹੜੇ ਉਸ ਸਮੇਂ ਦੇ ਚਸ਼ਮਦੀਦਾਂ ਨੇ ਲਿਖੇ ਨੇ। ਇੱਕੋ ਹੀ ਕਿਤਾਬ ਬਹੁਤ ਹੈ ਪੱਤਰਕਾਰੀ ਦੀ ਜਿਹੜੀ ਹੈ 1984 ਦੀ ਪੱਤਰਕਾਰੀ ਸੰਤ ਜਰਨੈਲ ਸਿੰਘ ਪਿੰਡਰਾਣਾ ਦੇ ਰੂਬਰੂ ਸਰ ਜਸਪਾਲ ਸਿੰਘ ਸਿੱਧੂ ਦੀ। ਇੱਕੋ ਹੀ ਕਿਤਾਬ ਪੜ੍ਹ ਲਿਓ। ਜਿਹੜੇ ਖੱਬੀ ਵਿਚਾਰਧਾਰਾ ਦੇ ਸੀ ਅਤੇ ਜਿਨ੍ਹਾਂ ਨੇ ਨੇੜਿਓਂ ਬੈਠ ਕੇ ਸਾਰੀਆਂ ਘਟਨਾਵਾਂ ਉੱਥੇ ਦੀਆਂ ਵੇਖੀਆਂ। ਕੋਈ ਸਿੱਖ ਮਾਈਂਡ ਤੋਂ ਨਹੀਂ ਲਿਖੀ ਹੋਈ ਕਿਤਾਬ ਸੀ ਜਸਪਾਲ ਸਿੰਘ ਸਿੱਧੂ ਹੋਣਾ ਦੀ, ਪਰ ਉਹਨਾਂ ਨੇ ਦੱਸਿਆ ਕਿ ਕੀ ਹੋਇਆ। ਪੜ੍ਹਨ ਵਾਲੀ ਹੈ। ਵਰਿੰਦਰਪਾਲ ਸਿੰਘ ਹੋਣਾ ਨੇ ਇੱਕ ਰਾਈਟਰ ਨੇ ਨਵੀਂ ਇੰਗਲਿਸ਼ ਦੀ ਕਿਤਾਬ ਲਿਖੀ ਆ, ਉਹ ਪੜ੍ਹਨ ਵਾਲੀ ਹੈ। ਜਾਂ ਸ਼ੌਕ ਡਾਕਟਰੀਨ ਪੜ੍ਹ ਲਿਓ ਵੀ ਕਿਵੇਂ ਮੁਲੰਮਾਂ ਚਾੜ੍ਹਦੇ ਨੇ, ਫਿਰ ਜਦ ਇੱਕ ਵਾਰ ਨੇਸ ਤੋਂ ਨਬੂਦ ਕਰ ਦਿੰਦੇ ਨੇ ਅਤੇ ਫਿਰ ਉਹਦੇ 'ਤੇ ਕਿਵੇਂ ਭਰਤ, ਕਿਵੇਂ ਗੀਤਾਂ ਦੇ ਵਿੱਚ ਸਾਨੂੰ ਖੁਸ਼ਕਫਹਿਮੀ 'ਚ ਕਿਵੇਂ ਉਹੀ ਪੰਜਾਬ ਜਿਹੜਾ 7 ਬੇਗਾਨੀਆਂ ਦੀ ਅਜ਼ਮਤ ਨੂੰ ਰੋਕ ਕੇ ਅਬਦਾਲੀ ਤੋਂ ਛੱਡ ਕੇ ਘਰ ਵਰਤਾਉਂਦਾ ਰਿਹਾ, ਕਿਵੇਂ ਉਹ ਚਿੱਟੀਆਂ ਦਾੜ੍ਹੀਆਂ ਵਾਲੇ 60 ਸਾਲ 65 ਸਾਲ ਦੇ ਬਜ਼ੁਰਗ ਆਪਣੀਆਂ ਪੋਤੀਆਂ ਦੇ ਹਾਣ ਦੀਆਂ ਨੂੰ ਨਚਾਉਂਦੇ ਨੇ ਉੱਥੇ, ਕਿਵੇਂ ਜੱਫੀਆਂ ਪਾਉਂਦੇ ਨੇ ਸਾਹਮਣੇ ਜਿਨ੍ਹਾਂ 'ਤੇ ਟੱਬਰ 'ਤੇ ਆਪਣੀਆਂ ਸਕੀਆਂ ਪੋਤੀਆਂ ਬੈਠੀਆਂ ਨੇ। ਇਹ ਸ਼ੌਕ ਡਾਕਟਰੀਨ ਹੈ। ਸਿਹਤ ਸੇਵਾਵਾਂ ਇੰਨੀਆਂ ਮਹਿੰਗੀਆਂ ਕਰਤੀਆਂ ਕਿ ਲੋਕ ਬੁਰੇ ਹਾਲ ਹੋ ਗਏ। ਹੱਥੀਂ ਉੱਜੜ ਕੇ ਕਣਕ ਅਤੇ ਝੋਨਾ ਪੈਦਾ ਕਰਦੇ ਅਤੇ ਜ਼ਹਿਰੀਲੇ ਤੱਤਾਂ ਦੇ ਨਾਲ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹੇ। ਹੁਣ ਸੀਮਨ ਬੈਂਕ ਅਤੇ ਇਹ ਵਰਦਾਨ ਜੀ, ਇਹ ਸ਼ਰਦਾਨ ਜੀ, ਉਹਦੇ ਵਿੱਚੋਂ ਕਿਹੋ ਜਿਹਾ ਸਪਰਮ ਤੁਹਾਡੀਆਂ ਕੁੱਖਾਂ ਦੇ ਵਿੱਚ ਰੱਖ ਕੇ ਆਉਣ ਵਾਲੀ ਪੀੜ੍ਹੀ ਬਦਲੀ ਜਾ ਰਹੀ ਹੈ। ਇਹ ਸਮਝਣ ਦੀ ਲੋੜ ਹੈ। ਉਹ ਅਕਾਲ ਤਖਤ ਸਾਹਿਬ ਦਾ ਹਮਲਾ ਤਾਂ ਇੱਕ ਹਮਲਾ ਹੈ ਜਿਹੜਾ ਵਿਜ਼ੂਅਲਾਈਜ਼ ਹੈ। ਉਸ ਤੋਂ ਬਾਅਦ ਜਿਹੜਾ ਕੁਛ ਹੋਰ ਹੋ ਰਿਹਾ, ਇਹਨੂੰ ਜੇ ਤੁਸੀਂ ਵੈਸਟ ਦੇ ਫਲਸਫੇ 'ਚ ਦੇਖੋ ਜੀ ਸਾਡੇ ਜਰਨੈਲ ਜੀ, ਸਾਡੇ ਇੱਥੇ ਬਹੁਤ ਹੁੰਦੀ ਆ ਗੱਲ, ਦੇਖੋ ਜੀ ਪੁਲਿਸ 'ਚ ਸਾਡਾ ਹੈੱਡ ਜੀ, ਉੱਥੇ ਮਿਲਟਰੀ 'ਚ। ਉਹ ਪੁਲਿਸ ਅਤੇ ਮਿਲਟਰੀ ਦੇ ਹੈੱਡ ਕਰਦੇ ਕੀ ਨੇ? ਆਹ ਜਰਨੈਲ ਬਰਾੜ ਵਰਗੇ ਵੀ ਉੱਥੇ ਹੀ, ਦਿਆਲ ਵਾਲੇ ਵੀ ਇਹ ਉੱਥੇ ਹੀ ਸੀ। ਪਰ ਬਰਾਬਰਤਾ ਦੀ ਗੱਲ ਜਿਹੜੀ ਪਾਪੀ ਨੂੰ ਦੰਡ ਦੇਣ ਦੀ ਗੱਲ, ਚਾਹੇ ਉਹ 17ਵੀਂ ਸਦੀ ਹੈ, 18ਵੀਂ ਸਦੀ ਹੈ, 19ਵੀਂ ਸਦੀ ਹੈ, 20ਵੀਂ ਸਦੀ ਹੈ, ਫਿਰ ਜਾ ਕੇ ਫਿਰ ਜਿਹਦੇ ਕੀਤੀ ਦੀ ਸਜ਼ਾ ਜਿਹੜੀ ਹੈ, ਚਾਹੇ ਉਹ ਵੈਦਿਆ, ਚਾਹੇ ਉਹ ਇੰਦਰਾ, ਚਾਹੇ ਉਹ ਬੇਅੰਤਾ ਹੈ, ਉਹ ਫਿਰ ਜਾ ਕੇ ਅਗਲੇ ਨੇ ਦੱਸੀ ਬਈ ਲੈ ਫਿਰ ਇਉਂ ਨਹੀਂ ਤਾਂ ਇਉਂ ਹੈ। ਜੇ ਉਹ ਕੁਛ ਨਾ ਹੁੰਦਾ, ਜੇ ਉਹ ਤੁਹਾਡੇ ਇੰਨਾ ਤ੍ਰੈ ਨਾ ਹੁੰਦਾ, ਹੁਣ ਨੂੰ ਨਸਲਾਂ ਖਤਮ ਕਰ ਦਿੱਤੀਆਂ ਉਹਨਾਂ ਨੇ, ਰਹਿੰਦੀਆਂ ਖੂੰਦੀਆਂ ਖਤਮ ਹੋ ਜਾਂਦੀਆਂ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕੱਲ੍ਹ ਕਿਉਂ ਕਹਿਣਾ ਪਿਆ ਵੀ ਦੇਖਿਓ ਤੁਹਾਡੇ ਕ੍ਰਿਸਚੈਨਿਟੀ ਪਿੰਡਾਂ 'ਚ ਫੈਲ ਰਹੀ ਹੈ। ਫੈਲ ਕੀ ਰਹੀ ਹੈ? ਫੈਲ ਗਈ। ਪੈਸਟਰ ਬੈਂਸ, ਪੈਸਟਰ ਢਿੱਲੋਂ, ਤੁਸੀਂ ਦੇਖੋ YouTube 'ਚ ਪਾ ਕੇ ਮਾਝੇ ਦੇ ਵਿੱਚ ਹੋ ਕੀ ਰਿਹਾ, ਕਿਉਂਕਿ ਮਾਝੇ ਤੋਂ ਹਲੇ ਵੀ ਪੈ ਖਾਂਦੇ ਆ। ਉਹ ਕਹਿੰਦੇ ਵੀ ਇੰਨਾ ਉਜਾੜ ਦਿਓ, ਜਵਾਕਾਂ ਨੂੰ ਨਸ਼ੇ ਦੇ ਦਿਓ, ਜਨਾਨੀਆਂ ਦੇ ਸਿਰ 'ਤੇ ਬੰਨ੍ਹ ਕੇ ਪਟਕੇ ਜਿਹੜੇ ਉਹਨਾਂ ਨੂੰ ਆ ਕੇ ਉਹਨਾਂ ਦੇ ਗਲ ਦੇ ਵਿੱਚ ਮਾਲਾ ਪਾ ਦਿਓ, ਉਹਨਾਂ ਦੀ ਗਰੀਬੀ ਚੱਕ ਦਿਓ। ਅਤੇ ਇਹ ਸ਼ਸਤਰ ਅਤੇ ਸ਼ਸਤਰ ਦੀ ਵਿਧੀ ਹੈ। ਕਿਹਨੂੰ ਨਹੀਂ ਪਤਾ ਕ੍ਰਿਸਚੈਨਿਟੀ ਫੈਲ ਰਹੀ ਹੈ? ਜਾਂ ਤਾਂ ਤੁਸੀਂ ਜਾ ਕੇ ਜਿੱਥੇ ਪੰਜਾਬ ਤੋਂ ਬਾਹਰ ਕ੍ਰਿਸਚੈਨਿਟੀ ਦੀ ਗੱਲ ਕਰਕੇ ਦਿਖਾਓ। ਤਾਂ ਉੜੀਸਾ 'ਚ ਹੋਣ ਲੱਗੀ ਸੀ ਨਾ, ਮਿਸ਼ਨਰੀ ਗ੍ਰੈਹਮ ਜਿਉਂਦਾ ਸਾੜਤਾ ਉੜੀਸਾ 'ਚ, ਆਸਟ੍ਰੇਲੀਆ ਤੋਂ ਗਿਆ ਹੋਇਆ। ਜਾਂ ਕਰਕੇ ਦਿਖਾਓ ਯੂਪੀ ਦੇ ਵਿੱਚ, ਖੋਲ੍ਹ ਕੇ ਦਿਖਾਓ ਚਰਚ, ਅਤੇ ਬਿਹਾਰ ਦੇ ਵਿੱਚ ਦੱਸਣ ਤੁਹਾਨੂੰ, ਜਾਂ ਹਰਿਆਣੇ 'ਚ। ਉਹ ਕਹਿੰਦੇ ਇੱਥੇ ਚੱਲਣ ਦਿਓ, ਪਹਿਲੇ ਸ਼ਸਤਰ ਸੇ ਮਾਰੋ, ਬਚ ਜਾਏ ਤਾਂ ਸ਼ਸਤਰ ਸੇ ਮਾਰੋ। ਉਹ ਵਿਧੀ ਹੈ। ਅਤੇ ਹਾਲੇ ਤੱਕ ਸਿੱਖਾਂ ਨੂੰ ਉਹ ਜੀ ਸੰਤ ਜੀ ਬਹਿ ਗਏ ਜੀ ਅਕਾਲ ਤਖਤ 'ਤੇ ਜੀ, ਫਿਰ ਅਗਲੇ ਨੇ ਤਾਂ ਮਿਲਟਰੀ ਚਾੜ੍ਹਨੀ ਸੀ। ਉਹਨਾਂ ਨੂੰ ਉਹ ਐਡਾ ਟਨਲ ਵਿਜ਼ਨ ਹੈ, ਉਹ ਦੇਖਦੇ ਨਹੀਂ ਵੀ ਬਾਕੀ ਕੀ ਹੋਇਆ ਪੈਰਲਲ। ਜਿਹੜੇ ਬਾਗੀ ਮੁੱਖ ਮੰਤਰੀ ਸੀ ਉਹ ਤਾਂ ਫਰੂਕ ਅਬਦੁੱਲੇ ਨੂੰ ਹਾਕ ਮਾਰ ਕੇ ਪਿਓ ਵਰਗਾ ਬਣ ਕੇ ਦਿਖਾਈ। ਸੰਤਾਂ ਦੇ ਕਹਿਣ ਦਾ ਇਹ ਸੀ, ਸ਼੍ਰੀਨਗਰ ਦੇ ਵਿੱਚ ਮੀਟਿੰਗਾਂ ਸ਼ੁਰੂ ਸੀ। ਜਿਹੜੇ ਬਾਗੀ ਮੁੱਖ ਮੰਤਰੀ ਸੀ, 7 ਅਕਤੂਬਰ 1983 ਨੂੰ ਹੋਣੀ ਸੀ, 6 ਅਕਤੂਬਰ ਨੂੰ ਢਿੱਲਵਾਂ ਦੇ ਵਿੱਚ ਬੱਸ ਰੋਕ ਕੇ 6 ਹਿੰਦੂ ਭਾਈਆਂ ਦਾ ਕਤਲ ਕਰ ਦਿੱਤਾ। ਜਿਹੜੇ ਵਰਲਡ ਦੇ ਫੇਮਸ ਸੂਈਆ ਏਜੰਸੀਆਂ ਤੋਂ ਕੰਮ ਲੈ ਸਕਦੀਆਂ ਨੇ, ਮਸਾਦ ਅਤੇ KGB ਵਰਗਿਆਂ ਤੋਂ, ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ 4, 5, 7, 10 ਬੰਦੇ ਖੜਕਾਉਣੇ ਕਿਹੜੀ ਗੱਲ ਆ? ਕਹਿ ਗਿਆ ਕਲਿੰਟਨ ਦੀ ਬਾਇਓਗ੍ਰਾਫੀ ਪੜ੍ਹ ਲਓ, ਕਹਿੰਦੇ ਮੈਂ ਨਾ ਜਾਂਦਾ ਚਿੱਟੀ ਸਿੰਘਪੁਰਾ 'ਚ 40 ਸਿੱਖ ਨਹੀਂ ਮਰਦੇ ਸੀ।
ਗੁਆਂਢ ਦਾ ਚਰਵਾਹਾ ਚੱਕ ਕੇ ਮਾਰ ਕੇ ਦੱਬਤਾ। ਮੁੜ ਕੇ DNA ਟੈਸਟ ਹੋਇਆ, ਜਿਨ੍ਹਾਂ ਨੂੰ ਕਿਹਾ ਇਹ ਇੱਕ ਅੱਤਵਾਦੀ ਸੀ। ਗੁਆਂਢ ਪਿੰਡ ਦਾ ਚਰਵਾਹਾ ਸੀ ਜਿਹੜਾ ਭੇਡਾਂ ਲਈ ਆਉਂਦਾ ਸੀ। ਹਲੇ ਵੀ ਸਿੱਖਾਂ ਨੂੰ, ਜਿਹੜੇ ਅਲੀਟ ਸਿੱਖ ਨੇ, ਜਿਹੜੇ ਚਰਖੇ ਤੇ ਬੱਕਰੀ ਦੇ ਸਿੱਖ ਨੇ, ਹਲੇ ਵੀ ਉਹਨਾਂ ਨੂੰ ਇਹ ਲੱਗਦਾ ਵੀ ਸੰਤ ਅਕਾਲ ਤਖਤ ਸਾਹਿਬ ਤੇ ਗਏ ਤਾਂ ਉਹ 84 ਹੋ। ਅਖੀਰ ਦੇ ਵਿੱਚ ਇੱਕ ਮੈਂ ਗੱਲਬਾਤ ਕਰਨੀ ਚਾਹੁੰਦਾ ਕਿ ਰੂਹਾਨੀਅਤ ਨਾਲ ਜਿਹੜੀ ਲਵਰੇਜ, ਰੂਹਾਨੀਅਤ ਦੇ ਨਾਲ ਭਰਪੂਰ ਜਿਹੜੀ ਸਿੱਖ ਜੰਗ ਹੈ, ਉਹਦੇ ਜਿਹੜੇ ਜਰਨੈਲ ਨੇ, ਜਦ ਵੀ ਕੌਮ ਦੇ ਉੱਪਰ ਕੋਈ ਭਾਰੀ ਸਮਾਂ ਆਏਗਾ, ਕੌਮ ਦੀ ਹੂਕ ਦੇ ਵਿੱਚੋਂ, ਕੌਮ ਦੇ ਦਿਲ ਦੇ ਵਿੱਚੋਂ ਉਹਨਾਂ ਮਹਿਬੂਬ ਜਰਨੈਲਾਂ ਨੂੰ ਆਵਾਜ਼ ਪਵੇਗੀ। ਹੁਣ ਵੀ ਜਦ ਕਿਤੇ ਵੀ ਕੌਮ 'ਤੇ ਕੋਈ ਔਖਾ ਸਮਾਂ ਆਉਂਦਾ ਹੈ, ਉਸ ਸਮੇਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਕੌਮ ਯਾਦ ਕਰਦੀ ਹੈ। ਇਸ ਵੀਕਐਂਡ 'ਤੇ ਵੱਡੇ ਸਮਾਗਮ ਜਿਹੜੇ ਨੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਹੋਏ, ਜਿੱਥੇ ਬੁਲਾਰਿਆਂ ਨੇ ਉਸ ਸਮੇਂ ਦੇ ਇਤਿਹਾਸ ਨੂੰ ਸਰਵਣ ਕੀਤਾ। ਢਾਡੀ ਦਰਬਾਰ ਰਾਤ ਬਹੁਤ ਵੱਡਾ ਇੱਕ ਹੋਇਆ, ਅਤੇ ਇਹ ਦਿਨ ਨੇ ਜਿਹੜੇ ਵਧੀਆ ਤਰੀਕੇ ਨਾਲ ਜਿੱਥੇ ਮਨਾਉਣੇ ਚਾਹੀਦੇ ਨੇ, ਉੱਥੇ ਉਹਦਾ ਹਰ ਪ੍ਰਪੇਖ, ਹਰ ਐਸਪੈਕਟ ਜਿਹੜਾ ਸੰਗਤਾਂ ਤੱਕ ਪਹੁੰਚਣਾ ਚਾਹੀਦਾ ਵੀ ਐਗਜ਼ੈਕਟਲੀ ਹੋਇਆ ਕੀ ਸੀ। 604-204-0600 ਆਪਣੇ ਕੋਲ 15 ਮਿੰਟ ਨੇ। 10-12 ਕਾਲਰ ਜਿਹੜੇ ਵੀ ਗੱਲਬਾਤ ਕਰਨੀ ਚਾਹਣ ਉਹ ਕਰ ਸਕਦੇ ਨੇ। ਇਸ ਦੇ ਬਾਰੇ ਆਪਣੇ ਵੱਲੋਂ ਕੋਈ ਤੁਸੀਂ ਐਡ ਕਰਨਾ ਚਾਹਵੇ, ਕੋਈ ਮਨ ਦੇ ਵਿੱਚ ਸਵਾਲ ਹੋਵੇ, 604-204-0600 6042040600। ਧਾਲੀਵਾਲ ਜੀ, ਲਾਈਨ ਨੰਬਰ 1। ਧਾਲੀਵਾਲ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ ਸਰਦਾਰ ਜੀ। ਦੇਖੋ ਜੀ, ਪਹਿਲਾਂ ਤਾਂ ਮੈਂ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਜੀ, ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਆ ਜੀ, ਤਿਆਗੀ ਦਰਦੀ ਕੌਮ ਦੇ ਸੂਰਵੀਰ ਯੋਧਿਆਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਜੀ। ਦੂਜੀ ਗੱਲ, ਹਰਜੀਤ ਸਿੰਘ ਜੀ, ਜਿਹਨੇ ਮੰਨਣਾ ਹੀ ਨਹੀਂ ਉਹਨੇ ਮੰਨਣਾ ਹੀ ਨਹੀਂ। ਬਈ ਹੁਣ ਇਹੀ ਰੌਲਾ ਮੇਰਾ ਬਹੁਤ ਬੰਦਿਆਂ ਨਾਲ ਬਹਿਸ ਹੁੰਦੀ ਆ ਇੱਥੇ। ਨਹੀਂ ਜੀ, ਉਹ ਬਾਹਰ ਕਿਤੇ ਲੜ ਲੈਂਦੇ। ਮੈਂ ਕਿਹਾ ਬਈ 6ਵੇਂ ਪਾਤਸ਼ਾਹ ਬਾਹਰ ਲੜ ਲੈਂਦੇ, ਉਹਨਾਂ ਨੇ ਕਿਉਂ ਇਹ ਸਥਾਪਨਾ ਕੀਤੀ? ਸਾਰਾ ਕੁਛ ਉਹਨਾਂ ਨੂੰ ਮੂਹਰੇ ਦਿੰਦਾ ਸੀ। ਜਿਹੜੇ ਮਰਜ਼ਾਦਾ ਨੂੰ ਨਹੀਂ ਮੰਨਦੇ, ਸ੍ਰੀ ਅਕਾਲ ਤਖਤ ਸਾਹਿਬ ਦੀ ਨੂੰ, ਉਹ ਗੱਲਾਂ ਇਹ ਕਰਦੇ। ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰਦੇ ਆ, ਕੀਰਤਨ ਵੀ ਕਰਦੇ ਆ, ਮੰਨਦੇ ਵੀ ਉਹਨੂੰ, ਤੇ ਮਰਜ਼ਾਦਾ ਘਾਵ ਦੀ ਬਣਾਈ ਆ ਉਹਨਾਂ ਦੀ, ਉਹ ਨਹੀਂ ਮੰਨਦੇ। ਹੁਣ ਜਿਵੇਂ ਅਸੀਂ ਅੰਮ੍ਰਿਤ ਛਕਿਆ ਜੀ ਟਕਸਾਲ ਤੋਂ ਸੰਤਾਂ ਦੇ ਵੇਲੇ ਜੀ, ਉਹਨਾਂ ਨੇ ਸਾਨੂੰ ਮਰਜ਼ਾਦਾ ਸਾਰੀ ਅਕਾਲ ਤਖਤ ਦੀ ਦੱਸੀ, ਕੋਈ ਆਪਦੀ ਟਕਸਾਲ ਦੀ ਨਹੀਂ ਦੱਸੀ। ਸਭ ਤੋਂ ਉੱਤਮ ਉਹਨਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਆਪਣਾ ਸਾਰਾ ਕੁਛ ਸੀ। ਕਿਸੇ ਨੂੰ ਮੱਥਾ ਨਹੀਂ ਟੇਕਣਾ, ਦੇਹਧਾਰੀ ਨੂੰ, ਨਾ ਕਿਸੇ ਫੋਟੋ ਨੂੰ ਮੱਥਾ ਟੇਕਣਾ। ਤੇ ਅਸੀਂ ਤਾਂ ਜੀ ਉਹ ਮਰਜ਼ਾਦਾ ਤੇ ਕਾਇਮ ਆ, ਭਾਵੇਂ ਹੁਣ ਕਿਵੇਂ ਕੋਈ ਕੁਛ ਕਹੀ ਜਾਵੇ ਬਈ ਜੀ ਉਹ ਫਲਾਨੇ ਦਾ ਹੈ, ਫਲਾਨੇ ਦਾ ਹੈ। ਇੱਕ ਮੈਂ ਗੱਲ ਹੋਰ ਸੁਣੀ ਆ ਨਵੀਂ, ਹਰਜੀਤ ਸਿੰਘ ਜੀ, ਇੱਕ ਬੰਦਾ ਕਹਿੰਦਾ ਵੀ ਜਿਹੜਾ ਸਿਮਰਜੀਤ ਸਿੰਘ ਮਾਨ ਆ ਨਾ, ਬੰਬੇ ਦੇ ਤੇ ਕੇਸ ਪੈਂਦਾ ਸੀ, ਇਹ ਤਾਂ ਸੰਤਾਂ ਨਾਲ ਰਲਿਆ, ਇਹਨੇ ਅਸਤੀਫਾ ਤਾਂ ਦਿੱਤਾ। ਮੈਂ ਉਹਨੂੰ ਕਿਹਾ, ਭਲਿਆ ਮਾਨ ਸਾਹਿਬ, ਜਦੋਂ ਇਹ ਫਰੀਦਕੋਟ SSP ਸੀ ਉਦੋਂ ਦੀ ਪੜ੍ਹੀ ਆ ਤੂੰ, ਕੋਈ ਗੱਲ ਸੁਣੀ ਆ? ਨਹੀਂ, ਕਹਿੰਦਾ ਉਹ ਕੈਪਟਨ ਲੈ ਆਇਆ, ਉਹਦਾ ਸਾਡੂ ਸੀਗਾ, ਕਹਿੰਦਾ ਮੈਂ ਵੀ ਉਧਰ ਨੂੰ ਚੱਲਦਾ, ਤੂੰ ਵੀ ਉਧਰ। ਇਹੋ ਜਿਹੀਆਂ ਵੀ ਛੱਡੀ ਜਾਂਦੇ ਵਿੱਚ ਜਬਲੇ, ਜਮਾਂ ਹੀ ਜਬਲੀਆਂ ਗੱਲਾਂ। ਦੇਖੋ ਜੀ, ਇਹ ਕੰਮ ਤਾਂ ਜਿਵੇਂ ਹੁਣ ਜਦੋਂ ਆਪਣੇ ਖਾਲਸਾ ਸਾਜਿਆ ਉਦੋਂ ਦਾ ਚੱਲੀ ਜਾਣਾ, ਇਹ ਨਹੀਂ ਰੁਕਣਾ ਕੰਮ। ਕਿਤੇ ਵੱਧ ਗਿਆ, ਕਿਤੇ ਘਟ ਗਿਆ। ਹੁਣ ਕਈ ਬੰਦੇ ਉਹ ਵੀ ਕਹਿੰਦੇ ਆ ਜੀ ਅਸੀਂ ਮੋਨੇ ਆ, ਭਾਵੇਂ ਸਾਡੀ ਸ਼ਰਧਾ ਵੱਧਦਾ। ਮੈਂ ਕਿਹਾ ਵੀ ਤੁਹਾਡੀ ਸ਼ਰਧਾ ਮਨ 'ਚ ਹੈਗੀ ਆ, ਪਰ ਜਿਹੜਾ ਆਪਾਂ ਦਿਖਾਉਣਾ ਸਿੱਖੀ ਸਰੂਪ ਉਹ ਨਹੀਂ ਤੁਹਾਡਾ ਸ਼ਾਮਲ ਹੋਣਾ। ਤੇ ਮੈਂ ਉਹ ਬੰਦੇ ਨੂੰ ਕਿਹਾ ਵੀ ਆਪਾਂ ਸਟੋਰ 'ਚ ਚੱਲਦੇ ਆ ਦੋਹੇ ਜਾਣੇ, ਉੱਥੇ ਪਤਾ ਲੱਗੂ ਬਈ। ਚਲੋ ਜੀ, ਅਸੀਂ ਸਟੋਰ 'ਚ ਗਏ ਤੇ ਉਹਨਾਂ ਨੇ ਕਈਆਂ ਨੇ ਮੈਨੂੰ, ਜਾਨੀ ਫਤਿਹ ਮੈਂ ਵੀ ਬੁਲਾ ਦੇਣਾ, ਗੋਰਿਆਂ ਨੇ, ਉਹਨਾਂ ਨੇ ਵੀ ਮੈਨੂੰ ਬੁਲਾਈ ਤੇ ਖਾਲਸਾ ਕਿਹਾ ਕਈਆਂ ਨੇ। ਮੈਂ ਕਿਹਾ ਬਈ ਤੁਸੀਂ ਭਾਵੇਂ ਕਿੰਨੇ ਸ਼ਰਧਾਵਾਨ, ਪਰ ਜਿਹੜਾ ਸਰੂਪ ਉਹਨਾਂ ਨੇ ਆਪਾਂ ਨੂੰ ਦਿੱਤਾ ਉਹ ਕਾਇਮ ਰੱਖਣਾ ਚਾਹੀਦਾ ਜੀ। ਫੇਰ ਹੀ ਆਪਾਂ ਸਿੱਖਾਂ। ਜੇ ਹੁਣ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ, ਕੱਲ ਉਹਨੇ ਆਪਣੇ ਜਥੇਦਾਰ ਨੇ ਵੀ ਕਿਹਾ ਜੀ, ਕਹਿੰਦਾ ਸਿਮਰਜੀਤ ਸਿੰਘ ਮਾਨ ਤਾਂ ਖੁੱਲ ਕੇ ਕਹਿੰਦਾ ਰਾਜ ਕਰੇਗਾ ਖਾਲਸਾ, ਤੇ ਅਸੀਂ ਕਹਿੰਦਾ ਦੱਬਵੀਂ ਜਮਾਤ ਵਿੱਚ ਕਹਿੰਦੇ ਆ ਜਦੋਂ ਰਾਜ ਖਾਲਸਾ ਤਾਂ ਹੀ ਕਰੂਗਾ ਜੀ ਜੇ ਖਾਲਸਾ ਬਣੂ। ਬਿਲਕੁਲ ਠੀਕ।
ਖਾਲਸੇ ਦਾ ਰਾਜ ਤਾਂ ਹੀ ਹੋਊਗਾ। ਹਰੇਕ ਆਪਾਂ ਹਰੇਕ ਅਰਦਾਸ 'ਚ ਕਹਿੰਦੇ ਹਾਂ, ਹਰੇਕ ਤੱਕ ਕਿਤੇ ਦੇਖ ਲਓ ਤੁਸੀਂ। ਬਿਲਕੁਲ ਠੀਕ ਜੀ। ਮਿਹਰਬਾਨੀ ਤੁਹਾਡਾ ਵੀ ਬਹੁਤ ਧੰਨਵਾਦ ਜਿਹੜਾ ਤੁਸੀਂ ਜਾਗਰਤ ਲੈ ਕੇ ਆਉਣਾ ਹਰੇਕ ਸਾਲ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਕਪਿਲ ਸ਼ਰਮਾ ਸ਼ੋਅ ਤੁਹਾਡੇ ਲਈ ਆ ਰਿਹਾ ਜੀ 25 ਜੂਨ ਨੂੰ। ਝੱਜ ਪ੍ਰੋਡਕਸ਼ਨ, ਜੈਸਾਨੀ ਅਤੇ ਅਰੋੜਾ ਇਮੀਗ੍ਰੇਸ਼ਨ ਵਾਲੇ ਲਿਆ ਰਹੇ ਨੇ। ਟਿਕਟਾਂ ਵਿਕ ਰਹੀਆਂ ਨੇ ਹੁਣ। ਟਿਕਟਾਂ ਤੁਸੀਂ ਲੈ ਸਕਦੇ ਹੋ ਯੂਨਿਟ 397 8148 128 ਸਟਰੀਟ 'ਤੇ, ਬੀ ਫॉर ਯੂ ਸਰੀ ਅਤੇ ਪ੍ਰਿੰਸ ਵੀਡੀਓ ਐਬਸਫੋਰਡ। ਹੋਰ ਜਾਣਕਾਰੀ ਲੈਣੀ ਹੋਵੇ ਸੈਮ ਝੱਜ ਨਾਲ 778 539 6700 'ਤੇ ਗੱਲਬਾਤ ਕਰਿਓ। 7785396700 ਜਾਂ 780 267 0046 'ਤੇ। ਗਰਚਾ ਮੀਟ ਸ਼ਾਪ ਤੇ ਡੇ ਟੂ ਡੇ ਗਰੋਸਰੀ ਦਾ ਹਾਈਬ੍ਰਿਡ ਸਟੋਰ ਇੱਕ ਡੈਲਟਾ 'ਚ ਖੁੱਲ੍ਹ ਗਿਆ 119 82 ਐਵਨਿਊ ਤੇ, ਜਿੱਥੇ ਸਾਰੀ ਗਰੋਸਰੀ ਤੇ ਨਾਲ ਮੀਟ ਤੁਸੀਂ ਹਰ ਕਿਸਮ ਦਾ ਖਰੀਦ ਸਕਦੇ ਹੋ। ਗਰਚਾ ਮੀਟ ਸ਼ਾਪ ਤੇ ਡੇ ਟੂ ਡੇ ਦਾ ਗਰੋਸਰੀ ਦਾ ਹਾਈਬ੍ਰਿਡ ਸਟੋਰ 11961 82 ਐਵਨਿਊ। ਹਰ ਕਿਸਮ ਦਾ ਮੀਟ ਜਿਹਦੇ ਵਿੱਚ ਫਿਸ਼, ਲੈਮ, ਗੋਟ, ਚਿਕਨ ਮੈਰੀਨੇਟ ਕੀਤਾ ਜਿਹੜਾ ਸਾਰਾ ਲੈ ਸਕਦੇ ਹੋ। ਸਪੈਸ਼ਲ ਬਾਰਬੀਕਿਊ ਆਈਟਮ ਲੈ ਸਕਦੇ ਹੋ ਅਤੇ ਗਰੋਸਰੀ ਲੈ ਸਕਦੇ ਹੋ। ਸਰ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 2। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾਂ ਧੰਨਵਾਦ ਤੁਹਾਡਾ। ਹਰੇਕ ਸਾਲ ਹੀ ਤਕਰੀਬਨ ਕਰਦੇ ਆ ਇਹਨਾਂ ਘੱਲੂ ਘਰੇ ਦਿਨਾਂ ਦੇ ਵਿੱਚ। ਤੇ ਦੂਜੀ ਗਿੱਲ ਸਾਹਿਬ ਦੇਖੋ, ਦੁਨੀਆ ਦੇ ਉੱਤੇ ਭਾਵੇਂ ਜੰਗ ਯੁੱਧ ਹੋਵੇ, ਭਾਵੇਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਵਰਤਾਰਾ ਘੱਲੂ ਘਰ ਆ ਜਾਂ ਵਰਤਦਾ, ਉਹਦੀ ਹਰ ਇੱਕ ਦੀ ਆਪਣੀ ਆਪਣੀ ਵਿਆਖਿਆ ਹੁੰਦੀ ਆ। ਤੇ ਸਾਡੀ ਵਿਆਖਿਆ ਜਿਹੜੀ ਆ, ਅਸੀਂ ਉਹ ਸਿੱਖ ਨਜ਼ਰੀਏ ਤੋਂ ਜਦੋਂ ਕਰਦੇ ਆ ਤਾਂ ਸਾਨੂੰ ਉਹ ਚੀਜ਼ਾਂ ਸਮਝ ਆਉਂਦੀਆਂ। ਜੇ ਅਸੀਂ ਕਿਸੇ ਹੋਰ ਦੇ ਨਜ਼ਰੀਏ ਨਾਲ ਦੇਖਦੇ ਆ, ਭਾਵੇਂ ਉਹ ਸਟੇਟ ਦਾ ਹੋਵੇ, ਭਾਵੇਂ ਉਹ ਕਿਸੇ ਸੈਕੂਲਰ ਵੈਸਟਰਨ ਪੁਆਇੰਟ ਆਫ ਵਿਊ ਦਾ ਹੋਵੇ, ਫਿਰ ਉਹ ਸਾਨੂੰ ਉਸ ਤਰੀਕੇ ਨਾਲ ਸਮਝ ਆਉਂਦੀਆਂ। ਹੁਣ ਜਿਹੜੀ ਵੀ ਗੱਲਬਾਤ ਆਪਾਂ ਕਰਨੀ ਹੁੰਦੀ, ਖਾਸ ਕਰਕੇ ਕਿਸੇ ਨੇ ਧਰਮ ਵਿਸ਼ੇਸ਼ ਤੇ ਕਰਨੀ, ਜਾਂ ਕੋਈ ਪੰਥ ਜਾਂ ਕਬੀਲਾ ਜਾਂ ਕੋਈ ਕੌਮ ਜਾਂ ਕੋਈ ਸਟੇਟ, ਉਹ ਸਿਧਾਂਤਾਂ ਦੇ ਉੱਤੇ ਉਹਦਾ ਆਧਾਰ ਹੁੰਦਾ। ਉਹ ਗੱਲਾਂ ਬਾਤਾਂ ਦਾ ਨਹੀਂ ਹੁੰਦਾ ਵੀ ਸਾਨੂੰ ਕੀ ਸਮਝ ਆਉਂਦਾ ਆ। ਹੁਣ ਸਾਨੂੰ ਸਿੱਖਾਂ ਦੀ ਜਿਹੜੀ ਸਿਧਾਂਤਿਕ ਬੁਨਿਆਦ ਆ, ਉਹ ਜਿੱਦਾਂ ਪਹਿਲਾਂ ਤੁਸੀਂ ਦੱਸਿਆ ਵੀ ਹੁਣ ਹਰਗੋਬਿੰਦ ਪਾਤਸ਼ਾਹ ਦੀ ਜਿਹੜੀ ਸ਼੍ਰੀ ਗੁਰੂ ਹਰਗੋਬਿੰਦ ਪਹਿਲੀ ਜੰਗ ਹੀ ਬਾਜ ਦੇ ਸਿਰ, ਮੰਨ ਲਓ ਇੱਕ ਛੋਟੀ ਜਿਹੀ ਘਟਨਾ ਬਾਜ ਦੇ ਨਾਂ ਤੇ ਸ਼ੁਰੂ ਹੁੰਦੀ ਪਹਿਲੀ ਜੰਗ। ਜੀ। ਹੁਣ ਜੇ ਅੱਜ ਦੀਆਂ ਜਾਂ ਉਦੋਂ ਦੇ ਵੀ ਕਰਾਉਣੇ, ਉਹ ਅਗਲਾ ਬਾਜ ਦਾ ਕੀ ਹੈ ਕਦੋਂ ਲਾਣਾ ਹੈ ਨਾ। ਚਲੋ ਸਿਧਾਂਤਕ ਜੰਗਾਂ ਜਿਹੜੀਆਂ ਹੁੰਦੀਆਂ ਵੀ ਜਦੋਂ ਕਿਸੇ ਨਾਲ ਤੁਸੀਂ ਉਹ ਬੰਦਾ ਆਪਣੀ ਨੈਤਿਕਤਾ, ਜਿਹੜੀ ਧਰਮ ਦੀ ਨੈਤਿਕਤਾ ਹੁੰਦੀ ਹੈ, ਇੱਕ ਨਾ ਹੋਰ ਬਹੁਤ ਦੁਨੀਆ ਦੇ ਵਿੱਚ ਮੰਨ ਲਓ ਝੂਠੇ ਹੀ ਜਿੱਦਾਂ ਅਸੀਂ ਵਰਤਾਏ ਵੀ ਸਭ ਤੋਂ ਵੱਧ ਵੀ ਧਰਮ ਦੇ ਨਾਂ ਤੇ ਲੋਕ ਮਾਰੇ ਜਾਂਦੇ ਆ। ਇੱਕ ਮੰਨ ਲਓ ਉੱਤੇ ਸਕੋਲਰਾਂ ਨੇ ਜਿਹੜੇ ਵੈਸਟਰਨ ਦੇ ਆਪਣੇ ਆਪ ਨੂੰ ਲੈਫਟਿਸਟ ਜਾਂ ਸੈਕੂਲਰ ਸਾਡੇ ਉੱਦਾਂ ਹੀ ਛੱਡ ਦਿੱਤੀ ਗੱਲ। ਕਿਸੇ ਨੇ ਕਦੇ ਅਜੇ ਤੱਕ ਕੋਈ ਤੱਥ ਨਹੀਂ ਪੇਸ਼ ਕੀਤਾ। ਇਹ ਮੰਨ ਲਓ ਮੇਰੇ ਕੋਲ ਕਿਤਾਬ ਹੈ, ਉਹ ਮਹਿੰਗੀ ਬਹੁਤ ਹੈ, $600 ਦੀ ਆਉਂਦੀ ਹੈ ਤਕਰੀਬਨ। ਉਹ ਇੱਥੇ 2 ਰਾਈਟਰਾਂ ਨੇ ਲਿਖੀ। ਉਹਨੇ 2000 ਆਪਣੇ 20 ਲੱਗ ਗਏ, ਉਹਨੇ 2000 ਹੁਣ ਤੱਕ ਦੀਆਂ ਤਕਰੀਬਨ ਉਹਨੇ ਜੰਗਾਂ ਲਿਖੀਆਂ 2000 ਸਾਲ ਦੀਆਂ ਉਹਦੇ ਵਿੱਚ ਦਿੱਤੀਆਂ ਨਾ ਜੀ। ਅੱਛਾ ਜੀ। ਉਹਦੇ ਵਿੱਚੋਂ ਮੈਂ ਤੁਹਾਨੂੰ ਭੇਜ ਵੀ ਦਊਂਗਾ ਲਿੰਕ ਵੀ, ਉਹਦਾ ਕਿਤਾਬ ਦੀ ਸਾਰੀ ਭੇਜਣਾ, ਕਿਉਂਕਿ ਉਹ 2-3 ਵੋਲੀਅਮ ਉਹਦੇ ਵਿੱਚ ਉਹਨਾਂ ਨੇ ਜਿੰਨੀਆਂ ਵੀ ਜੰਗਾਂ ਲਿਖੀਆਂ ਉਹਦੇ ਚੋਂ 93% ਜੰਗਾਂ ਉਹ ਸੈਕੂਲਰ ਜੰਗਾਂ ਲਿਖੀਆਂ, ਜਿਨ੍ਹਾਂ ਨੇ ਗਵਰਨਮੈਂਟ ਮੰਨ ਲਓ ਜਿਹੜਾ ਮਟੀਰੀਅਲਿਸਟ ਲੋਕ ਧਾੜ ਦੀ ਜ਼ਿੰਮੇਵਾਰ ਆ ਉਹਦੇ ਲਈ। ਸਿਰਫ 7% ਜੰਗਾਂ ਜਿਹੜੀਆਂ ਵੀ ਜਾਣੀ ਧਰਮ ਦੀਆਂ ਆਪਸ ਵਿੱਚ ਕ੍ਰਿਸਚੈਨਿਟੀ ਦੀਆਂ, ਇਸਲਾਮ ਦੀਆਂ ਸਿੱਧੀਆਂ ਹੋਈਆਂ, ਉਹ ਮਤਲਬ ਤੱਥਾਂ ਨਹੀਂ। ਤੇ ਸਭ ਤੋਂ ਵੱਧ ਉਹਨਾਂ ਨੇ ਲਿਖਿਆ ਵੀ ਜਿਹੜੀਆਂ ਸੈਕੂਲਰ ਜੰਗਾਂ 200 ਸਾਲ ਦੇ ਵਿੱਚ ਜਿੰਨੀ ਨਹੀਂ ਤਬਾਹੀ ਮਚਾਈ ਦੁਨੀਆ ਦੇ ਉੱਤੇ, ਧਰਮ ਦੀ ਤਾਂ ਭੁੱਲ ਜਾਓ ਤੁਸੀਂ। ਨਹੀਂ ਅੱਜ ਕੁਦਰਤੀ ਅੱਜ ਆਪਾਂ ਸੰਭਾਲ ਦੀ ਗੱਲ ਕਰਦੇ, ਇਹਨਾਂ ਨੇ ਆਪਣੇ ਮਟੀਰੀਅਲਿਸਟ ਜਿਹੜੀ ਸੋਚ, ਨਾਸਤਿਕ ਸੋਚ ਦੇ ਵਿੱਚੋਂ ਇੰਨਾ ਉਜਾੜਾ ਕੀਤਾ ਜਿਹੜਾ ਤੁਸੀਂ ਸਦੀਆਂ 'ਚ ਮੰਨ ਲਓ ਲੋਕਾਂ ਨੇ ਧਰਮ ਦਾ ਭਾਵੇਂ ਮੁਖੌਟਾ ਪਾ ਕੇ ਵੀ ਨਹੀਂ ਕੀਤਾ ਜੀ। ਮੈਂ ਤਾਂ ਕਹਿਣਾ ਚਾਹੁੰਦਾ। ਤੇ ਹੁਣ ਰਹੀ ਗੱਲ ਵੀ ਆਪਣੀ ਸਿੱਖਾਂ ਦੀ ਜਾਂ ਕਿੱਦਾਂ ਸਾਡਾ ਉਹ ਸਿਧਾਂਤ ਆ, ਉੱਥੇ ਜੰਗ ਯੁੱਧ ਲਾਣਾ ਸਾਨੂੰ ਠੀਕ ਆ, ਉਹਦੀ ਗੱਲ ਕਰਦੇ ਆ, ਉਹ ਦਿਨਾਂ ਨੂੰ ਚੇਤੇ ਕਰਦੇ, ਪਰ ਇਹ ਸਾਨੂੰ ਚੜ੍ਹਦੀ ਕਲਾ ਦੇ ਨਾਲ ਹੀ ਸਾਡੇ ਲਈ ਵਰਤਾ ਰਹੇ ਆ, ਕਿਉਂਕਿ ਜਿਉਂਦੀਆਂ ਕੌਮਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਹੀ ਹੁੰਦੀਆਂ। ਤੇ ਉਹ ਤੋਂ ਅਸੀਂ ਇਹੀ ਸੇਧ ਲੈਣੀ ਆ ਵੀ ਜਿਹੜਾ ਬੰਦਾ ਤੁਹਾਨੂੰ ਅੱਜ ਦੀ ਜਾਂ ਕਦੇ ਵੀ ਆ, ਹਮੇਸ਼ਾ ਹੀ ਕਲਮ ਦਾ ਯੁੱਗ, ਸੰਵਾਦ ਦਾ ਯੁੱਗ ਤੇ ਸ਼ਾਸਤਰ ਹਮੇਸ਼ਾ ਨਾਲੋਂ ਨਾਲ ਹੀ ਚੱਲੇ, ਇੱਕ ਦੂਜੇ ਦੇ ਪੂਰਕ ਹੈ। ਜਿਹੜਾ ਬੰਦਾ ਤੁਹਾਨੂੰ ਇਹਨਾਂ 'ਚ ਇੱਕ ਚੀਜ਼ ਵੀ ਛੱਡਣ ਨੂੰ ਕਹਿੰਦਾ, ਸਮਝ ਲਓ ਬਈ ਉਹਦੀ ਪੜ੍ਹਾਈ ਕਿਸੇ ਕਲੋਨੀਅਲ ਕਲਚਰ ਦੀ ਆ, ਜਿਹੜਾ ਤੁਹਾਨੂੰ ਅੱਜ ਕਹਿੰਦਾ ਵੀ ਅੱਜ ਹਥਿਆਰਾਂ ਦਾ ਯੁੱਗ ਨਹੀਂ ਹੈਗਾ। ਅੱਜ ਹੁਣ ਸੰਤਾਂ ਦੇ ਸੰਵਾਦ ਜਿੰਨੇ ਪਏ ਆ ਇਸ ਜੰਗ ਦੇ ਵਿੱਚ, ਜੇ ਸਭ ਤੋਂ ਵੱਧ ਕਿਰਦਾਰ ਖੁਸ਼ੀ ਕੀਤੀ ਗਈ ਆ ਸਟੇਟ ਦੇ ਉਹਨਾਂ ਸਕੋਲਰਾਂ ਨੂੰ, ਸੰਤਾਂ ਦੀ ਕੀਤੀ ਗਈ। ਪਰ ਸੰਤ ਫੇਰ ਦੇਖ ਲਓ ਉਹਨਾਂ ਚੀਜ਼ਾਂ ਦੇ ਵਿੱਚੋਂ ਸਾਰੀਆਂ ਚੋਂ ਨਿਕਲ ਕੇ ਅੱਜ ਸਾਰਿਆਂ ਨਾਲੋਂ ਉੱਪਰ ਮੰਨ ਲਓ ਸੰਤਾਂ ਦੇ ਵਾਲੇ ਘੁੰਮਦਾ, ਕਿਉਂਕਿ ਸਿਧਾਂਤਾਂ ਦੀ ਗੱਲ ਕਰਨ ਲਈ ਇੱਕ ਨਾਇਕ ਜ਼ਰੂਰ ਹੁੰਦਾ। ਸੰਤਾਂ ਦੇ ਬਰਾਬਰ ਅੱਜ ਤੱਕ ਉਹ ਕੋਈ ਵੀ, ਤਾਂਹੀਓ ਉਹਨਾਂ ਨੂੰ 20ਵੀਂ ਸਦੀ ਦਾ ਜਰਨੈਲ ਕਿਹਾ ਜਾਂਦਾ। ਉਹਨਾਂ ਦੇ ਬਰਾਬਰ ਜਿਹੜੇ ਸੰਵਾਦ ਆ, ਮੈਂ ਕਹਿੰਦਾ ਚਲੋ ਸਾਡੀ ਗੱਲ ਨਾ ਸੁਣੋ, ਉਹਨਾਂ ਦੇ ਸੰਵਾਦ ਸੁਣ ਲਓ। ਉਹ ਜਦੋਂ ਤੁਹਾਨੂੰ ਇਹ ਕਹਿੰਦੇ ਆ ਵੀ ਧੀਆਂ ਭੈਣਾਂ ਦੀ ਇੱਜ਼ਤ ਆ, ਕਹਿੰਦੇ ਭਾਵੇਂ ਕਿਸੇ ਕਾਂਗਰਸੀ ਦੀ ਆ, ਭਾਵੇਂ ਹਿੰਦੂ ਦੀ, ਮੁਸਲਿਮ ਦੀ, ਭਾਵੇਂ ਕਿਸੇ ਦੀ ਆ, ਭਾਵੇਂ ਸਾਡੇ ਦੁਸ਼ਮਣ ਦੀ ਆ, ਵੀ ਉਹਦੀ ਰਾਖੀ ਕਰਨਾ ਸਾਡਾ ਧਰਮ ਆ। ਹੁਣ ਇਹ ਕਿਹੜਾ ਇਹਨਾਂ ਦੇ ਵਿੱਚੋਂ ਦੂਜੇ ਸਕੋਲਰਾਂ 'ਚ ਇਹ ਗੱਲ ਕਰਦਾ ਜਿਹੜੇ ਹਥਿਆਰਾਂ ਤੋਂ ਦੂਜਿਆਂ ਦੇ? ਉਹ ਕਹਿੰਦੇ ਵੀ ਜੇ ਤੁਹਾਡੇ ਘਰਾਂ 'ਚ ਟੈਲੀਵਿਜ਼ਨ ਆ, ਫਰਿੱਜ ਆ,
ਅੱਜ ਸਾਡੇ ਕੋਲ ਕੰਪਿਊਟਰ ਵੀ ਇਹ ਤੁਸੀਂ ਜੇ ਤੁਹਾਡੇ ਧਾਰ ਵੀ ਚੜ੍ਹ ਕੇ ਆ ਜਾਏ ਤੁਸੀਂ ਉਹਦੇ ਟੈਲੀਵਿਜ਼ਨ ਚੱਕ ਕੇ ਸਿਰ 'ਚ ਮਾਰੋਗੇ, ਫਰਿੱਜ ਮਾਰੋਗੇ। ਕਿਉਂਕਿ ਜੇ ਸਾਨੂੰ ਲੱਗਦਾ ਵੀ ਸਟੇਟ ਹਥਿਆਰਬੰਦ ਹੋਣੀ ਜ਼ਰੂਰੀ ਆ, ਫੌਜੀ ਜਾਂ ਪੁਲਿਸ ਵਾਲੇ, ਆਮ ਬੰਦਾ ਨਹੀਂ। ਹਾਂ ਵੀ ਜਦੋਂ ਉਹ ਸਾਡੇ ਤੇ ਚੜ੍ਹ ਕੇ ਆ ਗਏ ਫਿਰ ਅਸੀਂ ਕੀ ਕਰਾਂਗੇ? ਥੈਂਕ ਯੂ ਵੀਰ। ਉਹਨਾਂ ਨੂੰ ਸਾਨੂੰ ਲੋੜ ਪੈ ਗਈ ਫਿਰ ਅਸੀਂ ਕੀ ਕਰਾਂਗੇ? ਫਿਰ ਅਸੀਂ ਕਿਤਾਬਾਂ ਚੱਕ ਮਾਰਾਂਗੇ। ਉਹਨੇ ਕਿਤਾਬਾਂ ਦੀ ਆਪਣੀ ਇਹ ਨਹੀਂ, ਇੱਕ ਦੂਜੇ ਦੇ ਵਿਰੋਧ 'ਚ ਨਾ ਖੜਾ ਕਰੋ। ਤੇ ਮੇਰੇ ਖਿਆਲ ਨਾਲ ਇਹ ਸਾਨੂੰ ਸਾਡਾ ਤਾਂ ਨੈਰੇਟਿਵ ਵੀ ਅੱਜ ਕੱਲ੍ਹ ਉੱਥੇ ਬੈਨ ਕੀਤੇ ਜਾਂਦੇ ਆ। ਮੰਨ ਲਓ ਆ ਸਿੱਖ ਨਜ਼ਰੀਏ ਵਾਲਾ ਚੈਨਲ ਉਹਦੀ ਮੰਨ ਲਓ ਬਹੁਤ ਵਧੀਆ ਕਰਦੇ ਸੀਗੇ, ਉਹ ਵੀ ਚੀਜ਼ਾਂ ਬੈਨ ਕਰੀ ਜਾਂਦੀਆਂ। ਕੱਲ੍ਹ ਵੀ ਚੱਲਣ ਨਹੀਂ ਦਿੰਦੇ। ਅੱਜ ਤਾਂ ਮੁੰਡੇ ਚੱਕ ਕੇ ਉਹ ਤਸਵੀਰਾਂ ਵਾਲੇ ਉਹਦੇ ਅੰਦਰ ਸਿੱਟੇ ਹੋ ਆ ਵੀ ਮੰਨ ਲਓ ਸਟੇਟ ਛੱਡ ਦਿੰਦੀ। ਤੇ ਹਥਿਆਰਬੰਦ ਤਾਂ ਮੇਰੇ ਖਿਆਲ ਨਾਲ ਇਹ ਇਕੱਲੀ ਸਾਡਾ ਨਹੀਂ, ਦੁਨੀਆ ਦੇ ਹਰ ਇੱਕ ਬੰਦਾ ਜਿਹੜਾ ਵੀ ਜਿਉਂਦਾ ਆ ਆਪਣੇ ਆਪ ਨੂੰ ਸਮਝਦਾ, ਉਹਦੇ ਕੋਲ ਦੋਨੋਂ ਚੀਜ਼ਾਂ ਚਾਹੀਏ। ਕਲਮ ਦਾ ਤਾਂ ਨਹੀਂ ਵੀ ਹੋਣਾ ਚਾਹੀਦਾ, ਸ਼ਸਤਰ ਦਾ ਤਾਂ ਨਹੀਂ ਵੀ ਹੋਣਾ ਚਾਹੀਦਾ। ਜੇ ਤੁਸੀਂ ਜਿਉਂਦੇ ਆ ਅਦਰਵਾਈਜ਼ ਇਹ ਤੋਂ ਇੱਕ ਵੀ ਭਗੌੜਾ ਉਹ ਸਿੱਧਾ ਆਪ ਵੀ ਗੁਲਾਮ ਹੈ ਤੇ ਦੂਜਿਆਂ ਨੂੰ ਵੀ ਗੁਲਾਮ ਰੱਖਣ ਦਾ। ਥੈਂਕ ਯੂ ਵੀਰ ਜੀ। ਧੰਨਵਾਦ। ਥੈਂਕ ਯੂ। ਸੁਨੀਲ ਜੀ ਲਾਈਨ ਨੰਬਰ 3। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੁਨੀਲ ਜੀ। ਅੱਛਾ, ਜੇ ਇਹਨੂੰ ਇੱਕ ਲਾਈਨ 'ਚ ਵੈਸੇ ਦਰਬਾਰ ਸਾਹਿਬ ਦੇ ਉੱਪਰ ਹੋਏ ਹਮਲੇ ਦੀ ਗੱਲ ਕਰਨੀ ਹੋਵੇ ਜੀ ਤਾਂ ਇੱਕ ਆਪਾਂ ਆਮ ਸਧਾਰਨ ਪੰਜਾਬੀ ਜਾਂ ਸਿੱਖ ਧਾਰਮਿਕ ਲੈਂਗੁਏਜ 'ਚ ਗੱਲ ਕਰਦੇ ਹਾਂ। ਇਹ ਹੈਗਾ ਆ ਜ਼ਬਰ ਦੀ ਸਬਰ ਦੇ ਨਾਲ ਟੱਕਰ। ਹੁਣ ਜ਼ਬਰ ਹੈਗਾ ਆ ਜਾਂ ਜ਼ਾਬਰ ਹੈਗੀ ਆ ਸਟੇਟ, ਸਬਰ ਹੈਗੇ ਆ ਜਿਹੜੇ ਉਹਦੇ ਖਿਲਾਫ ਖੜਦਾ ਹੈ। ਹੁਣ ਸਟੇਟ ਕਿਸੇ ਤੇ ਵੀ ਇੱਥੇ ਵੀ ਦੇਖ ਲਓ, ਕਿਤੇ ਵੀ ਜੋ ਤੁਸੀਂ ਸਟੇਟ ਦੇ ਖਿਲਾਫ ਕਿਸੇ ਵੀ, ਚਾਹੇ ਤੁਸੀਂ ਧਾਰਮਿਕ ਹੈਗੇ ਹੋ ਨਹੀਂ ਹੈਗੇ ਹੋ, ਬਾਅਦ ਦੀ ਗੱਲ ਆ। ਜਿਹੜਾ ਵੀ ਖੜਦਾ ਸਟੇਟ ਕੀ ਕਰਦੀ ਆ, ਉਹਨੂੰ ਸਪਰੈਸ ਕਰਦੀ। ਸਪਰੈਸ ਕਰਨ ਵਾਸਤੇ ਵਾਇਲੈਂਸ ਦਾ ਹੋਣਾ ਬਹੁਤ ਜ਼ਰੂਰੀ। ਠੀਕ ਹੈ ਨਾ। ਸੋ ਇਹਨੂੰ ਤਾਂ ਬੇਸਿਕ ਆਪਾਂ ਨੂੰ ਨਾ ਬਾਹਲੀਆਂ ਇਹਨਾਂ ਡਿਸਕਸ਼ਨਾਂ ਨਹੀਂ ਪੈਂਦਾ ਵੀ ਉਹ ਕੀ ਕਹਿੰਦਾ ਸਿੰਪਲ ਗੱਲਾਂ ਦੇ ਨਾਲ ਜਿਹੜਾ ਸਮਝਾਉਣਾ ਆ। ਮੈਨੂੰ ਲੱਗਦਾ ਆਮ ਸਧਾਰਨ ਬੰਦਾ ਜਿਹੜਾ ਆ ਉਹ ਇੰਨਾ ਕੁ ਹੁਣ ਰੁੱਝ ਗਿਆ, ਇੰਨੇ ਕੁ ਉਹਨੂੰ ਐ ਫੋਨ ਹੀ ਲੱਗਣ ਲੱਗ ਪੈਂਦੇ ਆ ਵੀ ਮੈਨੂੰ ਬੜਾ ਇੰਪੋਰਟੈਂਟ ਆ। ਉਹਨੂੰ ਛੋਟੀਆਂ ਗੱਲਾਂ ਦੀ ਸਮਝਾਉਣ ਦੀ ਲੋੜ ਆ। ਸੰਤ ਜਰਨੈਲ ਸਿੰਘ ਨੂੰ ਕੋਈ ਛੋਟਾ ਤੇ ਵੱਡਾ ਨਹੀਂ ਕਰ ਸਕਦਾ। ਠੀਕ ਆ। ਹੀ ਮੇਡ ਹਿਜ਼ ਓਨ ਪੋਜੀਸ਼ਨ। 38 ਸਾਲ ਬਾਅਦ ਵੀ ਸਾਨੂੰ ਕੋਈ ਜੇ ਜਸਟੀਫਾਈ ਕਰਨਾ ਪੈ ਰਿਹਾ ਤੇ ਸਾਨੂੰ ਆਪਣੇ ਆਪ ਨੂੰ ਸੋਚਣਾ ਪੈਣਾ ਵੀ ਸੰਤ ਜਰਨੈਲ ਸਿੰਘ ਦੇ ਵਕੀਲ ਬਣਨਾ। ਉਹਨੇ ਆਪਣੇ ਆਪ ਹੀ ਕਰਤੀ ਜਿਹੜੀ ਉਹਦੀ ਸ਼ਹਾਦਤ। ਠੀਕ ਹੈ ਨਾ। ਦਰਬਾਰ ਸਾਹਿਬ ਦੇ ਹਮਲੇ ਨੂੰ ਕਿਹੜਾ ਬੰਦਾ ਜਸਟੀਫਾਈ ਕਰੂਗਾ? ਮੈਨੂੰ ਇਹ ਦੱਸੋ ਵੀ ਬੰਦਾ ਕਿਹੜਾ ਕਰੂਗਾ ਜਸਟੀਫਾਈ? ਹਥਿਆਰਾਂ ਦੀ ਗੱਲ ਹੁਣ ਜਾ ਚੁੱਕੀਆਂ ਗੱਲਾਂ ਨੇ। ਹੁਣ ਸਾਡਾ ਜਿਹੜਾ ਆਪ ਨੂੰ ਜਿੰਨਾ ਕੁ ਵੀ ਸਮਝ ਆਈ, ਜਿਹੜੀ ਨੈਕਸਟ ਪੀੜ੍ਹੀ ਆ ਉਹਨੂੰ ਤਿਆਰ ਕਰਨ ਦੀ ਲੋੜ ਆ। ਦੇਖੋ ਜਿਹੜੀਆਂ ਡੈਮੋਕ੍ਰੇਸੀ ਆ ਨਾ, ਮੈਂ ਅੱਗੇ ਕਹਿਣਾ ਸੌਰੀ ਟੂ ਸੇ, ਡੈਮੋਕ੍ਰੇਸੀ ਹੈਜ਼ ਲੌਸਟ ਇਟਸ ਸ਼ੀਨ। ਇਹ ਖਤਮ ਹੋ ਚੁੱਕੀ ਹੈ ਇਹਦੀ ਚਮਕ ਦਮਕ। ਕਿਉਂਕਿ ਜਿਹੜੀ ਚੀਜ਼ਾਂ ਜਾਂ ਜਿਹੜੇ ਸਿਧਾਂਤਾਂ ਦੇ ਕਰਕੇ ਡੈਮੋਕ੍ਰੇਸੀ ਬਣੀ ਸੀ ਅੱਜ ਕੱਲ੍ਹ ਉੱਤੇ ਕੰਮ ਨਹੀਂ ਕਰ ਰਹੀ। ਤੇ ਜਦੋਂ ਕੰਮ ਹੀ ਨਹੀਂ ਕਰ ਰਹੀ, ਪਰ ਹੁਣ ਦੂਜੇ ਪਾਸੇ ਜਿਹੜਾ ਸਾਡਾ ਦਾਅਵਾ ਆ, ਸਾਡਾ ਦਾਅਵਾ ਪਾਤਸ਼ਾਹੀ ਦਾਅਵੇ ਦਾ ਮੇਰੇ ਖਿਆਲ ਨਾਲ ਜਿਹੜਾ ਮਤਲਬ ਆ, ਮੈਂ ਫਿਰ ਕਹਿਣਾ ਇਹ ਮੇਰਾ ਖਿਆਲ ਆ, ਉਹ ਹੈਗਾ ਆ ਸੱਚ ਦਾ ਰਾਜ, ਜਿਹਦੇ ਵਿੱਚ ਲੋਕ ਨਿਰਭਉ ਤੇ ਨਿਰਵੈਰ ਹੋ ਕੇ ਜੀਣ, ਜਿਹਦੇ ਵਿੱਚ ਜਿਨਕੋ ਪ੍ਰੇਮ ਖਿਲਨ ਕਾ ਚਾਓ, ਉਸ ਆਧਾਰ ਦੇ ਉੱਤੇ ਲੋਕ ਜੀਣ, ਪ੍ਰੇਮ ਦੇ ਆਧਾਰ ਦੇ ਉੱਤੇ। ਸਾਡਾ ਜਿਹੜਾ ਧਰਮ ਹੈ, ਪਲੀਜ਼ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਿਓ। ਪ੍ਰੇਮ ਸਾਡਾ ਬੇਸਿਕ ਆ। ਅਸੀਂ ਦੱਸਣ 'ਚ ਫੇਲ ਹੋ ਜਾਂਦੇ ਹਾਂ। ਧੌਲ ਧਰਮ ਦਿਆ ਕਾ ਪੂਤੇ ਸਾਡੇ ਪ੍ਰਿੰਸੀਪਲਸ ਨੇ। ਇਹ ਪ੍ਰਿੰਸੀਪਲ ਅੱਜ ਦੀ ਕਿਸੇ ਵੀ ਸਟੇਟ ਦੀ ਸਟੇਟ ਪਾਲਿਸੀ ਦੇ ਪਾਰਟ ਨਹੀਂ ਹੈਗੇ। ਸਟੇਟ ਇਜ਼ ਬੇਸਡ ਅਪਨ ਪਾਵਰ। ਸਾਡੀ ਜਿਹੜੀ ਪਾਵਰ ਆ ਉਹ ਸਾਡਾ ਪਿਆਰ ਆ, ਉਹ ਸਾਡੀ ਮਨੁੱਖਤਾ ਆ, ਉਹ ਸਾਡੀ ਸ਼ੇਅਰਿੰਗ ਆ, ਜਿਹਦੇ ਕਰਕੇ ਕਿਤੇ ਵੀ ਵਿਪਤਾ ਪੈਂਦੀ ਆ ਸਿੱਖ ਜਿੱਥੇ ਵੀ ਰਹਿੰਦਾ ਉੱਥੇ ਖੜਾ ਹੋ ਜਾਂਦਾ। ਜੇ ਕਿਸੇ ਤੇ ਕੋਈ ਭਾਰਾ ਸਮਾਂ ਬਣਦਾ ਉੱਥੇ ਖੜਾ ਹੋ ਜਾਂਦਾ। ਹਾਂ, ਸਾਨੂੰ ਐਜ਼ ਏ ਮਲੀਸ਼ੀਆ ਯੂਜ਼ ਕੀਤਾ ਜਾਂਦਾ, ਮੈਂ ਇਹਦੇ ਤੋਂ ਇਨਕਾਰ ਨਹੀਂ ਕਰਦਾ, ਪਰ ਉਹ ਹੋ ਜਾਊਗਾ ਠੀਕ। ਜਿਹੜੀਆਂ ਕੌਮਾਂ ਦੀ ਜ਼ਿੰਦਗੀ ਆ ਉਹ ਸੈਂਚੁਰੀ 1 ਸਾਲ ਦੀ ਹੁੰਦੀ ਆ। ਅਸੀਂ ਇਨਫੈਂਸੀ 'ਚੋਂ ਨਿਕਲ ਰਹੇ ਹਾਂ। ਲੋੜ ਹੈਗੀ ਆ ਜਿੰਨਾ ਕੁ ਅਸੀਂ ਸਿੱਖ ਲਿਆ ਜਾਂ ਜੋ ਅਸੀਂ ਚੰਗਾ ਭਾਲਦੇ ਹਾਂ ਉਹਨੂੰ ਪਰ ਤੋਲੀਏ ਗੁਰੂ ਗ੍ਰੰਥ ਦੀ ਤੱਕੜੀ ਦੇ ਵਿੱਚ, ਤੇ ਫਿਰ ਆਪਣੇ ਜਿਹੜੇ ਆ ਦਾਅਵੇ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਉਹ ਜਿਹੜੀਆਂ ਬਾਕੀ ਫਿਲੋਸਫਰ ਵਗੈਰਾ ਨੇ ਉਹ ਥੋੜ੍ਹਾ ਜਿਹਾ ਟਾਈਮ ਹੁੰਦਾ ਆ, ਜਾਂ ਪੋਲੀਟੀਕਲ ਥਾਟਸ ਦਾ ਥੋੜ੍ਹਾ ਜਿਹਾ ਟਾਈਮ ਹੁੰਦਾ, ਟੈਂਪਰੇਰੀ ਹੁੰਦੀਆਂ, ਉਹ ਖਤਮ ਹੋ ਜਾਂਦੀਆਂ ਨੇ। ਡਰ ਇਹ ਆ ਅਸਲ ਦੇ ਵਿੱਚ ਜਿਹੜੀ ਸਿੱਖੀ ਦੇ ਦੁਸ਼ਮਣ ਨੂੰ ਡਰ ਜਿਹੜਾ ਹੈਗਾ ਆ, ਇੱਕ ਸਾਡੇ ਕੋਲ ਸਾਨੂੰ ਗੁਰੂ ਸਾਹਿਬ ਦੇ ਥਰੂ ਟਰਾਂਸਫਰ ਹੋਈ ਸਾਡੀ ਵਸੀਅਤ ਆ ਗੁਰੂ।
ਜਿਹਨੂੰ ਬਦਲ ਨਹੀਂ ਸਕਦੇ। ਇਸੇ ਕਰਕੇ ਬਾਰ-ਬਾਰ ਜਿਹੜਾ ਅਟੈਕ ਉਹ ਸਿੱਖਾਂ ਤੇ ਨਹੀਂ, ਸਿੱਖੀ ਤੇ ਹੁੰਦਾ। ਉਹ ਜਾਣ ਬੁੱਝ ਕੇ ਪੀੜਾਂ ਨੂੰ ਬੇਅਦਬੀ ਕਰਦੇ ਆ ਤਾਂ ਕਿ ਇਹਨਾਂ ਬੰਦਿਆਂ ਦਾ ਖਤਮ ਹੋਵੇ, ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਡਾਊਟ ਆਵੇ। ਪਰ ਸਾਡਾ ਪੂਰਾ ਵਿਸ਼ਵਾਸ ਆ ਕਿ ਸਾਡਾ ਜਿਹੜਾ ਜੀਣਾ ਜਾਣਦਾ ਗੁਰੂ ਆ, ਇਹਦੀ ਦੇਖ ਰੇਖ 'ਚ ਅਸੀਂ ਚੜ੍ਹਦੀ ਕਲਾ 'ਚ ਰਵਾਂਗੇ ਤੇ ਕਿਤੇ ਨਾ ਕਿਤੇ ਪਾਤਸ਼ਾਹੀ ਦਾਅਵਾ ਜਿਹੜਾ ਹੈ ਉਹ ਸਾਰੇ ਸੰਸਾਰ 'ਚ ਜਿਹੜਾ ਹੈਗਾ ਉਹ ਲਾਗੂ ਹੋਊਗਾ। ਧੰਨਵਾਦ ਜੀ ਸੁਨੀਲ ਜੀ, ਧੰਨਵਾਦ। ਸ਼ੁਭ ਸ਼ਾਮ। ਪ੍ਰੋਫੈਸਰ ਸੁਰਿੰਦਰ ਸਿੰਘ ਮਹਿਬੂਬ ਇਸ ਬ੍ਰਹਿਮੰਡ ਦੇ ਰਾਜ ਦੀ ਗੱਲ ਕਰਦੇ ਨੇ, ਬਰਾਬਰਤਾ ਦੀ, ਪ੍ਰਭੂ ਸੱਤਾ ਸੰਪੰਨਤਾ ਦੀ ਗੱਲ, ਜਿਹੜਾ ਪਾਤਸ਼ਾਹੀ ਦਾਅਵੇ ਦੀ ਗੱਲ ਸੁਨੀਲ ਜੀ ਕਰਕੇ ਗਏ ਨੇ। ਸਰ ਬਲਜੀਤ ਸਿੰਘ ਔਲਖ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਗਿੱਲ ਸਾਹਿਬ, ਮੈਂ ਜਿਹੜੇ ਬਾਈ ਜੀ ਗੱਲ ਕਰਕੇ ਗਏ ਉਹਨਾਂ ਦੀਆਂ ਗੱਲਾਂ ਨਾਲ ਪੂਰਨ ਸਹਿਮਤ ਹਾਂ ਜੀ। ਪਰ ਇੱਕ ਗੱਲ ਇਹ ਹੈ ਵੀ ਹਿਸਟੋਰੀਅਨ ਜਿਹੜੇ ਹਿਸਟਰੀ ਦੇਖੋ, ਹੁਣ ਆਪਾਂ 84 ਤੁਸੀਂ ਦੇਖਿਆ, ਮੇਰੀ ਸੁਰਤ ਸੰਭਲੀ ਨਹੀਂ ਸੀ ਉਦੋਂ, ਮੈਂ ਛੋਟਾ ਸੀ, ਤੁਹਾਡੀ ਸੁਰਤ ਸੰਭਲ ਗਈ ਜਾਂ ਜਿਹਨੇ ਦੇਖਿਆ ਉਹਨੂੰ ਪਤਾ ਹੈ ਜੀ। ਪਰ ਜਿਹੜਾ ਬ੍ਰਿਤਾਂਤ ਜਿਹੜੇ ਹਿਸਟੋਰੀਅਨ ਸਿਰਜ ਰਹੇ ਨੇ, ਕੱਲ ਮੈਂ ਇੱਕ ਰਾਹ ਦਾ ਕੋਈ ਆਫੀਸਰ ਸੀਗਾ, ਉਹਨੇ ਪ੍ਰੋ ਪੰਜਾਬ ਵਾਲੇ ਨੂੰ ਉਹਨੂੰ ਇੰਟਰਵਿਊ ਦੇ ਰਿਹਾ ਸੀ ਤੇ ਮੈਂ ਉਹਦੀ ਉਹ ਸੁਣੀ ਤੇ ਮੈਂ ਉਹ ਕਿੱਧਰੋਂ ਕੀ ਚੀਜ਼ਾਂ ਉਹਨੇ ਮੈਨੂਪਲੇਟ ਕਰਕੇ ਉਹਨੇ ਸ਼ੋਅ ਕੀਤਾ। ਉਹ ਇੱਥੇ ਮੈਂ ਕੈਨੇਡਾ ਵੀ ਆਇਆ, ਮੈਂ ਮੈਨੂੰ ਬੜਾ ਉਹ ਹੋਇਆ। ਮੈਂ ਕਿਹਾ ਵੀ ਹੁਣ ਮੈਂ ਇਹਨੂੰ ਸੁਣ ਰਿਹਾ, ਬੱਚੇ ਨੇ ਜਿਹੜੇ ਸੋਸ਼ਲ ਮੀਡੀਆ ਦਾ ਯੁੱਗ ਹੈ, ਉਹਨਾਂ ਨੇ ਸੋਸ਼ਲ ਮੀਡੀਆ ਤੇ ਇਹ ਜਿਹੀਆਂ ਚੀਜ਼ਾਂ ਫਰਾਈ ਉਹਨਾਂ ਨੇ ਉਹ ਫੋਲੋ ਕਰ ਲੈਣਾ। ਸੋ ਜਿਹੜੀ ਹਿਸਟੋਰੀਅਨ ਨੇ ਨਾ, ਜਿਹੜੀ ਹਿਸਟਰੀ ਲਿਖੀ ਜਾਂਦੀ ਹੈ, ਹਿਸਟੋਰੀਅਨ ਜਦੋਂ ਮਰਜ਼ੀ ਹਿਸਟਰੀ ਨੂੰ ਚੇਂਜ ਕਰ, ਜੇ ਮੇਰੇ ਚ ਉਹਨੂੰ ਕੋਈ ਹਰਜੀਤ ਸਿੰਘ ਗਿੱਲ ਚ ਉਹਨੂੰ ਕੋਈ ਚੀਜ਼ ਚੰਗੀ ਲਿਖਦੀ ਹੈ ਤਾਂ ਲੱਗਦੀ ਹੈ ਤਾਂ ਹਰਜੀਤ ਸਿੰਘ ਗਿੱਲ ਬਾਰੇ ਉਹਨੇ ਪੋਜ਼ਿਟਿਵ ਲਿਖ ਦੇਣਾ ਵੀ ਹਰਜੀਤ ਸਿੰਘ ਗਿੱਲ ਵਰਗਾ ਕੋਈ ਬੰਦਾ ਹੀ ਨਹੀਂ ਸੀ। ਜੇ ਉਹਨੂੰ ਹਰਜੀਤ ਸਿੰਘ ਗਿੱਲ ਤੇ ਥੋੜੇ ਨੈਗੇਟਿਵ ਇਫੈਕਟ ਲੱਗਦੇ ਆ ਵੀ ਨੈਗੇਟਿਵ ਚੀਜ਼ਾਂ ਫਾਈਂਡ ਆਊਟ ਕਰਦਾ ਤਾਂ ਉਹਨੇ ਇੱਕ ਹਿਸਟੋਰੀਅਨ ਨੇ ਨੈਗੇਟਿਵ ਲਿਖਦਾ, ਇੱਕ ਨੇ ਹਰਜੀਤ ਸਿੰਘ ਨੂੰ ਪੋਜ਼ਿਟਿਵ ਲਿਖਤਾ ਤੇ ਦੋ ਹਿਸਟੋਰੀਅਨ ਦਾ ਉੱਤੇ ਪੰਗਾ ਪੈ ਗਿਆ। ਫਿਰ ਉਹਨੂੰ ਕਨਕਲੂਡ ਜਿਹੜਾ ਕਰਦਾ ਹੈ ਉਹ ਤੀਜਾ ਮਾਈਂਡ ਹੋ ਗਿਆ। ਇਸ ਲਈ ਜਾਣੀ ਕਿ ਜਿੰਨਾ ਚਿਰ ਆਪਣੀ ਜਨਰੇਸ਼ਨ ਜਿਹੜੇ ਜਿਉਂਦੇ ਜਾਗਦੇ ਆ ਜ਼ਮੀਰਾਂ ਵਾਲੇ ਨੇ, ਉਹਨਾਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਤੇ ਉਹ ਬੱਚਿਆਂ ਨੂੰ ਹੀ ਦੱਸ ਕੇ ਇਹਨੂੰ ਆਪਾਂ ਚੀਜ਼ਾਂ ਨੂੰ ਫੈਲਾ ਸਕਦੇ ਹਾਂ। ਇਹ ਨਹੀਂ ਵੀ ਆਪਾਂ ਜੇ ਹਿਸਟੋਰੀਅਨ ਪੜ੍ਹ ਕੇ ਜਾਂ ਸੋਸ਼ਲ ਮੀਡੀਆ ਤੇ ਦੇਖੀਏ, ਨੋ ਦੇ ਆਰ ਨਾਟ ਡੂਇੰਗ ਗੁੱਡ। ਮੈਂ ਗੱਲ ਕਰਾਂਗਾ ਜੀ SVS ਸਿੱਧੂ ਦੀ ਕਿਤਾਬ ਦੇ ਬਾਰੇ। ਇੱਕ ਸੁਣਨ ਵਾਲਿਆਂ ਨੂੰ ਮੈਂ ਯਾਦਵਿੰਦਰ ਕਰਫਿਊ ਨੇ ਉਸ ਨਾਲ ਇੰਟਰਵਿਊ ਕੀਤੀ ਹੈ, ਪਰ ਇੱਕ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਉਹਦੀ ਕਿਤਾਬ ਬਾਰੇ ਪੜਚੋਲ ਕੀਤੀ ਹੈ, SVS ਸਿੱਧੂ ਦੀ ਕਿਤਾਬ ਬਾਰੇ। ਸਿੱਖ ਵਿਊ ਪੁਆਇੰਟ 'ਤੇ ਜਾ ਕੇ ਨਾ ਉਹਨਾਂ 'ਤੇ ਸੁਣਿਓ ਤੁਸੀਂ ਸਰਦਾਰ ਅਜਮੇਰ ਸਿੰਘ ਉਹਨਾਂ ਦੀ ਗੱਲ, ਫਿਰ ਪਤਾ ਲੱਗਦਾ ਕਿ ਫਰਕ ਕਿੰਨਾ। ਆਖਰੀ ਕਾਲਰ ਸਰਦਾਰ ਗੁਰਵਿੰਦਰ ਸਿੰਘ ਕੰਗ ਜੀ, ਤੁਸੀਂ ਏਅਰ 'ਤੇ ਹੋ। ਹੈਲੋ ਜੀ। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਗਿੱਲ ਸਾਹਿਬ, ਜੋ ਭੰਡਾਰੇ ਸੰਤਾਂ ਨੇ ਕਰ ਗਿਆ ਜੀ ਉਹ ਕੋਈ ਕਰ ਨਹੀਂ ਸਕਦਾ ਜੀ। ਹੁਣ ਉਹਨਾਂ ਦੇ ਨਾਂ ਤੇ ਇੱਥੇ ਬਹੁਤ ਆਏ ਆ ਜੀ। ਉਹ ਨਾ ਕਰਤੂਤਾਂ ਉਹਨਾਂ ਦੀਆਂ ਜਿੱਦਾਂ ਕਹਿੰਦੇ ਹੁੰਦੇ ਵੀ ਮਾੜੀਆਂ ਤੇ ਨਾ ਭੰਡਾਰੇ ਸੰਤਾਂ ਦਾ ਵਰਤਦੇ ਆ ਜੀ। ਉਹ ਆਪਣੇ ਜਿੱਦਾਂ ਕਹਿੰਦੇ ਹੁੰਦੇ ਵੀ ਮੂੰਹ ਜ਼ਬਾਨੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕਰ ਸਕਦੇ ਤੇ ਆਣ ਕੇ ਇੱਥੇ ਮੁੜ ਕੇ ਕਹਿੰਦੇ ਜੀ ਉਹ ਤਾਂ ਅਨਪੜ੍ਹ ਸੀ, ਉਹਨੇ ਮਰਵਾ ਤੇ ਫਲਾਨਾ ਕਰਤਾ ਧਮਕਾਨਾ ਕਰਤਾ। ਤੇ ਲੋਕਾਂ ਕੋਲ ਜਦੋਂ ਪੈਸੇ ਠੱਗਣੇ ਹੁੰਦੇ ਆ ਉਦੋਂ ਭੰਡਾਰੇ ਸੰਤਾਂ ਦੀਆਂ ਸਿਫਤਾਂ ਤੇ ਪਿੱਠ ਪਿੱਛੇ ਗਾਲਾਂ ਤੇ ਉਹ ਜਾਣੀ ਕਿ ਜੀ ਹੁਣ ਉਹ ਕਿਰਦਾਰ ਰਹਿ ਹੀ ਨਹੀਂ ਗਿਆ ਜੀ। ਕੋਈ ਨਾ, ਜਿਹੜਾ ਪਤਾ ਲੱਗਦਾ ਦੱਸੋ, ਫਿਰ ਉਹਨਾਂ ਨਾਲ ਬੈਠ ਕੇ ਫਿਰ ਆਪਾਂ ਬੈਠਕ ਕਰੀਏ। ਬਾਕੀ ਮੈਂ ਸਾਰਿਆਂ ਨੂੰ, ਕਿਸੇ ਦਾ ਵੀ ਕੋਈ ਮਨ ਹੋਵੇ, YouTube 'ਤੇ ਸਾਰੇ ਉਹਨਾਂ ਦੇ ਲੈਕਚਰ ਪਏ ਨੇ, ਆਪ ਸੁਣ ਲਿਓ। ਫਿਰ ਤੁਹਾਨੂੰ ਕਿਸੇ ਦਾ ਵੀ ਕੋਈ ਮਨ ਹੈ, ਆਪ ਮੁਲਾਂਕਣ ਕਰੋ, ਕਿਸੇ ਦੇ ਕਹੇ ਸੁਣੋ ਨਾ। ਉਹਨਾਂ ਦੀਆਂ ਸਾਰੀਆਂ ਸਪੀਚਸ ਮੇਰੇ ਖਿਆਲ ਪਈਆਂ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਯੋਧਿਆਂ ਦੇ ਇਤਿਹਾਸ ਸੁਣਾਉਣ ਦੇ ਲਈ, ਉਹਦੇ ਦੇ ਬਰਾਬਰ ਦੀ ਵਿਰਤੀ ਚਾਹੀਦੀ ਹੈ, ਪਰ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੇ ਬਾਰੇ ਗੱਲ ਕਰ ਸਕੀਏ। ਅਤੇ ਗੁਰੂ ਕਿਰਪਾ ਰੱਖਣ, ਚੜ੍ਹਦੀ ਕਲਾ 'ਚ ਰਹੀਏ, ਸਰਬੱਤ ਦੇ ਭਲੇ ਦੇ ਗਾਡੀ ਰਾਹ 'ਤੇ ਤੁਰ ਕੇ ਬਰਾਬਰਤਾ ਦੀ ਗੱਲ ਕਰੀਏ। ਕਿਸੇ ਦੇ ਹੱਕ ਲੈਣ ਤੋਂ ਪਹਿਲਾਂ ਆਪਣੇ ਹੱਕਾਂ ਲਈ ਖੜ੍ਹਨਾ ਸਿੱਖੀਏ। ਰੱਬ ਰੱਖ।